201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 8858। ਰਿਲਾਇਬਲ ਮਤਲਬ ਭਰੋਸੇਮੰਦ ਤੇ ਭਰੋਸੇਮੰਦ ਮਤਲਬ ਰਿਲਾਇਬਲ ਟਾਇਰ ਡਿਪੂ। ਰਿਲਾਇਬਲ ਟਾਇਰ ਡਿਪੂ ਡੀਲਸ ਇਨ ਹੋਲਸੇਲ ਟਰੱਕ ਟਾਇਰਸ ਇਨ ਕੈਲੀਫੋਰਨੀਆ ਤੇ ਇਸ ਤੋਂ ਇਲਾਵਾ ਟਰੱਕਾਂ ਦਾ ਆਇਲ ਚੇਂਜ ਕਰਵਾਉਣਾ ਹੋਵੇ, ਬ੍ਰੇਕਸ ਦਾ ਕੰਮ ਕਰਵਾਉਣਾ ਹੋਵੇ, ਸੀਲਸ ਦਾ, ਏਸੀ ਦਾ ਜਾਂ ਫਿਰ ਟਰੱਕ ਦਾ ਕੋਈ ਹੋਰ ਕੰਮ ਕਰਵਾਉਣਾ ਹੋਵੇ, ਤੁਸੀਂ ਰਿਲਾਇਬਲ ਟਾਇਰ ਡਿਪੂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਵੀ ਆਰ ਆਲਸੋ ਆਥੋਰਾਈਜ਼ਡ ਡੀਲਰ ਆਫ JK ਵਿਕਰਾਂਤ ਟਾਇਰਸ ਤੇ ਪੱਕਾ ਹੈ ਕਿ ਪ੍ਰਾਈਸ ਦੇ ਮਾਮਲੇ 'ਚ ਅਸੀਂ ਬੈਸਟ ਹਾਂ। ਸੋ ਡੂ ਵਿਜ਼ਿਟ Reliable Tire Depot, 1601 South Union Avenue, Bakersfield, California। ਜ਼ਿਆਦਾ ਜਾਣਕਾਰੀ ਦੇ ਲਈ ਸੁਰਜੀਤ ਸਿੰਘ ਬਾਜਵਾ ਤੇ ਇੰਦਰਜੀਤ ਸਿੰਘ ਗਿੱਲ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 6613782373, 6613784622। Where there is a will, there is a way, and where there is a way, there is Pandal Brothers। ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖਾਂ ਦੇ ਭਖ ਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਹਫ਼ਤੇ ਦੀ ਛੁੱਟੀ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਪਿਛਲੇ 2 ਸਾਲਾਂ ਦੇ ਵਿੱਚ ਸਿਰਫ ਇੱਕ ਪਿਛਲੇ ਹਫ਼ਤੇ ਛੁੱਟੀ ਕੀਤੀ ਸੀ। ਉਹਦਾ ਵੀ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਖ ਰਾਈਡਰਸ ਆਫ ਅਮਰੀਕਾ ਦੀ ਜਿਹੜੀ ਰਾਈਡ ਸੀ ਬੇਕਰਸਫੀਲਡ, ਉਹਨੂੰ ਕਵਰੇਜ ਕੀ ਦਿੱਤੀ ਸੀ ਅਤੇ ਸਾਰਾ ਦਿਨ ਆਪਾਂ ਉੱਥੇ ਕਵਰੇਜ ਦਿੰਦੇ ਰਹੇ ਸੀ। ਉਹਦੇ ਤੋਂ ਬਾਅਦ ਕਾਫੀ ਲੋਕਾਂ ਦੇ ਫੋਨ ਆਏ, ਕਹਿੰਦੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਸੀ ਬੇਕਰਸਫੀਲਡ ਵਾਲਾ, ਪਰ ਜਿਹੜੀ ਹਰ ਵੀਕਐਂਡ ਉੱਤੇ ਸਾਨੂੰ ਤਾਂਘ ਰਹਿੰਦੀ ਆ ਕਿ ਅੱਜ ਕਿਸੇ ਨਵੀਂ ਸ਼ਖਸੀਅਤ ਨਾਲ ਮਿਲਾਉਂਗੇ, ਕੋਈ ਨਵੀਂ ਗੱਲਬਾਤ ਕਰੂੰਗੇ, ਉਹ ਮਿਸ ਕੀਤੀ। ਮੈਨੂੰ 5-6 ਜਿਹੜੇ ਸਾਡੇ ਰੈਗੂਲਰ ਆ ਸਰੋਤੇ, ਉਹਨਾਂ ਦੀਆਂ ਕਾਲਾਂ ਆਈਆਂ। ਸੋ ਮਾਫੀ ਚਾਹੁੰਦੇ ਹਾਂ ਕਿ ਸੰਡੇ ਨੂੰ ਵੀ ਨਹੀਂ ਕਰ ਸਕੇ ਪ੍ਰੋਗਰਾਮ, ਕਿਉਂਕਿ ਥਕਾਵਟ ਬਹੁਤ ਹੋ ਗਈ ਸੀ ਸੈਟਰਡੇ। ਸੋ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਅਤੇ ਕੱਲ੍ਹ ਦਾ ਫਿਰ ਪ੍ਰੋਗਰਾਮ ਲੈ ਕੇ ਆਵਾਂਗੇ ਅਤੇ ਅੱਗੇ ਤੋਂ ਇੱਦਾਂ ਹੀ ਕੰਟੀਨਿਊ ਪ੍ਰੋਗਰਾਮ ਚੱਲਦੇ ਰਹੂਗੇ। ਪਿਛਲੇ ਕਾਫੀ ਸਮੇਂ ਤੋਂ ਆਪਾਂ ਪ੍ਰੋਗਰਾਮ ਜਿਹੜੇ ਕਿਸਾਨੀ ਅੰਦੋਲਨ ਉੱਪਰ ਕਰ ਰਹੇ ਸੀ, ਪਰ ਬਹੁਤ ਸਾਰੇ ਹੋਰ ਮੁੱਦੇ ਆ ਜਿਨ੍ਹਾਂ ਨੂੰ ਛੇੜਨਾ ਬਹੁਤ ਜ਼ਰੂਰੀ ਆ, ਖਾਸ ਕਰਕੇ ਸਿੱਖਾਂ ਵਾਸਤੇ। ਜਿਨ੍ਹਾਂ ਵਿੱਚੋਂ ਇੱਕ ਬਹੁਤ ਜ਼ਰੂਰੀ ਮੁੱਦਾ ਜਿਹੜਾ ਮਿਨੋਰਟੀਜ਼ ਰਾਈਟ ਦਾ ਆਪਣੇ ਭਾਰਤ ਵਿੱਚ
ਗੱਲ ਗਾਹੇ ਬਗਾਹੇ ਥੋੜ੍ਹੀ ਬਹੁਤੀ ਹੁੰਦੀ ਰਹਿੰਦੀ ਆ, ਪਰ ਡਿਟੇਲ ਦੇ ਵਿੱਚ ਨਾ ਕਦੇ ਗੱਲ ਹੋਈ ਤੇ ਨਾ ਹੀ ਸਾਨੂੰ ਕੋਈ ਇਹੋ ਜਿਹਾ ਬੰਦਾ ਮਿਲਿਆ ਜਿਹਨੂੰ ਉਸ ਮਾਮਲੇ ਤੇ ਪੂਰੀ ਪਕੜ ਹੋਵੇ ਤੇ ਉਹਦੇ ਨਾਲ ਗੱਲ ਕਰ ਸਕੀਏ। ਆਪਾਂ ਤੁਹਾਡੇ ਸਾਹਮਣੇ ਵੱਖਰੇ ਵੱਖਰੇ ਵਕੀਲ ਲੈ ਕੇ ਆਏ ਆ, ਐਡਵੋਕੇਟ ਲੈ ਕੇ ਆਏ ਆ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਪ੍ਰੋਗਰਾਮ ਦੇ ਵਿੱਚ। ਉਹਦੇ ਵਿੱਚ ਬੈਂਸ ਸਾਹਿਬ ਹੋਣ, ਚਾਹੇ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਲੈ ਕੇ ਆਏ, ਉਸ ਤੋਂ ਪਹਿਲਾਂ ਵੀ ਲੈ ਕੇ ਆਏ ਆ। ਪਰ ਜਿਹੜੇ ਸਾਡੀ ਉਹ ਕੋਸ਼ਿਸ਼ ਇਸ ਹਫ਼ਤੇ ਕੰਪਲੀਟ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਹੁਣੀ ਜਿਹੜੀ ਮਿਨੋਰਟੀਜ਼ ਦੀ ਆਪਾਂ ਜਦੋਂ ਗੱਲ ਕਰਦੇ, ਜਿਹੜਾ ਨੈਸ਼ਨਲ ਕਮਿਸ਼ਨ ਆਫ ਮਿਨੋਰਟੀ ਆ, ਉਹਦੇ ਚੇਅਰਮੈਨ ਹੈ। ਸੋ ਉਹਨਾਂ ਤੋਂ ਵੱਧ ਆਪਾਂ ਹੋਰ ਕਿਹਨੂੰ ਲੈ ਕੇ ਆ ਸਕਦੇ ਜਿਹਦੇ ਤੇ ਇਸ ਮੁੱਦੇ ਬਾਰੇ ਗੱਲ ਕੀਤੀ ਜਾ ਸਕੇ। ਸੋ ਅੱਜ ਆਪਾਂ ਉਹ ਗੱਲਬਾਤ ਕਰਾਂਗੇ। ਕੁਛ ਕੈਦੀਆਂ ਦੀ ਰਿਹਾਈ ਦਾ ਮਸਲਾ, ਕੁਛ ਹੋਰ ਮਿਨੋਰਟੀਜ਼ ਉੱਤੇ ਜਿਹੜਾ ਧੱਕਾ ਹੁੰਦਾ ਭਾਰਤ ਵਿੱਚ ਉਹਦੇ ਬਾਰੇ, ਤੇ ਕੁਛ ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਇੱਥੋਂ ਤੱਕ ਕਿੱਦਾਂ ਪਹੁੰਚਿਆ। ਹਾਂਜੀ ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੋ। ਬਿਲਕੁਲ ਜੀ। ਪਹਿਲਾਂ ਤਾਂ ਜਿਹੜੇ ਦਰਸ਼ਕ ਸਾਨੂੰ ਦੇਸੀ ਚੈਨਲ, ਪਿਓਰ ਪੰਜਾਬੀ, ਗੁਰਮਤ ਟੀਵੀ, ਸਾਂਝੀ ਸੋਚ ਟੀਵੀ ਤੇ ਲਾਈਵ ਦੇਖਦੇ ਉਹਨਾਂ ਦਾ ਜੀ ਆਇਆਂ। ਜਿਹੜੇ ਸੱਚ ਦੀ ਖੋਜ ਪੇਜ ਤੇ ਗੁਰਮਤ ਟੀਵੀ ਪੇਜ ਜਿਹੜਾ ਫੇਸਬੁੱਕ ਪੇਜ ਉੱਤੇ ਲਾਈਵ ਦੇਖਦੇ ਉਹਨਾਂ ਦਾ ਜੀ ਆਇਆਂ। ਤੇ ਜਿਹੜੇ ਸਾਨੂੰ SDBM TV YouTube ਤੇ ਲਾਈਵ ਦੇਖ ਰਹੇ ਉਹਨਾਂ ਦਾ ਜੀ ਆਇਆਂ। ਤਾਂ ਜਿਹੜੇ ਸਰੋਤੇ ਸਾਨੂੰ ਵੱਖ-ਵੱਖ ਐਪਾਂ ਥਰੂ ਐਜ਼ ਏ ਆਡੀਓ ਸੁਣਦੇ ਆ, ਐਜ਼ ਏ ਰੇਡੀਓ ਸੁਣਦੇ ਆ, ਉਹਨਾਂ ਸਰੋਤਿਆਂ ਦਾ ਵੀ ਜੀ ਆਇਆਂ। ਕੋਸ਼ਿਸ਼ ਕਰਦੇ ਆ ਹਮੇਸ਼ਾ ਦੀ ਤਰ੍ਹਾਂ ਅਸੀਂ ਇਹ ਕਿ ਵੱਖ-ਵੱਖ ਸ਼ਖਸੀਅਤਾਂ ਗੁਰੂ ਕੀਤੀਆਂ ਜਾਣ, ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ, 80% ਲੋਕਾਂ ਨੂੰ, ਸਾਡੇ ਸਿੱਖਾਂ ਨੂੰ ਜਾਣਕਾਰੀ ਨਹੀਂ ਹੁੰਦੀ। ਕੋਸ਼ਿਸ਼ ਕਰਦੇ ਆ ਕਿ ਕੁਝ ਬੁੱਧੀਜੀਵੀਆਂ ਤੋਂ ਬਿਨਾਂ ਘੱਟ ਗਿਣਤੀਆਂ ਬਾਰੇ, ਕੌਣ ਸਾਡਾ ਚੇਅਰਮੈਨ ਹੈ, ਕੌਣ ਸਾਡਾ ਲੀਡ ਕਰ ਰਿਹਾ ਸਿੱਖਾਂ ਨੂੰ, ਜਾਂ ਘੱਟ ਗਿਣਤੀਆਂ ਨੂੰ ਕੌਣ ਲੀਡ ਕਰ ਰਿਹਾ, ਸਾਡੇ ਕੋਲ ਇੱਦਾਂ ਦੀ ਪੁਖਤਾ ਜਾਣਕਾਰੀ ਨਹੀਂ ਹੁੰਦੀ। ਸੋ ਕੋਸ਼ਿਸ਼ ਕਰਦੇ ਹਮੇਸ਼ਾ ਵੀ ਤਰ੍ਹਾਂ ਕਿ ਤੱਥਾਂ ਦੇ ਭਰਪੂਰ ਜਾਣਕਾਰੀ ਲੈ ਕੇ ਆਈਏ, ਜਿਹੜੀ ਸ਼ਖਸੀਅਤ ਸਾਨੂੰ ਪੂਰੀ ਤੱਥਾਂ ਦੇ ਆਧਾਰ ਤੇ ਪੂਰੀ ਜਾਣਕਾਰੀ ਦੇ ਸਕੇ। ਉਸੇ ਲੜੀ ਦੇ ਵਿੱਚ ਅਸੀਂ ਲੈ ਕੇ ਆ ਰਹੇ ਅੱਜ ਇਕਬਾਲ ਸਿੰਘ, ਸਰਦਾਰ ਇਕਬਾਲ ਸਿੰਘ ਲਾਲਪੁਰਾ ਹੁਣਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਸੋ ਉਸ ਤੋਂ ਪਹਿਲਾਂ ਆਪਾਂ ਅੱਜ ਜਿਹੜੀ ਆ 2 ਕੱਤਕ 553 ਸੰਮਤ ਮੂਲ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਅਨੁਸਾਰ ਆ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਸਰੋਤਿਆਂ ਨੂੰ, ਸਾਡਾ ਜਿਹੜਾ ਇਹ ਚੈਨਲ ਹੈ ਇੱਕ ਪੰਥ, ਇੱਕ ਗ੍ਰੰਥ ਤੇ ਇੱਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਆ। ਸੋ ਸਭ ਤੋਂ ਪਹਿਲਾਂ ਆਪਾਂ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਅਰਜ ਕਰਾਂਗੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਔਰ ਸਰਦਾਰ ਇਕਬਾਲ ਸਿੰਘ ਹੁਣਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇਕਬਾਲ ਸਿੰਘ ਜੀ, ਆਪਾਂ ਗਾਂ ਗੱਲ ਤੋਰੀਏ। ਪਹਿਲਾਂ ਤਾਂ ਤੁਸੀਂ ਆਪਣੇ ਜੀਵਨ ਬਾਰੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕਿੱਥੋਂ ਆਪਣਾ ਜੀਵਨ ਆਰੰਭ ਕੀਤਾ, ਕਿੱਥੋਂ ਵਿੱਦਿਆ ਪ੍ਰਾਪਤ ਕੀਤੀ, ਕਿੱਥੋਂ ਤੁਸੀਂ ਡਿਗਰੀ ਪ੍ਰਾਪਤ ਕੀਤੀ, ਕਿਹੜੀ ਜੌਬ ਕੀਤੀ, ਤੇ ਅੱਜ ਜਿਹੜੇ ਕਮਿਸ਼ਨ ਐਜ਼ ਏ ਤੁਸੀਂ ਜੋ ਪ੍ਰਧਾਨ ਬਣੇ ਆ ਘੱਟ ਗਿਣਤੀਆਂ ਕਮਿਸ਼ਨ ਦੇ, ਉਹਦੇ ਤੱਕ ਪਹੁੰਚਣ ਦਾ ਸਫ਼ਰ ਜਿਹੜਾ ਹੈ ਸੰਖੇਪ ਦੇ ਵਿੱਚ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਹਾਂਜੀ, ਮੈਂ ਇੱਕ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਹਾਂ ਤੇ ਆਨੰਦਪੁਰ ਸਾਹਿਬ ਤੋਂ ਦੇ ਲਾਗੇ ਹੀ ਸਾਡਾ ਪਿੰਡ ਹੈ ਲਾਲਪੁਰਾ। ਹਾਂਜੀ। ਐਜੂਕੇਸ਼ਨ ਮੇਰੀ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਚੰਡੀਗੜ੍ਹ ਦੀ ਹੈ, ਚੰਡੀਗੜ੍ਹ DAV ਕਾਲਜ ਤੇ ਯੂਨੀਵਰਸਿਟੀ ਦੀ। ਹਾਂਜੀ। ਉਸ ਤੋਂ ਬਾਅਦ ਮੈਂ 72 'ਚ ਪੁਲਿਸ ਜੁਆਇਨ ਕੀਤੀ ਸੀ ਐਜ਼ ਇੰਸਪੈਕਟਰ ਤੇ ਐਜ਼ DIG ਰਿਟਾਇਰ ਹੋਇਆ। ਬਹੁਤਾ ਸਮਾਂ ਨੌਕਰੀ ਦਾ ਅੰਮ੍ਰਿਤਸਰ ਦੇ ਵਿੱਚ ਗੁਜ਼ਾਰਿਆ 1977 ਤੋਂ ਲੈ ਕੇ 1997 ਤੱਕ 20 ਸਾਲ। ਇਹ ਉਹ ਸਮਾਂ ਸੀ ਜਦੋਂ ਨਿਰੰਕਾਰੀ ਕਾਂਡ ਵੀ ਹੋਇਆ, ਜਿਹੜੀ ਆ ਉੱਥੇ 1978 ਵਾਲਾ। ਹਾਂਜੀ। ਤੇ ਉਸ ਤੋਂ ਬਾਅਦ ਜਿੰਨਾ ਬਲੈਕ ਥੰਡਰ, ਬਲੂ ਸਟਾਰ, ਸਾਰਾ ਕੁਛ ਇਹ ਹਿਸਟਰੀ ਜਿਹੜੀ ਹੈ ਇਹ ਆਪਣੇ ਪਿੰਡੇ ਤੇ ਹੰਡਾਈ ਹੈ। ਇੱਕ ਤਾਂ ਇਹ, ਦੂਜਾ ਇਹ ਹੈ ਕਿ ਮੈਂ ਪੇਸ਼ੇ ਤੋਂ ਇੱਕ ਲੇਖਕ ਹਾਂ ਜਿਹੜਾ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਗੁਰੂ ਇਤਿਹਾਸ ਬਾਰੇ ਲਿਖਦਾ। ਤੇ ਇਹਦੇ ਤੇ ਮੈਂ 14 ਪੁਸਤਕਾਂ ਜਿਹੜੀਆਂ ਧਰਮ ਨੂੰ ਜੋੜਨ ਵਾਲੀਆਂ ਲਿਖੀਆਂ। ਜਿਵੇਂ ਮੁਸਲਮਾਨ ਕਹਾਵਣ ਮੁਸ਼ਕਿਲ ਮੇਰੀ ਪੁਸਤਕ ਹੈ, ਉਹਦੇ 'ਚ ਉਹਨਾਂ ਮੁਸਲਮਾਨਾਂ ਦਾ ਤੇ ਗੁਰਬਾਣੀ ਦਾ, ਕੁਰਾਨ ਮਜੀਦ ਦਾ ਜ਼ਿਕਰ ਹੈ ਜਿਹੜਾ ਸਿੰਘਾਂ ਨੇ, ਮੁਸਲਮਾਨ ਵੀਰਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਜਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਇਸੇ ਤਰ੍ਹਾਂ ਹੀ ਹੋਰ ਸਾਰੀਆਂ ਨਾਨਕ ਤਿਨਕੇ ਸੰਗ ਸਾਥ,
ਸ਼੍ਰੀ ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਵੇਂ ਹੈ, ਉਹਦੇ ਬਾਰੇ ਮੇਰੀ ਪੁਸਤਕ ਹੈ, ਬਹੁਤ ਪੁਰਾਣੀ ਗੁਰਬਾਣੀ ਕਥਾ ਵਿਚਾਰ। ਸੋ ਜਿਹੜੇ ਵੀ ਮੁੱਦੇ ਲੋਕਾਂ 'ਚ ਰਹਿੰਦੇ ਸੀਗੇ ਉਹਨਾਂ ਦੇ ਬਾਰੇ, ਜਿਵੇਂ ਬ੍ਰਾਹਮਣ ਭਲਾ ਆਖੀ ਹੈ, ਇੱਕ ਮੇਰੀ ਪੁਸਤਕ ਹੈ ਜਿਹਦੇ ਵਿੱਚ ਉਹਨਾਂ ਬ੍ਰਾਹਮਣਾਂ ਦਾ ਜ਼ਿਕਰ ਹੈ ਜਿਹੜੇ ਬ੍ਰਾਹਮਣਾਂ ਨੇ ਗੁਰੂ ਘਰ ਦੀ ਸੇਵਾ ਕੀਤੀ। ਇੱਕ ਗੰਗੂ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਮੁਖਬਰੀ ਕਰਕੇ ਫੜਾਇਆ ਸੀ, ਲੇਕਿਨ ਆਪਾਂ ਜਦੋਂ ਇਤਿਹਾਸ ਦੀ ਖੋਜ ਕਰਦੇ ਹਾਂ ਤੇ 16 ਬ੍ਰਾਹਮਣਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। 5 ਜਿਹੜੇ ਆ ਗੁਰਸਿੱਖ ਸੀਗੇ ਤੇ 11 ਭਗਤ ਸੀਗੇ ਤੇ 11 ਭੱਟ ਸੀਗੇ। ਇਸ ਤੋਂ ਜਿਹੜੇ ਗੁਰੂਆਂ ਨੇ ਅਕਾਲ ਪੁਰਖ ਦੀ ਵਡਿਆਈ ਕੀਤੀ ਹੈ, ਮਹਿਮਾ ਕੀਤੀ ਹੈ। ਲੇਕਿਨ ਬ੍ਰਾਹਮਣਾਂ ਨੇ ਜਿਹੜੇ ਭੱਟ ਸੀ ਇਹਨਾਂ ਨੇ ਗੁਰੂਆਂ ਦੀ ਵਡਿਆਈ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਰੂਪ ਦੱਸਣ ਵਾਲੇ ਵੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਵੀ ਭੱਟਾਂ ਦੀ ਬਾਣੀ ਹੈ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮਾਨਤਾ ਦੇ ਕੇ ਤੇ ਆਪਣੇ ਨਾਲ ਅੰਕਿਤ ਕੀਤੀ। ਸਾਡੇ ਸਾਰਿਆਂ ਦੇ ਦਿਮਾਗ ਦੇ ਪਰਦੇ ਖੋਲੇ ਕਿ ਗੁਰੂ ਨਾਨਕ ਪ੍ਰਭੂ ਦਾ ਰੂਪ ਸੀ, ਅਕਾਲ ਪੁਰਖ ਰੂਪ ਸੀ, ਜਿਨ੍ਹਾਂ ਨੂੰ ਅਸੀਂ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸੱਚ ਜਿਹੜਾ ਹੈ ਫਲਸਫੇ ਦਾ ਤੇ ਇਤਿਹਾਸ ਦਾ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ ਜਾਵੇ। ਤੇ ਬਹੁਤੀਆਂ ਪੁਸਤਕਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੋਹਰ ਲਵਾ ਕੇ ਪ੍ਰਵਾਨ ਕਰਕੇ ਫੇਰ ਹੀ ਪਬਲਿਸ਼ ਹੋਈਆਂ ਨੇ, ਤੇ ਬਾਕੀ ਕਰਾਉਣ ਵਾਲਾ ਤਾਂ ਗੁਰੂ ਹੈ। ਤੇ ਉਸ ਤੋਂ ਬਾਅਦ ਜਿਹੜਾ ਮੈਂ ਇਸ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਸੀ ਰਿਟਾਇਰਮੈਂਟ ਤੋਂ ਬਾਅਦ। ਬਹੁਤ ਸਾਰੇ ਲੋਕ ਪੁੱਛਦੇ ਹੋਣਗੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਜੁਆਇਨ ਕੀਤਾ। ਮੈਂ ਇਸ ਕਰਕੇ ਜੁਆਇਨ ਕੀਤਾ ਸੀ ਕਿ ਮੇਰਾ ਬੇਟੇ ਨੂੰ ਇਸ ਇਲਾਕੇ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੇ ਰੋਪੜ ਦੇ ਇਲਾਕੇ 'ਚ ਇਲੈਕਸ਼ਨ ਲੜਨ ਵਾਸਤੇ ਅਕਾਲੀ ਦਲ ਨੇ ਤਿਆਰ ਕੀਤਾ ਸੀ। ਹਾਂਜੀ, ਸੁਖਬੀਰ ਬਾਦਲ ਜੀ ਨੇ ਕਿਹਾ ਸੀ ਕਿ ਤੁਸੀਂ ਇੱਥੇ ਕੰਮ ਕਰੋ, ਲੇਕਿਨ ਜਦੋਂ 2012 'ਚ ਟਿਕਟ ਦੇਣ ਦੀ ਵਾਰੀ ਆਈ ਤੇ ਆਖਰੀ ਦਿਨ ਤੱਕ ਸੁਖਬੀਰ ਬਾਦਲ ਜੀ ਇਹਨੂੰ ਅਜੇ ਨੂੰ ਟਿਕਟ ਦੇਣੀ ਚਾਹੁੰਦੇ ਸੀ ਮੇਰੇ ਬੇਟੇ ਨੂੰ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਐਸੇ ਹਾਲਾਤ ਬਣੇ ਕਿ ਇਹ ਟਿਕਟ ਜਿਹੜੀ ਆ ਉਹਨਾਂ ਨੇ ਦਲਜੀਤ ਸਿੰਘ ਚੀਮੇ ਨੂੰ ਦੇ ਦਿੱਤੀ। ਔਰ ਫਿਰ ਇਹਨਾਂ ਨੇ ਆਰਗੇਨਾਈਜ਼ ਕੀਤਾ ਕਿ ਅਸੀਂ ਕਿਸੇ ਇਹ ਨਾ ਹੋਵੇ ਵੀ ਆਜ਼ਾਦ ਖੜੇ ਹੋ ਕੇ ਇਹਨਾਂ ਦਾ ਇਲੈਕਸ਼ਨ ਖਰਾਬ ਕਰੀਏ। ਮੇਰਾ ਬੇਟਾ ਜਹਾਜ਼ਾਂ ਦਾ ਕਾਰੋਬਾਰ ਕਰਦਾ ਤੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਨਾਲ ਵੀ ਸਾਡੇ ਜਹਾਜ਼ਾਂ ਦਾ ਕਾਰੋਬਾਰ ਸੀ, ਤੇ ਉਹਨਾਂ ਦੇ ਕਹਿਣ ਤੇ ਇਹਨਾਂ ਨੇ ਫਿਰ ਉਹਨੂੰ ਜੁਆਇਨ ਕਰਾਇਆ ਭਾਰਤੀ ਜਨਤਾ ਪਾਰਟੀ। ਤੇ ਮੈਂ ਫਿਰ ਇਹ ਆਖਿਆ ਸੀ ਕਿ ਸੁਖਜਿੰਦਰ ਸਿੰਘ ਤੇ ਸੁਖਪਾਲ ਸਿੰਘ ਵਾਲਾ ਕੰਮ ਨਾ ਹੋਵੇ, ਪਿਓ ਅਕਾਲੀ ਤੇ ਪੁੱਤਰ ਕਾਂਗਰਸੀ ਜਾਂ ਵੱਖਰੀਆਂ ਪਾਰਟੀਆਂ, ਤੇ ਚੱਲ ਪੁੱਤਰਾ ਮੈਂ ਵੀ ਤੇਰੇ ਨਾਲ ਚੱਲਦਾ। ਮੈਂ ਕੋਈ ਰੈਗੂਲਰ ਜਿਹੜਾ ਇਸ ਤਰ੍ਹਾਂ ਦਾ ਪੋਲੀਟੀਸ਼ੀਅਨ ਨਹੀਂ ਹੈਗਾ, ਕੈਰੀਅਰ ਪੋਲੀਟੀਸ਼ੀਅਨ ਨਹੀਂ ਹੈਗਾ, ਕੇਵਲ ਆਪਣੇ ਬੇਟੇ ਦੇ ਨਾਲ ਭਾਰਤੀ ਜਨਤਾ ਪਾਰਟੀ 'ਚ ਆਇਆ ਸੀ। ਲੇਕਿਨ ਹਾਲੇ ਵੀ ਲੇਖਕ ਦਾ ਕੰਮ ਕਰਦਾ, ਸੱਚ ਦਾ ਕੰਮ ਕਰਦਾ, ਤੇ ਭਾਰਤ ਦੀ ਸਰਕਾਰ ਦੀ ਮਿਹਰਬਾਨੀ, ਮੋਦੀ ਸਾਹਿਬ ਦੀ ਮਿਹਰਬਾਨੀ, ਉਹਨੇ ਮੈਨੂੰ ਇਸ ਲਾਇਕ ਸਮਝਿਆ ਕਿ ਇਸ ਕਮਿਸ਼ਨ ਦਾ ਮੈਨੂੰ ਚੇਅਰਮੈਨ ਲਾਇਆ। ਇਹ ਮੇਰੀ ਜਿਹੜੀ ਹੈ ਕਹਾਣੀ ਹੈ, ਤੇ ਜਿਹਦੇ 'ਚ ਮੈਂ ਜਦੋਂ ਤੱਕ ਇੱਥੇ ਤੱਕ ਪਹੁੰਚਿਆ, ਮੈਂ ਐਸ DIG ਪੁਲਿਸ 'ਚੋਂ ਰਿਟਾਇਰ ਹੋਇਆ, SSP ਤਰਨਤਾਰਨ ਰਿਹਾ, 4 ਸਾਲ SSP ਕਪੂਰਥਲੇ ਰਿਹਾ, ਅੰਮ੍ਰਿਤਸਰ 2 ਵਾਰੀ SSP ਰਿਹਾ, ਤੇ ਸੱਚ ਨਾਲ ਤੇ ਇਮਾਨਦਾਰੀ ਨਾਲ ਅਮਨ ਕਾਨੂੰਨ ਬਹਾਲ ਰੱਖਣ ਦਾ ਇੱਕ ਸੰਕਲਪ ਲੈ ਕੇ ਤੁਰਿਆ ਸੀ। ਤੇ ਮੈਂ ਆਪਣੀ ਸਾਰੀ 39 ਸਾਲ ਦੀ ਨੌਕਰੀ ਦੇ ਵਿੱਚ ਇਹਦੇ 'ਚ ਕਾਮਯਾਬੀ ਪ੍ਰਾਪਤ ਕੀਤੀ ਹੈ। ਇਹ ਅਕਾਲ ਪੁਰਖ ਦੀ ਵਡਿਆਈ ਹੈ। ਤੇ ਇਸ ਲੇਖਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਗੁਰੂ ਅਰਜਨ ਦੇਵ ਪਾਤਸ਼ਾਹ ਦੇ 400 ਸਾਲਾ ਸ਼ਹੀਦੀ ਪੁਰਬ ਤੇ ਮੈਨੂੰ ਤਰਨਤਾਰਨ ਦੇ ਵਿੱਚ ਦਿੱਤਾ ਗਿਆ ਸੀ। ਇਹ ਵੀ ਅਕਾਲ ਪੁਰਖ ਦੀ ਵਡਿਆਈ ਹੈ, ਮੇਰੇ ਗੁਰੂ ਦੀ ਵਡਿਆਈ ਹੈ। 1969 ਤੋਂ ਲੈ ਕੇ ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਦਿਆਰਥੀ ਹਾਂ, ਸਿੱਖ ਹਾਂ। ਮਹਾਰਾਜ ਦਾ ਪ੍ਰਕਾਸ਼ ਅੱਜ ਵੀ ਘਰ 'ਚ ਹੈ, 1969 ਤੋਂ ਘਰ 'ਚ ਹੈ। ਜਿੱਥੇ ਵੀ ਜ਼ਿਲ੍ਹਿਆਂ 'ਚ SSP ਰਹੇ ਆ ਉੱਥੇ ਝੰਡੇ ਨਿਸ਼ਾਨ ਸਾਹਿਬ ਗੁਰੂਆਂ ਦੇ ਝੂਲਦੇ ਰਹੇ ਆ। ਮੈਂ ਸਰਕਾਰੀ ਝੰਡਾ ਕਦੇ ਨਹੀਂ ਲਾਇਆ, ਤੇ ਅੱਜ ਵੀ ਮੇਰੇ ਘਰ ਦੇ ਉੱਤੇ ਨਿਸ਼ਾਨ ਸਾਹਿਬ ਝੂਲਦਾ, ਤੇ ਇਹ ਗੁਰੂ ਦਾ ਘਰ ਹੈ ਜਿਹੜਾ ਵੀ ਅਸੀਂ ਸਿਰਫ ਇੱਥੇ ਸੇਵਾਦਾਰ ਹੈ। ਬਹੁਤ ਸੰਖੇਪ ਦੇ ਵਿੱਚ ਤੇ ਬਹੁਤ ਕੁਝ ਤੁਸੀਂ ਕਹਿ ਗਏ ਆ। ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੂੰਗਾ, ਅਸੀਂ ਬਾਰ-ਬਾਰ ਇਸ ਪ੍ਰੋਗਰਾਮ ਦੇ ਵਿੱਚ ਕਹਿੰਦੇ ਆ ਵੀ ਇੱਕ ਪਾਸੇ ਅਸੀਂ ਕਹਿੰਦੇ ਕਿ ਚੰਗੇ ਲੋਕ ਪੋਲੀਟਿਕਸ 'ਚ ਆਉਣ, ਦੂਜੇ ਪਾਸੇ ਜਦੋਂ ਕਿਸੇ ਖਾਸ ਪਾਰਟੀ 'ਚ ਕੋਈ ਖਾਸ ਬੰਦਾ ਜਾਂਦਾ ਹੈ
ਤੇ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ ਵੀ ਇਹ ਪਾਰਟੀ ਦਾ ਗਲਤ ਆ, ਵੀ ਜੇ ਅਸੀਂ ਰਾਜਨੀਤੀ 'ਚ ਜਾਵਾਂਗੇ ਨਹੀਂ, ਉਹਨਾਂ ਪਾਰਟੀਆਂ ਜਾਵਾਂਗੇ ਨਹੀਂ, ਤੇ ਚੰਗੇ ਬੰਦੇ ਵਿੱਚ ਕਿੱਥੋਂ ਆਉਣਗੇ। ਸੋ ਮੈਂ ਹੋ ਸਕਦਾ ਮੇਰਾ ਪਰਸਨਲ ਓਪੀਨੀਅਨ ਹੋਵੇ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਬੀਜੇਪੀ 'ਚ ਜਾਓ, ਤੁਸੀਂ ਕਾਂਗਰਸ 'ਚ ਜਾਓ, ਤੁਸੀਂ ਆਮ ਆਦਮੀ ਪਾਰਟੀ ਜਾਓ, ਤੁਸੀਂ ਅਕਾਲੀ ਪਾਰਟੀ ਜਾਓ, ਪਰ ਕਿਤੇ ਇਹ ਨਾ ਹੋਵੇ ਵੀ ਅਸੀਂ ਸਿਰਫ ਉਹਨਾਂ ਰਵਾਇਤੀ ਪਾਰਟੀਆਂ 'ਚ ਸਿਰਫ ਇਸ ਕਰਕੇ ਜਾ ਰਹੇ ਹਾਂ ਵੀ ਸਾਡਾ ਬਾਪੂ ਉੱਥੇ ਗਿਆ ਸੀਗਾ, ਸਾਡਾ ਪੜਦਾਦਾ ਉੱਥੇ ਗਿਆ ਸੀ, ਸਾਡਾ ਦਾਦਾ ਉੱਥੇ ਗਿਆ ਸੀ। ਕਿਤੇ ਇਹ ਨਾ ਹੋ ਜਾਵੇ ਵੀ ਆਪਾਂ ਸਿਰਫ ਇਸ ਕਰਕੇ ਹੀ ਉਹਨਾਂ ਪਾਰਟੀਆਂ 'ਚ ਜਾਈਏ, ਜਿਹੜਾ ਕਿ ਹੁੰਦਾ ਰਿਹਾ ਬਹੁਤ ਸਾਲਾਂ ਤੱਕ। ਮੈਨੂੰ ਯਾਦ ਆ ਸਾਡੇ ਦਾਦਾ ਜੀ, ਸਾਡੇ ਡੈਡੀ ਹੁਣੀ, ਅਸੀਂ ਤਾਂ ਅਕਾਲੀ ਹਾਂ ਜੀ, ਅਕਾਲੀਆਂ ਨੂੰ ਵੋਟ ਪਾਉਣੀ, ਜੋ ਮਰਜ਼ੀ ਹੋ ਜਾਵੇ, ਉਹ ਸਹੀ ਕਰਨ ਗਲਤ ਕਰਨ, ਅਸੀਂ ਤਾਂ ਅਕਾਲੀ ਹੋਈ ਰਹਿਣਾ। ਸੋ ਇਹ ਕਿਤੇ ਨਾ ਕਿਤੇ ਸਾਨੂੰ ਚੇਂਜ ਕਰਨਾ ਪੈਣਾ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਤੁਹਾਡੇ ਪਰਸਨਲ ਜੀਵਨ ਬਾਰੇ। ਜੇ ਮੈਂ ਗਲਤ ਨਹੀਂ ਤੇ ਜਦੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਹੋਈ ਸੀ ਤੇ ਉਹਨਾਂ ਨੇ ਸ਼ਾਇਦ ਡਿਮਾਂਡ ਕੀਤੀ ਸੀ ਕਿ ਮੈਨੂੰ ਗ੍ਰਿਫਤਾਰ ਕਰਨ ਵਾਲਾ ਸਾਬਤ ਸੂਰਤ ਸਿੱਖ ਚਾਹੀਦਾ, ਤੇ ਸ਼ਾਇਦ ਉੱਥੇ ਵੀ ਤੁਹਾਡੀ ਡਿਊਟੀ ਲੱਗੀ ਸੀ। ਸੰਖੇਪ 'ਚ ਉਹ ਮਾੜਾ ਜਿਹਾ ਜ਼ਰੂਰ ਦੱਸੋ। ਇਹ 20 ਸਤੰਬਰ 1981 ਦੀ ਗੱਲ ਹੈ। ਹਾਂਜੀ। ਸੰਤ ਜਰਨੈਲ ਸਿੰਘ ਨੇ ਪਹਿਲਾਂ 13 ਤਰੀਕ ਨੂੰ ਸਰਕਾਰ ਨੇ 7 ਦਿਨ ਦਾ ਸਮਾਂ ਦਿੱਤਾ ਸੀ ਗ੍ਰਿਫਤਾਰੀ ਲਈ, ਤੇ ਉਹਨਾਂ ਨੇ ਆਖਿਆ ਸੀ ਕਿ ਮੈਂ 20 ਤਰੀਕ ਨੂੰ ਗ੍ਰਿਫਤਾਰੀ ਲਈ ਪੇਸ਼ ਹੋਵਾਂਗਾ ਤੇ ਮੈਨੂੰ ਗ੍ਰਿਫਤਾਰ ਕਰਨ ਲਈ ਅੰਮ੍ਰਿਤਧਾਰੀ ਸਿੰਘਾਂ ਦੀ ਡਿਊਟੀ ਲਾਈ ਜਾਵੇ। ਤੇ ਮੈਂ ਤੇ ਸਰਦਾਰ ਬਾਜ ਸਿੰਘ ਭੁੱਲਰ ਤੇ ਜਰਨੈਲ ਸਿੰਘ ਚਾਹਲ, ਸਾਡੀ ਤਿੰਨਾਂ ਦੀ ਡਿਊਟੀ ਲੱਗੀ ਸੀ। ਉਹ ਵਾਰੰਟ ਦੀ ਤਾਮੀਲ ਮੇਰੇ ਵੱਲੋਂ ਹੋਈ ਹੈ ਕਿਉਂਕਿ ਮੈਂ 9 ਸਾਲ ਦੀ ਉਮਰ ਤੋਂ ਹੀ ਅੰਮ੍ਰਿਤਧਾਰੀ ਹਾਂ। ਠੀਕ, ਬਿਲਕੁਲ, ਬਹੁਤ ਵਧੀਆ। ਇੱਕ ਗੱਲ ਹੋਰ ਕਰਨੀ ਚਾਹੁੰਦਾ ਸੀ, ਜਿੱਦਾਂ ਵੀਰ ਵਰਿੰਦਰ ਸਿੰਘ ਨੇ ਕਿਹਾ ਪਾਰਟੀਆਂ ਦਾ, ਅਸੀਂ ਇਸ ਪਲੇਟਫਾਰਮ ਤੋਂ ਹਮੇਸ਼ਾ ਇਹ ਕਹਿੰਦੇ ਆ ਰਹੇ ਹਾਂ ਵੀ ਜਿਹੜੀ ਵੀ ਗੁਰੂ ਸਾਹਿਬ ਦੀ ਸਿੱਖਿਆ ਤੇ ਕੋਈ ਚੱਲਦਾ ਪਾਰਟੀ, ਮਤਲਬ ਜੇ ਗਲਤ ਪਾਰਟੀਆਂ, ਮੰਨ ਲਓ ਜੇ ਪਾਰਟੀ ਦੀ ਪਾਲਿਸੀਜ਼ ਗਲਤ ਆ ਕਿਸੇ ਵੀ, ਜੇ ਚੰਗੇ ਬੰਦੇ ਨੂੰ ਜੁਆਇਨ ਨਹੀਂ ਕਰਨਗੇ ਤਾਂ ਉਸ ਪਾਰਟੀ ਦੀ ਪਾਲਿਸੀਜ਼ ਕਿੱਦਾਂ ਚੇਂਜ ਹੋਣਗੀਆਂ? ਕਿਉਂਕਿ ਜੇ ਉਹ ਪਾਰਟੀ ਦੀ ਪਾਲਿਸੀ ਸੀ ਗਲਤ ਆ, ਉਹਨੂੰ ਸਹੀ ਕਰਨ ਲਈ ਸਹੀ ਬੰਦੇ ਵੀ ਹਰ ਪਾਰਟੀ ਜਾਣੇ ਚਾਹੀਦੇ ਆ। ਅਸੀਂ ਇਸ ਪਲੇਟਫਾਰਮ ਤੋਂ ਹਮੇਸ਼ਾ ਕਹਿੰਦੇ ਵੀ ਚੰਗੇ ਬੰਦੇ, ਚਾਹੇ ਅਕਾਲੀਆਂ 'ਚ, ਚਾਹੇ ਕਾਂਗਰਸ, ਚਾਹੇ ਬੀਜੇਪੀ, ਚਾਹੇ ਆਪ, ਕਿਸੇ 'ਚ ਵੀ ਜਾਣ। ਸਾਡੇ ਹੀ ਇੱਕ ਮਿੱਤਰ ਜਿਨ੍ਹਾਂ ਨੂੰ ਅਸੀਂ ਕਾਫੀ ਸਪੋਰਟ ਕੀਤੀ, ਹੋਮ ਫਾਰ ਹੋਮਲੈਸ, ਵਰਿੰਦਰ ਸਿੰਘ ਪ੍ਰਹਾਰ, ਉਹਨਾਂ ਨੇ BSP ਜੁਆਇਨ ਕੀਤੀ ਆ ਤੇ ਉਹ ਉੱਥੋਂ ਲੜ ਰਹੇ ਆ। ਇਸ ਟਾਈਮ ਉਹਨਾਂ ਨੇ ਇਲੈਕਸ਼ਨ ਲੜਨੀ ਆ। ਸੋ ਬਹੁਤ ਸਾਰੇ ਗਰੀਬਾਂ ਲਈ ਕੰਮ ਕਰਦੇ, ਘਰ ਬਣਾਉਂਦੇ ਆ। ਸੋ ਇਹ ਚੰਗੇ ਇਨਸਾਨ ਜਦੋਂ ਹਰ ਪਾਰਟੀ ਜਾਣਗੇ ਤਾਂ ਹੀ ਪਾਰਟੀਆਂ ਦੀ ਜਿਹੜਾ ਆ ਸਟਰਕਚਰ ਆ ਉਹ ਵਧੀਆ ਹੋਊਗਾ, ਜਾਂ ਉਹਦੇ ਜਿਹੜੀ ਆ ਆਪਾਂ ਕਹਿ ਸਕਦੇ ਕਿ ਵਧੀਆ ਤਰੀਕੇ ਨਾਲ ਕੰਮ ਹੋਊਗਾ। ਹਾਂਜੀ ਵੀਰਵਿੰਦਰ ਸਿੰਘ ਜੀ। ਹਾਂਜੀ, ਇਕਬਾਲ ਸਿੰਘ ਜੀ, ਆਪਾਂ ਅੱਗੇ ਗੱਲ ਕਰਦੇ ਹਾਂ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਦੀ। ਮੈਂ ਜਿੰਨੀ ਕੁ ਸਟੱਡੀ ਕੀਤੀ ਆ ਕਿ 1996 ਦੇ ਵਿੱਚ ਸ਼ਾਇਦ ਇਹ ਐਕਟ ਹੋਂਦ 'ਚ ਆਇਆ ਸੀਗਾ। ਪਰ ਇੱਕ ਤਾਂ ਇਹ ਸਵਾਲ ਆ ਵੀ ਉਸ ਤੋਂ ਪਹਿਲਾਂ ਵੀ ਮਾਈਨੋਰਟੀਜ਼ ਨੂੰ ਕੁਛ ਉਹਨਾਂ ਬਾਰੇ ਅਧਿਕਾਰ ਸੀਗੇ, ਜਾਂ ਇਸ ਦੀ ਜ਼ਰੂਰਤ ਹੀ ਕਿਉਂ ਪਈ ਕਿ ਤੁਸੀਂ ਤਾਂ ਸਿੱਖ ਫਿਲਾਸਫੀ ਤੋਂ ਜਾਣਕਾਰ ਆ, ਤੇ ਸਿੱਖੀ ਦੇ ਵਿੱਚ ਤਾਂ ਕੋਈ ਮਿਨੋਰਟੀ ਵਾਲੀ ਗੱਲ ਨਹੀਂ, ਸਾਰੇ ਲੋਕ ਇੱਕੋ ਬਰਾਬਰ ਆ, ਇਹਦੇ ਵਿੱਚ ਕੋਈ ਧਰਮ ਦਾ ਮੁੱਦਾ ਨਹੀਂ, ਕੋਈ ਇਨਸਾਨ ਇੱਕ ਤੋਂ ਦੂਸਰਾ ਨਹੀਂ, ਸਾਰੇ ਉਸੇ ਅਕਾਲ ਪੁਰਖ ਦੇ ਬੱਚੇ ਆ। ਸੋ ਸਿੱਖੀ ਦੇ ਵਿੱਚ ਤਾਂ ਮਿਨੋਰਟੀ ਜਾਂ ਮੈਜੋਰਟੀ ਵਾਲੀ ਕੋਈ ਕਹਾਣੀ ਨਹੀਂ ਹੈ, ਸਾਨੂੰ ਪਤਾ ਜਿੱਥੇ ਗੁਰੂ ਨਾਨਕ ਦਾ ਫਲਸਫਾ ਚੱਲਦਾ ਆ। ਪਰ ਸਾਨੂੰ ਨਾਲ ਇਹ ਵੀ ਪਤਾ ਆ ਵੀ ਭਾਰਤ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਮਨੂ ਸਮ੍ਰਿਤੀ ਲਾਗੂ ਰਹੀ ਆ, ਉਹਦੇ ਥੱਲੇ ਸਾਨੂੰ ਵਰਨ ਵੰਡ ਕੀਤੀ ਗਈ, ਸਾਨੂੰ ਵੱਖਰੇ ਵੱਖਰੇ ਵਰਨਾਂ 'ਚ ਵੰਡਿਆ ਗਿਆ, ਤੇ ਮਿਨੋਰਟੀ ਦੇ ਨਾਲ ਕੀ ਨਹੀਂ ਹੁੰਦਾ ਰਿਹਾ ਸਭ ਨੂੰ ਪਤਾ ਹੈ। ਕੋਈ ਦੁਬਾਰਾ ਗੱਲ ਕਰਨ ਵਾਲੀ ਦੀ ਜ਼ਰੂਰਤ ਨਹੀਂ ਹੈਗੀ, ਸਦੀਆਂ ਤੋਂ ਮਿਨੋਰਟੀ ਨਾਲ ਧੱਕਾ ਹੁੰਦਾ ਰਿਹਾ ਆ। ਸੋ ਇਹ ਦੱਸੋ ਵੀ ਇਹਦੀ ਜ਼ਰੂਰਤ ਕਿਉਂ ਪਈ, ਤੇ ਇਹਦਾ ਅਧਿਕਾਰ ਖੇਤਰ ਹੈ ਕੀ ਆ, ਕੰਮ ਕੀ ਆ, ਵੀ ਇਹਨਾਂ ਨੇ ਕਰਨਾ ਕੀ? ਕਿਉਂਕਿ ਬਹੁਤ ਸਾਰੇ ਲੋਕੀ ਨਹੀਂ ਜਾਣਦੇ, ਕਮਿਸ਼ਨ ਆ ਜੀ ਬਸ, ਪਰ ਇਹਦਾ ਕੰਮ ਕੀ ਆ? ਸਿੰਘ ਸਾਹਿਬ 1978 ਦੇ ਵਿੱਚ ਕਮਿਸ਼ਨ ਫਾਰ ਮਾਈਨੋਰਟੀਜ਼ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਸੀ। ਠੀਕ। ਇਹ ਅੰਤਰਰਾਸ਼ਟਰੀ UNO ਦੇ ਚਾਰਟਰ ਦੇ ਮੁਤਾਬਕ ਹੀ ਬਣਿਆ ਸੀਗਾ। ਹਾਂਜੀ। 1992 ਦੇ ਵਿੱਚ ਇਹਦਾ ਐਕਟ ਬਣਿਆ, ਫਿਰ ਬਾਅਦ ਪਹਿਲਾਂ ਤਾਂ ਇੱਕ ਆਰਡਰ ਨਾਲ ਸਰਕਾਰ ਨੇ ਬਣਾਇਆ ਸੀਗਾ, ਆਰਡੀਨੈਂਸ ਨਾਲ। ਹਾਂਜੀ। ਉਸ ਤੋਂ ਬਾਅਦ ਐਕਟ ਬਣਿਆ 1992 ਦੇ ਵਿੱਚ। ਹਾਂਜੀ। ਤੇ 92 ਦੇ ਵਿੱਚ ਇਹ 6 ਧਰਮਾਂ ਦੇ ਬਾਰੇ ਜਿਹੜਾ ਆ ਉਹਨਾਂ ਦੀ ਵਿਕਾਸ ਲਈ ਮੈਂ ਇਹਨੂੰ 3 E's ਦੇ ਵਿੱਚ ਕਵਾਂਗਾ ਤਾਂ ਤੁਹਾਨੂੰ ਸਮਝ ਆ ਜਾਏਗੀ। ਪਹਿਲੀ ਹੈ ਐਜੂਕੇਸ਼ਨ, ਪ੍ਰਮੋਸ਼ਨ ਆਫ ਐਜੂਕੇਸ਼ਨ। ਠੀਕ। ਪਹਿਲਾ ਸਾਡਾ ਕੰਮ ਹੈ ਆਫ ਮਾਈਨੋਰਟੀ ਕਮਿਊਨਿਟੀਜ਼। ਐਜੂਕੇਸ਼ਨ ਵੀ ਪ੍ਰਾਇਮਰੀ ਤੋਂ ਲੈ ਕੇ PhD ਤੱਕ, IAS ਬਣਨ ਤੱਕ ਸਾਡੇ ਕੋਲ ਵੱਖਰੇ ਵੱਖਰੇ ਸਕਾਲਰਸ਼ਿਪ ਆ, ਸਟਾਈਫੰਡ ਹੈਗੇ ਆ, ਲੋਨ ਹੈਗੇ ਆ ਫੋਰਨ ਦੇ ਵਿੱਚ ਜਾ ਕੇ
ਐਜੂਕੇਸ਼ਨ ਲੈਣ ਲਈ। ਇਹ ਜਿਹੜਾ ਪੱਖ ਆ ਸਾਡਾ, ਇਹ ਲੋਕਾਂ ਨੂੰ ਬਹੁਤਾ ਪਤਾ ਨਹੀਂ। ਮੈਨੂੰ ਆਪ ਨਹੀਂ ਸੀ ਪਤਾ ਕਮਿਸ਼ਨ ਚ ਆਉਣ ਤੋਂ ਪਹਿਲਾਂ। ਤਾਂ ਮੈਂ ਤਾਂ ਇਹ ਸਮਝਦਾ ਸੀ ਇਹ ਲੀਗਲ ਅਦਾਲਤ ਹੀ ਹੈ ਇੱਕ ਕਨਸਟੀਟਿਊਸ਼ਨ ਦੇ ਮੁਤਾਬਕ, ਅਸੀਂ ਕਿਸੇ ਨੂੰ ਵੀ ਬੁਲਾ ਕੇ ਕੰਮ ਕਰ ਸਕਦੇ ਹਾਂ। ਤਾਂ ਦੂਜਾ ਜਿਹੜੀ ਇਹ ਹੈਗੀ ਆ ਉਹ ਹੈ ਇੰਪਲੋਇਮੈਂਟ, ਗੇਨਫੁਲ ਇੰਪਲੋਇਮੈਂਟ ਵਾਸਤੇ ਬੱਚਿਆਂ ਨੂੰ ਤਿਆਰ ਕਰਨਾ, ਉਹਨਾਂ ਨੂੰ ਟ੍ਰੇਨਿੰਗ ਦੇਣੀ ਔਰ ਉਹਨਾਂ ਨੂੰ ਜਿਹੜਾ ਲੋਨ ਦੇਣਾ ਜਾਂ ਕਾਰੋਬਾਰ ਦੇ ਵਿੱਚ ਲਾਉਣਾ, ਜਿਹਦੇ ਲਈ ਇਹ ਦੂਜਾ ਕੰਮ ਹੈ, ਜਿਹਦੇ ਸਾਡੇ ਕੋਲ ਈਵਨ 20 ਲੱਖ ਰੁਪਏ ਤੱਕ ਦਾ ਜਿਹੜਾ ਲੋਨ ਹੈ ਅਸੀਂ 6% ਇੰਟਰਸਟ ਤੇ ਦਿੰਦੇ ਹਾਂ। ਜੇ ਬੀਬੀਆਂ ਨੇ ਇਹ ਲੋਨ ਲੈਣਾ ਹੋਵੇ ਤੇ 3% ਇੰਟਰਸਟ ਤੇ ਹੈ। ਜੇ 30 ਲੱਖ ਦਾ ਲੋਨ ਹੈ ਉਹ 8% ਤੇ ਹੈ। ਜਦੋਂ ਬੰਦਾ ਟ੍ਰੇਨਿੰਗ ਲੈਂਦਾ ਹੈ ਅਸੀਂ ਤਾਂ ਵੀ 4000 ਰੁਪਇਆ ਮਹੀਨਾ ਉਹਨੂੰ ਦਿੰਦੇ ਆ ਤਾਂ ਕਿ ਉਹ ਕਿਸੇ ਵੀ ਕੰਮ ਸਿੱਖਣ ਲਈ ਟ੍ਰੇਨਿੰਗ ਲੈ ਲੈ। ਹੁਨਰ ਹਾਟ ਹੈਗੀਆਂ, ਜਿਹੜਾ ਸਾਡਾ ਆਪਣਾ ਕਲਚਰ ਹੈ, ਜਿਵੇਂ ਪੰਜਾਬ ਦੀਆਂ ਫੁਲਕਾਰੀਆਂ ਬਣਾਉਣੀਆਂ, ਦੂਜੀਆਂ ਬਣਾਉਣੀਆਂ, ਇਹ ਬਣਾਉਣੀਆਂ, ਇਹਨਾਂ ਦੀ ਸੇਲ ਵਾਸਤੇ ਵੀ ਅਸੀਂ ਪ੍ਰਬੰਧ ਕਰਕੇ ਦਿੰਦੇ ਹਾਂ। ਤੀਜੀ ਚੀਜ਼ ਹੈ ਇਕੁਐਲਿਟੀ ਬਿਫੋਰ ਲਾਅ। ਸਿੱਖਾਂ ਜਾਂ ਸਿੱਖ ਕੀ 6 ਧਰਮ ਹੈ, ਈਸਾਈ ਹੈ, ਪਾਰਸੀ ਹੈ, ਬੋਧੀ ਹੈ, ਜੈਨੀ ਹੈਗੇ ਆ, ਮੁਸਲਿਮ ਹੈਗੇ ਆ ਤੇ ਸਿੱਖ ਹੈਗੇ ਆ। ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਲਾਅ ਦੇ ਬਿਫੋਰ। ਤੇ ਉਹਦੇ ਲਈ ਲਾਅ ਆਫ ਇਕੁਐਲਿਟੀ ਜਿਹੜਾ ਆ ਸਾਡਾ, ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰੀਦਾ ਜਿੱਥੇ ਇਸ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਹੋਵੇ, ਕਿਸੇ ਨਾਲ ਕੋਈ ਜਾਤੀ ਹੋਵੇ, ਕੋਈ ਧਰਮ ਨਾਲ ਦੇ ਵਿੱਚ ਇੰਟਰਫੀਰੈਂਸ ਹੋਵੇ, ਤੇ ਅਸੀਂ ਉਹਦੇ 'ਚ ਇੰਟਰਵੀਨ ਕਰੀਦਾ। ਇਹ ਜਿਹੜੇ 3 ਕੰਮ ਹੈ ਸਾਡੇ ਮੇਨ ਮੁੱਦੇ ਆ। ਫਿਰ ਚੌਥੀ ਗੱਲ ਹੈ ਇਹਦਾ ਕਮਿਊਨਿਟੀ ਦਾ ਵਿਕਾਸ ਕਿਵੇਂ ਹੋਵੇ, ਇਹਨਾਂ ਬਾਰੇ ਰਿਸਰਚ ਕਿਵੇਂ ਕਰੀਏ। ਜਿਵੇਂ ਸਾਡੇ ਸਿਕਲੀਗਰ ਤੇ ਬਣਜਾਰੇ ਆ, ਉਹਨਾਂ ਵੀਰਾਂ ਬਾਰੇ ਪੜਤਾਲ ਕਰਕੇ ਸਰਕਾਰ ਦੇ ਧਿਆਨ 'ਚ ਲਿਆਈਏ ਵੀ ਇਹਨਾਂ ਲਈ ਤੁਹਾਨੂੰ ਆਹ ਕੁਛ ਕਰਨਾ ਚਾਹੀਦਾ, ਜਾਂ ਉਹ ਵੀ ਸਾਡਾ ਡਿਊਟੀ ਦਾ ਹਿੱਸਾ ਆ। ਤੇ ਇਸ ਤਰ੍ਹਾਂ ਦੇ ਕੰਮ ਅਸੀਂ ਸਾਰੇ ਕਰਦੇ। ਤੁਸੀਂ ਸਿਕਲੀਗਰ ਵਣਜਾਰਿਆਂ ਦੀ ਗੱਲ ਕੀਤੀ ਆ, ਸਿੱਖੀ ਦਾ ਤੁਸੀਂ ਸਿੱਖੀ ਬਾਰੇ ਵੀ ਸਟੱਡੀ ਕੀਤੀ। ਸਿੱਖੀ ਦਾ ਇੱਕ ਬਹੁਤ ਅਹਿਮ ਪਾਰਟ ਸੀਗੇ ਸ਼ਾਇਦ, ਹਾਂਜੀ, ਸਿੱਖੀ ਦਾ ਇੱਕ ਬਹੁਤ ਅਹਿਮ ਪਾਰਟ ਸੀਗੇ ਸਿਕਲੀਗਰ ਵਣਜਾਰੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਤੁਰੇ ਆ ਨੰਦੇੜ ਤੋਂ, ਤੇ ਜਿਹੜੀ ਨਾਲ ਫੌਜ ਸੀ ਤੇ ਜਿਹੜੇ ਨਾਲ ਸਿੰਘ ਆਏ ਸੀ ਉਹ ਸਾਰੇ ਸਿਕਲੀਗਰ ਵਣਜਾਰੇ ਹੀ ਸੀ। ਅਸੀਂ ਸਾਡੇ ਇੱਕ ਵੀਰ ਹੈ ਗਗਨਦੀਪ ਸਿੰਘ ਹੁਣੀ, ਸ਼ਾਇਦ ਤੁਸੀਂ ਜਾਣਦੇ ਹੋ, ਕਰਨਾਲ 'ਚ ਕਮਿਸ਼ਨਰ ਵੀ ਹੈ, ਜੁਆਇੰਟ ਕਮਿਸ਼ਨਰ। ਉਹਨਾਂ ਨੇ ਕਾਫੀ ਰਿਸਰਚ ਕੀਤੀ ਹੈ ਇਸ ਟੌਪਿਕ ਦੇ ਉੱਤੇ। ਲੋਹਗੜ੍ਹ ਦੇ ਉੱਤੇ ਉਹਨਾਂ ਦੀ ਕਿਤਾਬ ਵੀ ਆਈ ਹੋਈ ਹੈ, ਲੋਹਗੜ੍ਹ। ਉਹ ਸਾਡੇ ਪ੍ਰੋਗਰਾਮ 'ਚ ਆਏ ਸੀ ਤੇ ਉਹਨਾਂ ਨੇ ਕਾਫੀ ਡਿਟੇਲ 'ਚ ਗੱਲ ਕੀਤੀ ਸੀ। ਪਰ ਕਿਤੇ ਨਾ ਕਿਤੇ ਸੀ ਉਹਨਾਂ ਨੂੰ ਸਿਕਲੀਗਰ ਵਣਜਾਰਿਆਂ ਨੂੰ ਸਿੱਖੀ ਨਾਲੋਂ ਵੀ ਤੋੜ ਦਿੱਤਾ। ਸਿਰਫ ਇਹ ਨਹੀਂ ਕਿ ਉਹ ਮਨੋਰਟੀਸ ਆ, ਉਹਨੂੰ ਅਸੀਂ ਸਿੱਖ ਮੰਨਣ ਨੂੰ ਤਿਆਰ ਨਹੀਂ ਉਹਨਾਂ ਨੂੰ। ਹਾਲਾਂਕਿ ਉਹ ਇੱਕ ਇਹੋ ਜਿਹੀ ਕਮਿਊਨਿਟੀ ਹੈ ਜਿਨ੍ਹਾਂ ਨੇ ਆਪਣੇ ਕੇਸ ਹਾਲੇ ਤੱਕ ਸੰਭਾਲ ਕੇ ਰੱਖੇ ਹੋਏ ਆ, ਗੁਰੂ ਨਾਨਕ ਦੀ ਸੋਚ ਤੇ ਚੱਲਦੇ ਆ। ਸੋ ਤੁਸੀਂ ਇਹ ਦੱਸੋ ਵੀ ਤੁਹਾਡੇ ਇਹਦੇ ਵੱਲੋਂ ਨੈਸ਼ਨਲ ਕਮਿਸ਼ਨ ਵੱਲੋਂ ਕੋਈ ਸਿਕਲੀਗਰ ਵਣਜਾਰਿਆਂ ਬਾਰੇ ਕੋਈ ਖਾਸ ਪ੍ਰੋਗਰਾਮ ਰੱਖਿਆ ਗਿਆ ਹੋਵੇ? ਸਿੰਘ ਸਾਹਿਬ 2008 ਤੇ 2013 ਦੇ ਵਿੱਚ 2 ਰਿਸਰਚ ਜਿਹੜੀਆਂ ਸਿਕਲੀਗਰ ਵਣਜਾਰਿਆਂ ਬਾਰੇ ਮਾਈਨੋਰਟੀ ਕਮਿਸ਼ਨ ਨੇ ਕੀਤੀਆਂ ਸੀ, ਹਾਂਜੀ, ਤਾਂ ਕਿ ਇਹਨਾਂ ਨੂੰ ਅਸੀਂ ਚੰਗੇ ਪਾਸੇ ਲਾ ਸਕੀਏ। ਲੇਕਿਨ ਬਦਕਿਸਮਤੀ ਨਾਲ ਉਹਦੇ ਵਿੱਚ ਇਹ ਰਿਸਰਚ ਵਿੱਚ ਇਹ ਨਹੀਂ ਆਇਆ ਕਿ ਇਹਨਾਂ ਨੂੰ ਗਰੀਬੀ ਦੇ ਵਿੱਚੋਂ ਇਹਨਾਂ ਨੂੰ ਆਮ ਜਿਹੜੇ ਅੱਛੇ ਲਾਹੇਵੰਦ ਰੁਜ਼ਗਾਰ ਬਣਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ। ਸੋ ਮੈਂ ਪਹਿਲਾਂ ਆ ਕੇ ਇਹਨੂੰ ਕਢਾਈ ਆ ਫਾਈਲ, ਉਹਦੇ ਉੱਤੇ ਡਿਊਟੀ ਲਾਈ ਹੈ। ਡਿਊਟੀ ਕੀ, ਇੱਕ ਕਮਿਸ਼ਨ ਹੋਰ ਬਿਠਾਇਆ ਇੱਕ ਚੀਫ ਸੈਕਟਰੀ ਦੇ ਨਾਲ, ਦੂਜੇ ਉਹਨਾਂ ਦੇ ਪ੍ਰੋਫੈਸਰ ਵਗੈਰਾ ਦੂਜੇ ਨੋਟ ਲਾ ਕੇ ਕਿ ਇਹਨਾਂ ਦੀ ਤੁਹਾਡਾ ਡਾਟਾ ਤਾਂ ਸਾਡੇ ਕੋਲ ਆ ਗਿਆ ਵੀ ਮਹਾਰਾਸ਼ਟਰ 'ਚ ਹੈਗੇ ਆ, ਮੱਧ ਪ੍ਰਦੇਸ਼ ਹੈਗੇ ਆ, ਦੂਜੀ ਜਗ੍ਹਾ ਹੈਗੇ ਆ, ਰਾਜਸਥਾਨ 'ਚ ਹੈਗੇ ਆ, ਦਿੱਲੀ 'ਚ ਹੈਗੇ ਆ, ਲੇਕਿਨ ਇਹਨਾਂ ਨੂੰ ਕਾਰੋਬਾਰ ਦੇ ਵਿੱਚ ਕਿਵੇਂ ਮਦਦ ਕਰੀਏ, ਕਿਸ ਤਰ੍ਹਾਂ ਇਹਨਾਂ ਨੂੰ ਇੰਪਲੋਇਮੈਂਟ ਲੈ ਕੇ ਦੇਈਏ, ਕਿਹੜੀ ਸਰਕਾਰ ਨਾਲ ਗੱਲ ਕਰੀਏ। ਉਹ ਸੁਜੈਸ਼ਨਸ ਅਸੀਂ 2 ਮਹੀਨੇ 'ਚ ਮੰਗੇ ਆ। ਜਿਉਂ ਹੀ ਉਹ ਸੁਜੈਸ਼ਨ ਆ ਜਾਂਦੇ ਆ ਅਸੀਂ ਮੱਧ ਪ੍ਰਦੇਸ਼ ਸਰਕਾਰ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਬੰਦੇ ਹਥਿਆਰ ਬਣਾਉਣਾ ਜਾਣਦੇ ਆ ਉਹਨਾਂ ਨੂੰ ਕੁਛ ਢੰਗ ਦੀ ਨੌਕਰੀ ਲੈ ਕੇ ਦਿੱਤੀ ਜਾਵੇ, ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾਵੇ, ਉਹ ਜੰਗਲਾਂ 'ਚ ਨਾ ਬਹਿਣ, ਆਮ ਸ਼ਹਿਰੀਆਂ ਦੀ ਤਰ੍ਹਾਂ ਇੱਜ਼ਤ ਨਾਲ ਉਹਨਾਂ ਨੂੰ ਮਕਾਨ ਵੀ ਲੈ ਕੇ ਦਿੱਤੇ ਜਾਣ। ਤੇ ਇਹ ਸਾਰਾ ਕੁਝ ਕਰਾਉਣ ਦਾ ਇੱਕ ਉਪਰਾਲਾ ਜਿਹੜਾ ਹੈ ਮੇਰੇ ਵੱਲੋਂ ਤੇ ਕਮਿਸ਼ਨ ਵੱਲੋਂ ਕੀਤਾ ਜਾਏਗਾ। ਬਿਲਕੁਲ ਜੀ। ਥੋੜਾ ਜਿਹਾ ਤੁਸੀਂ 2006 ਦਾ ਜਿਹੜਾ RTI ਐਕਟ ਆ ਉਹਦੇ ਬਾਰੇ ਵੀ ਦੱਸੋ। ਰਾਈਟ ਟੂ ਇਨਫੋਰਮੇਸ਼ਨ ਮੇਰਾ ਖਿਆਲ ਉਹ ਐਕਟ ਆ, ਉਹਦੇ ਬਾਰੇ ਵੀ ਥੋੜਾ ਜਿਹਾ ਸੰਖੇਪ ਵਿੱਚ ਦੱਸੋ ਵੀ ਉਹ ਕੀ ਆ।
ਦੇਖੋ ਰਾਈਟ ਆਫ ਇਨਫੋਰਮੇਸ਼ਨ ਹੈ ਸਿਵਾਏ ਵੈਰੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ ਸੰਬੰਧਿਤ ਹੋਵੇ, ਬਾਕੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਸਰਕਾਰ ਤੋਂ ਲੈ ਸਕਦੇ ਆ। ਸਾਡੇ ਕਮਿਸ਼ਨ ਬਾਰੇ ਵੀ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਤੇ ਇਹ ਵੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਦਰ ਆਉਂਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਲਈ ਜਾ ਸਕਦੀ ਹੈ, ਕਿਸੇ ਵੀ ਡਿਪਾਰਟਮੈਂਟ ਤੋਂ ਇਨਫੋਰਮੇਸ਼ਨ ਲਈ ਸਕਦੇ ਆ। ਲੇਕਿਨ ਦੇਸ਼ ਦੀ ਏਕਤਾ ਅਖੰਡਤਾ ਤੇ ਸਿਕਿਉਰਿਟੀ ਨਾਲ ਜਿਹੜੀ ਸੰਬੰਧਿਤ ਇਨਫੋਰਮੇਸ਼ਨ ਹੈ ਉਹ ਡਿਪਾਰਟਮੈਂਟ ਉਹਨੂੰ ਰੋਕ ਸਕਦੇ ਆ। ਠੀਕ, ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ ਭਾਜੀ, ਧੰਨਵਾਦ ਤੁਹਾਡਾ ਸਿੱਖ ਲੀਗਲ ਵਣਜਾਰਿਆਂ ਬਾਰੇ ਇਨਫੋਰਮੇਸ਼ਨ ਦੇਣ ਦਾ। ਅਗਲਾ ਸਵਾਲ ਸਾਡਾ ਇਹ ਚੱਲਦਾ ਆ ਵੀ ਸਿੱਖਾਂ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਆ ਜਾਂ ਉਹਨਾਂ ਤੇ ਜੋ ਜ਼ੁਲਮ ਹੋ ਰਿਹਾ ਆ, ਪਹਿਲਾਂ ਤਾਂ ਅਸੀਂ ਕਿਤੇ ਨਾ ਕਿਤੇ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਸੀ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਆ ਗਈ ਆ, ਉਹਦੇ ਕਰਕੇ ਉਹਨੇ ਆਪਣੀ ਵੋਟ ਬੈਂਕ ਪੱਕੀ ਕਰਨ ਨੂੰ ਜਿਹੜਾ ਸਾਰਾ ਇਹ ਕੰਮ ਕੀਤਾ, ਚਾਹੇ ਆਪਰੇਸ਼ਨ ਬਲੂ ਸਟਾਰ ਆ, ਚਾਹੇ ਜੋ ਵੀ ਪੰਜਾਬ ਦੇ ਵਿੱਚ ਵਾਪਰਿਆ, ਤੁਹਾਨੂੰ ਪਤਾ ਇਕੱਲੀ ਘਟਨਾ ਤੁਸੀਂ ਇਨਵੋਲਵ ਰਹੇ ਆ, ਉੱਥੇ ਤੁਹਾਡੇ ਸਾਹਮਣੇ ਹੁੰਦਾ ਰਿਹਾ ਸਾਰਾ ਕੁਝ। ਦੂਜੀ ਗੱਲ, ਹੁਣ ਜਦ ਦੀ ਬੀਜੇਪੀ ਵੀ ਆਈ ਆ, ਜਿੱਦਾਂ ਹੁਣ ਪਿਛਲੇ ਹਫ਼ਤੇ ਹੀ ਕਸ਼ਮੀਰ ਦੇ ਵਿੱਚ ਤੁਹਾਨੂੰ ਪਤਾ ਲੱਗਾ ਵੀ ਉੱਥੇ ਆਪਣੀ ਪ੍ਰਿੰਸੀਪਲ ਸਾਹਿਬਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ, ਮੇਰੇ ਖਿਆਲ ਇੱਕ ਹਿੰਦੂ ਜੈਂਟਲਮੈਨ ਨੂੰ ਵੀ ਗੋਲੀ ਮਾਰ ਦਿੱਤੀ ਗਈ। ਉਹ ਸਿੱਖਾਂ ਤੇ ਕਸ਼ਮੀਰ ਦੇ ਵਿੱਚ ਵੀ ਹਲੇ ਕੰਮ ਚੱਲ ਰਿਹਾ ਆ, ਜਦ ਕਿ ਜਿਹੜੀ ਧਾਰਾ ਉਹ ਵੀ ਹਟਾ ਦਿੱਤੀ ਗਈ ਆ। ਇੱਕ ਸਵਾਲ ਤਾਂ ਮੇਰਾ ਇਹ ਆ, ਇਹ ਤੇ ਜ਼ਰੂਰ ਤੁਸੀਂ ਦੱਸੋ ਵੀ ਆਪਾਂ ਮਿਨੋਰਟੀਜ਼ ਕੀ ਕਰ ਰਹੀ ਆ, ਕਿ ਇਹਦੇ ਉੱਪਰ ਕੀ ਕਰ ਸਕਦੇ ਜਾਂ ਕੀ ਕਰ ਰਹੀ ਆ ਸਰਕਾਰ। ਦੂਜੀ ਗੱਲ ਇੱਕ ਹੋ ਰਿਹਾ ਵੀ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਹੈ, ਆਪਾਂ ਨੂੰ ਪਤਾ ਵੀ ਜਦੋਂ ਇਹ ਮੂਵਮੈਂਟ ਚੱਲੀ ਆ, ਮੂਵਮੈਂਟ ਦੇ ਵਿੱਚ ਤੁਸੀਂ ਵੀ ਸਾਰਾ ਕੁਝ ਦੇਖਿਆ, ਤੁਸੀਂ ਅੰਮ੍ਰਿਤਸਰ 'ਚ ਵੀ ਰਹੇ ਆ, ਬਹੁਤ ਸਾਰੇ ਵੀਰ ਜਿਹੜੇ ਆ ਉਹ ਹੁਣ ਜੇਲ੍ਹਾਂ 'ਚ ਉਦੋਂ ਦੇ ਬੰਦ ਆ, ਉਹਨਾਂ ਦੀਆਂ ਮੇਰਾ ਖਿਆਲ ਟੈਕਨੀਕਲ ਤੌਰ ਤੇ ਸਜ਼ਾਵਾਂ ਨਹੀਂ ਖਤਮ ਕਿ ਉਮਰ ਕੈਦ ਆ, ਪਰ ਐਜ਼ ਏ ਪੋਲੀਟੀਕਲ ਪ੍ਰਿਜ਼ਨਰ ਇੰਨੇ ਚਿਰ ਦੇ ਬੰਦ ਆ। ਉਹਨਾਂ ਬਾਰੇ ਜਿੱਦਾਂ ਦਵਿੰਦਰਪਾਲ ਸਿੰਘ ਭੁੱਲਰ ਆ ਆਪਣੇ, ਜਾਂ ਆਪਣੇ ਰਾਜੋਆਣਾ ਜਾਂ ਹਵਾਰਾ ਆ, ਜਿੰਨੇ ਵੀ ਆਪਣੇ ਭਰਾ ਜਿਹੜੇ ਆ ਉਸ ਟਾਈਮ ਦੇ ਉਸ ਮੂਵਮੈਂਟ ਦੇ ਵਿੱਚ ਇਨਵੋਲਵ ਆ, ਹੁਣ ਉਹਨਾਂ ਵਾਸਤੇ ਆਪਾਂ ਕੀ ਕਰ ਰਹੇ ਹਾਂ ਵੀ ਜੇ ਆਪਾਂ ਘੱਟ ਤੋਂ ਘੱਟ, ਜੇ ਕਾਂਗਰਸ ਨੇ ਸਾਡੇ ਨਾਲ ਧੱਕਾ ਕੀਤਾ ਤੇ ਘੱਟ ਤੋਂ ਘੱਟ ਜੇ ਹੁਣ ਬੀਜੇਪੀ ਦੀ ਗੌਰਮੈਂਟ ਆ, ਜੇ ਵਾਕਿਆ ਹੀ ਸਿੱਖਾਂ ਲਈ ਆਪਾਂ ਨੂੰ ਕਹਿੰਦੇ 9 ਮਾਸ ਦਾ ਰਿਸ਼ਤਾ ਸਿੱਖਾਂ ਲਈ ਸਪੈਰਦੇ ਆ, ਕਿ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ, ਜਾਂ ਇਹ ਦੋ ਆਨਸਰ ਮੈਨੂੰ ਜ਼ਰੂਰ ਇਹਨਾਂ ਬਾਰੇ ਤੁਸੀਂ ਜੇ ਪ੍ਰੋਵਾਈਡ ਕਰ ਸਕੋ। ਸਿੰਘ ਸਾਹਿਬ, ਇਸ ਤਰ੍ਹਾਂ ਹੈ, ਆਪ ਜੀ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ। ਅਸੀਂ ਜਿਸ ਵੇਲੇ ਉਹ ਮਰਡਰ ਹੋਇਆ, ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਨੇ ਚੀਫ ਸੈਕਟਰੀ ਤੋਂ ਤੇ ਗਵਰਨਰ ਸਾਹਿਬ ਤੋਂ ਉਸੇ ਵੇਲੇ ਰਿਪੋਰਟ ਮੰਗੀ ਹੈ ਕਿ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ। ਸਾਡੇ ਕਮਿਸ਼ਨ ਦੇ ਜਿਹੜੇ ਜੂਨੀਅਰ ਅਫਸਰ ਹੈਗੇ ਆ ਉਹ ਮੌਕੇ ਤੇ ਜਾ ਕੇ ਆਏ ਆ। ਹੁਣ ਮੈਂ ਤੇ ਮੇਰੀ ਪੂਰੀ ਟੀਮ ਜਿਹੜੀ ਹੈ ਇਹ ਅਸੀਂ ਕਸ਼ਮੀਰ ਜਾਵਾਂਗੇ ਔਰ ਇਨਸ਼ੋਰ ਕਰਾਂਗੇ ਕਿ ਸਾਡੀ ਜਿਹੜੀ ਹੈ ਸਿਕਿਉਰਿਟੀ ਹੋਵੇ। ਇਹ ਗੱਲ ਇਹ ਅਸੀਂ ਇਟਸ ਔਨ ਆਵਰ ਏਜੰਡਾ, ਕਿਉਂਕਿ ਸਿੱਖਾਂ ਨਾਲ ਕਿਤੇ ਵੀ ਜ਼ੁਲਮ ਹੁੰਦਾ ਜਾਂ ਕੋਈ ਗੱਲ ਹੁੰਦੀ ਹੈ ਉੱਥੇ ਅਸੀਂ ਜ਼ਰੂਰ ਇੰਟਰਵੀਨ ਕਰ ਰਹੇ। ਇਕੱਲੇ ਸਿੱਖਾਂ ਨਾਲ ਨਹੀਂ, ਮੁਸਲਮਾਨ, ਬੋਧੀ, ਜੈਨੀ, ਪਾਰਸੀ, ਜਿਨ੍ਹਾਂ ਨਾਲ ਵੀ। ਲਖੀਮਪੁਰ ਖੇਰੀ ਦੀ ਘਟਨਾ ਹੋਈ, ਅਸੀਂ ਉੱਥੇ ਵੀ ਇੰਟਰਵੀਨ ਕੀਤਾ, ਗਵਰਨਮੈਂਟ ਨੂੰ ਆਖਿਆ ਰਿਪੋਰਟ ਭੇਜੋ ਸਾਨੂੰ, ਸਾਡੇ ਕੋਲ ਸਾਰੀਆਂ ਫਾਈਲਾਂ ਲੈ ਕੇ ਆਓ। ਸਾਡੇ ਸੈਕਟਰੀ ਸਾਹਿਬ ਜਿਹੜੇ ਕਮਿਸ਼ਨ ਦੇ ਹੈਗੇ ਆ ਉਹ ਵੀ ਚੀਫ ਸੈਕਟਰੀ ਰੈਂਕ ਦੇ ਹੁੰਦੇ ਆ, ਤੇ ਉਹ ਅੱਜ ਕੱਲ 15 ਤਰੀਕ ਨੂੰ ਉੱਥੇ ਗਏ ਹੋਏ ਸੀਗੇ ਤੇ ਯੂਪੀ ਦੇ ਵਿੱਚ ਲਖਨਊ ਦੇ ਵਿੱਚ ਚੀਫ ਸੈਕਟਰੀ ਨਾਲ ਮੀਟਿੰਗ ਵਾਸਤੇ। ਜਿਹੜਾ ਸ਼ਿਲੌਂਗ 'ਚ ਹੋਇਆ ਕਿ ਇਹਨਾਂ ਦੇ ਘਰਾਂ ਤੋਂ ਉੱਥੋਂ ਕੱਢਿਆ ਜਾਵੇ ਸਿੱਖਾਂ ਨੂੰ, ਉਹ ਮੈਂ 8 ਤਰੀਕ ਨੂੰ ਮੇਰੇ ਧਿਆਨ 'ਚ ਆਈ ਸੀ, 8 ਤਰੀਕ ਨੂੰ ਮੈਂ ਇਹਨੂੰ ਸਟੇ ਦੇ ਦਿੱਤਾ ਸੀ। ਹੁਣ ਬਾਕੀ ਗੱਲ ਰਾਜਨੀਤੀ ਦੀ ਹੈ, ਬਿਆਨਬਾਜ਼ੀ ਕੀ ਕਰਦੇ ਆ, ਗਰਾਊਂਡ ਤੇ ਕੋਈ ਕੰਮ ਕਰਦਾ ਵੀ ਹੈ ਕਿ ਨਹੀਂ ਕਰਦਾ, ਇਹ ਸਾਡੇ ਸਾਹਮਣੇ ਆ। ਮੈਨੂੰ ਪਤਾ ਹੈ ਕਿ ਜਦੋਂ ਅਸੀਂ ਸਟੇ ਦੇ ਦਿੱਤਾ ਫਿਰ ਦਮਗਜੇ ਮਾਰਨ ਦਾ, ਬਿਆਨ ਕਰਨ ਦਾ ਤਾਂ ਕੋਈ ਆਈਡੀਆ ਹੀ ਨਹੀਂ ਹੈਗਾ। ਅਖਬਾਰਾਂ ਭਰ ਦਿੱਤੀਆਂ ਵੀ ਹਮ ਜਾਏਂਗੇ, ਹਮ ਕरेंगे। ਜਦੋਂ ਇੱਕ ਅਦਾਲਤ ਨੇ ਹੁਕਮ ਪਾਸ ਕਰਤਾ ਫਿਰ ਤਾਂ ਤੁਸੀਂ ਆਓ ਸਾਡੇ ਨਾਲ ਦੇਖੀਏ ਵੀ ਆਪਾਂ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ, ਕਿਸ ਤਰ੍ਹਾਂ ਗੱਲ ਕਰ ਸਕਦੇ ਆ। ਸੋ ਇਹ ਚੀਜ਼ ਇੱਕ ਵੱਡੀ ਹੈ। ਇੱਕ 2 ਲੜਕੀਆਂ ਦਾ ਕਨਵਰਸ਼ਨ ਹੋਈ ਸੀ ਉੱਥੋਂ ਚੁੱਕ ਕੇ ਸ਼੍ਰੀਨਗਰ, ਇੱਕ ਕੁੜੀ ਤਾਂ ਉੱਥੇ ਹੀ ਰਹਿ ਗਈ, ਉਹ ਕਹਿੰਦੀ ਮੈਂ ਤਾਂ ਇਸਲਾਮ ਧਰਮ ਮੰਨ ਲਿਆ। ਦੂਜੀ ਕੁੜੀ ਆ ਗਈ ਦਿੱਲੀ, ਉਹਦੇ ਘਰ ਵਾਲੇ ਦਾ ਵਿਆਹ ਵੀ ਕਰਾਤਾ, ਉਹਨੂੰ ਉੱਥੇ ਨੌਕਰੀ ਵੀ ਦੇਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਇਲੈਕਸ਼ਨ ਹੋ ਕੇ ਹਟੀ ਆ ਉਹ ਕੁੜੀ ਦੁਬਾਰਾ ਮੁਸਲਮਾਨ ਬਣ ਗਈ ਜਾ ਕੇ। ਅਸੀਂ ਦੇਖੋ ਜਿਹੜੇ ਕੌਮ ਦੇ ਆਗੂ ਹੈ
ਕੌਮ ਦੇ ਆਗੂਆਂ ਦੀ ਵੀ ਕੁਝ ਜ਼ਿੰਮੇਵਾਰੀ ਹੈ। ਬਿਲਕੁਲ। ਹੁਣ ਮੇਰੇ ਧਿਆਨ 'ਚ ਜਥੇਦਾਰ ਸਾਹਿਬ ਨੇ ਲਿਆਂਦਾ ਸੀ, ਸਿੰਘ ਸਾਹਿਬ ਨੇ 2 ਦਿਨ ਪਹਿਲਾਂ, ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜ਼ਬਰਦਸਤੀ ਈਸਾਈ ਬਣਾਈ ਜਾ ਰਿਹਾ। ਤੇ ਮੈਂ ਚੀਫ ਸੈਕਟਰੀ ਪੰਜਾਬ ਦੀ ਡਿਊਟੀ ਲਾਈ ਹੈ ਕਿ ਇਹਦੇ ਬਾਰੇ ਇਨਕੁਆਇਰੀ ਕਰਕੇ ਰਿਪੋਰਟ ਸਾਨੂੰ ਭੇਜੇ ਵੀ ਪਿਛਲੇ 10 ਸਾਲ ਦੇ ਵਿੱਚ ਕਿੰਨੇ ਈਸਾਈ ਬਣੇ, ਕਿੰਨੇ ਚਰਚ ਬਣੇ। ਤੇ ਇਹ ਕਿਸੇ ਨੂੰ ਜ਼ਬਰਦਸਤੀ ਜਾਂ ਲਾਲਚ ਦੇ ਅਧੀਨ ਤਾਂ ਨਹੀਂ ਬਣਾਇਆ ਜਾ ਸਕਦਾ। ਲੇਕਿਨ ਮੈਂ ਇਹ ਵੀ ਨਾਲ ਚਿੰਤਾ ਦਾ ਜ਼ਿਕਰ ਕੀਤਾ ਸੀ ਕਿ ਇੱਥੇ ਸਾਡੀ 60% ਆਬਾਦੀ ਹੈ ਪੰਜਾਬ ਦੇ ਵਿੱਚ, 56.69% ਹੈ, 57-58% ਹੈ। ਅਸੀਂ ਹੁਣ ਜੇ ਸਾਡੇ ਸਾਨੂੰ ਅਸੀਂ ਮੈਜੋਰਟੀ 'ਚ ਹੁੰਦਿਆਂ ਹੋਇਆਂ ਸਾਡੇ ਪਰਿਵਾਰਾਂ ਦੇ ਵਿੱਚੋਂ ਲੋਕ ਈਸਾਈ ਬਣ ਰਹੇ ਆ, ਤੇ ਉਹਦੇ ਲਈ ਜ਼ਿੰਮੇਵਾਰ ਅਸੀਂ ਈਸਾਈਆਂ ਨੂੰ ਠਹਿਰਾਵਾਂਗੇ ਕਿ ਆਪਣਿਆਂ ਨੂੰ ਠਹਿਰਾਵਾਂਗੇ? Who is responsible for all this? ਹਾਂਜੀ, ਗੱਲ ਇਹ ਹੈ ਕਿ ਲੋਕਾਂ ਨੂੰ ਅਸੀਂ ਆਪਣੀ ਇਸ ਬਰਬਾਦੀ ਕੇ ਹਮ ਖੁਦ ਵੀ ਜ਼ਿੰਮੇਦਾਰ ਹੈ। ਇਹ ਕੌਣ ਜ਼ਿੰਮੇਵਾਰੀ ਲਏਗਾ? ਜਿਹੜੇ ਨੌਜਵਾਨਾਂ ਦੀ ਗੱਲ ਕਰਦੇ ਆ, ਇਹ ਮੇਰੇ ਕੋਲ ਭੁੱਲਰ ਸਾਹਿਬ ਦੇ ਬ੍ਰਦਰ ਜਿਹੜੇ ਤੁਹਾਡੇ ਕੋਲ ਕੈਲੀਫੋਰਨੀਆ 'ਚ ਹੀ ਰਹਿੰਦੇ ਆ, ਸ਼ਾਇਦ ਜਿੰਦਰਪਾਲ ਸਿੰਘ ਉਹਨਾਂ ਦਾ ਨਾਮ ਹੈਗਾ, ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ ਸੀਗੇ। ਉਹਨਾਂ ਦਾ ਕੇਸ ਵੀ ਮੈਂ ਟੇਕ ਅਪ ਕੀਤਾ। ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਕੈਦੀ ਆ, ਉਹਨਾਂ ਵਾਸਤੇ ਵੀ ਅਸੀਂ ਸਾਰਾ ਡਾਟਾ ਇਕੱਠਾ ਕਰਕੇ ਤੇ ਉਹ ਵੀ ਕੇਸ ਜਿਹੜਾ ਗਵਰਨਮੈਂਟ ਆਫ ਇੰਡੀਆ ਨਾਲ ਟੇਕ ਕਰਾਂਗੇ ਕਿ 30 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ, ਹੁਣ ਇਹਨਾਂ ਤੇ ਦਇਆ ਕਰਕੇ, ਇਨਸਾਫ ਕਰਕੇ ਤੇ ਇਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ। ਸੋ ਇਹ ਜਿਹੜੀ ਸਰਕਾਰ ਹੈ, ਇਹ 2 ਵਾਰੀ ਸਿੱਖ ਕਮਿਸ਼ਨ ਦਾ ਚੇਅਰਮੈਨ ਬਣਿਆ। ਪਹਿਲੀ ਵਾਰੀ ਸਰਦਾਰ ਤਰਲੋਚਨ ਸਿੰਘ ਬਣੇ ਸੀ, ਤੇ ਉਹ ਵੀ ਉਸ ਵੇਲੇ ਵਾਜਪਾਈ ਸਾਹਿਬ ਦੀ ਸਰਕਾਰ ਸੀ। ਦੂਜੀ ਵਾਰੀ ਇਹ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਮੌਕਾ ਦਿੱਤਾ, ਤੇ ਇਹ ਅਸੀਂ ਜਿਹੜੇ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਈਏ, ਸਿੱਖਾਂ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰੀਏ। ਇੱਕ ਲਾਈਨ ਮੈਂ ਵਿੱਚ ਹੋਰ ਕਹਿਣੀ ਚਾਹਾਂਗਾ ਕਿ ਸਾਰੇ ਭਾਰਤ ਦੀ ਜਿਹੜੀ ਹੈ ਨਾ ਅਨਇੰਪਲੋਇਮੈਂਟ ਦਰ 4.5% ਆ, ਤੇ ਸਿੱਖਾਂ ਦੀ ਹੈਗੀ ਆ 6.4%। ਸਿੱਖ ਜਿਹੜੇ ਆ ਖੁਦਕੁਸ਼ੀਆਂ ਕਰ ਰਹੇ ਆ ਪੰਜਾਬ 'ਚ ਖੇਤੀਬਾੜੀ ਤੇ। ਸਿੱਖ ਜਿਹੜੇ ਆ ਉਹ ਸਾਡੇ ਕਰਜ਼ੇ ਦੇ ਥੱਲੇ ਕੀ ਹੋ ਰਿਹਾ, ਮੁੰਡੇ ਸਾਰੇ ਭੱਜ ਕੇ ਵਿਦੇਸ਼ਾਂ ਨੂੰ ਚਲੇ ਗਏ, ਪੈਲੀਆਂ ਇੱਥੇ ਵੇਚਣ ਲੱਗ ਪਏ। ਕੋਈ ਤਾਂ ਜ਼ਿੰਮੇਵਾਰੀ ਲਵੇ, ਕੋਈ ਤਾਂ ਅੱਗੇ ਆਵੇ, ਕੋਈ ਤਾਂ ਇਹ ਗੱਲ ਕਰੇ ਕਿ ਆਓ ਲਿਆਓ ਸੰਵਾਦ ਰਚਾਈਏ। ਅਸੀਂ ਜਿਹੜੀ ਹੈ ਇਹਨੂੰ, ਸਾਨੂੰ ਇੰਨਾ ਪੈਸਾ ਦਿਓ ਇੰਡਸਟਰੀ ਵਾਸਤੇ, ਇੰਨਾ ਪੈਸੇ ਦਿਓ ਆਰਗੈਨਿਕ ਫਾਰਮਿੰਗ ਵਾਸਤੇ, ਆਪ ਜੀ ਕੋਲੋਂ ਟੈਕਨੀਕਲ ਨੌਲੇਜ ਲਈਏ। ਜਿਹੜੇ ਬਾਹਰਲੇ ਸਿੰਘ ਬੈਠੇ ਆ, ਜਿਨ੍ਹਾਂ ਨੇ ਇੱਥੇ 10-10 ਡਾਲਰ ਲੈ ਕੇ ਆਏ ਸੀ, ਹੁਣ ਜਿਹੜੇ ਆ ਬਿਲੀਅਨ ਤੇ ਟ੍ਰਿਲੀਅਨ ਡਾਲਰ ਦੀ ਜਾਇਦਾਦ ਟੁੱਟ ਬ੍ਰਦਰਸ ਨੇ ਤੇ ਦੂਜਿਆਂ ਨੇ ਬਣਾਈ ਹੈ। ਤੇ ਤੁਸੀਂ ਸਾਨੂੰ ਕੋਈ ਗਿਆਨ ਦਿਓ ਨਾ, ਤੁਹਾਡੇ ਰਾਹੀਂ ਅਸੀਂ ਕੋਈ ਤੁਹਾਡੇ ਗਿਆਨ ਦਾ ਫਾਇਦਾ ਉਠਾ ਕੇ ਇੱਥੇ ਅਸੀਂ ਵੀ ਪੰਜਾਬੀ ਸਿੱਖ ਜਿਹੜੇ ਆ ਉਹ ਤਰੱਕੀ ਕਰੀਏ। ਤੇ ਜਿਹੜੇ ਕਮਿਸ਼ਨ ਜੋ ਰੋਲ ਪਲੇ ਕਰ ਸਕਦਾ ਟ੍ਰੇਨਿੰਗ ਵਾਸਤੇ ਜਾਂ ਦੂਜੇ ਵਾਸਤੇ, ਹੁਣ ਮੈਨੂੰ ਜੈਦੀਆਂ ਨੇ ਬੁਲਾਇਆ ਸੀ ਪਿੱਛੇ ਹਫ਼ਤੇ 28 ਤਰੀਕ ਨੂੰ ਇੱਥੇ 7 ਤਰੀਕ ਨੂੰ ਬੰਬੇ। ਉੱਥੇ ਗੱਲ ਇਹ ਹੋਈ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਸਾਡੇ ਇਸ ਵਾਰੀ 30 ਮੁੰਡੇ ਤੇ ਕੁੜੀਆਂ IAS ਬਣੇ ਆ। ਗੱਲ ਆਪਾਂ ਵੇਖੀਏ ਵੀ ਸਿੱਖਾਂ ਦੇ 3 ਵੀ ਬਣੇ। ਜਿਹੜੀ ਕੌਮ ਦੀ એનર્ਜੀ ਹੈ, ਇਹਨੂੰ ਸਿੱਧੇ ਪਾਸੇ ਲਾਈਏ। ਅਸੀਂ ਵੀ ਕੌਮ ਦੇ ਹਾਕਮ ਬਣੀਏ, ਅੱਗੇ ਵਧੀਏ। ਸਾਡੇ ਜਰਨੈਲ ਵੀ ਰਹੇ ਆ, ਸਾਡਾ ਪ੍ਰਧਾਨ ਮੰਤਰੀ ਵੀ ਰਿਹਾ, ਸਾਡਾ ਰਾਸ਼ਟਰਪਤੀ ਵੀ ਰਿਹਾ, ਸਾਡੇ ਹੋਰ ਅਹੁਦਿਆਂ ਤੇ ਬੈਠੇ ਰਹੇ। ਆਪਾਂ ਮਿਲ ਕੇ ਜ਼ੋਰ ਲਾਈਏ ਕਿ ਆਪਣੀ ਕੌਮ ਨੂੰ ਅੱਗੇ ਵੱਧ ਲੈ ਸਕੀਏ। ਮੈਂ ਇਹ ਨਹੀਂ ਕਿ ਮੇਰੇ ਲਈ ਤਾਂ 6 ਕੌਮਾਂ ਜਿਹੜੀਆਂ ਘੱਟ ਗਿਣਤੀਆਂ ਬਰਾਬਰ ਆ, ਲੇਕਿਨ ਮੈਂ ਇੱਕ ਦੇ ਮੁਕਾਬਲੇ ਦੂਜੇ ਨੂੰ ਨਹੀਂ ਖੜਾ ਕਰ ਸਕਦਾ। ਇਹ ਤਾਂ ਮੈਂ ਜ਼ਰੂਰ ਕਰ ਸਕਦਾ ਕਿ ਜਿਸ ਕਮਿਊਨਿਟੀ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕਮਿਊਨਿਟੀ ਵੀ ਅੱਗੇ ਵਧੇ, ਇਹ ਜਿਹੜਾ ਸੰਵਾਦ ਦਾ ਰਾਹ ਅਪਣਾਵੇ, ਸਰਕਾਰ ਨਾਲ ਗੱਲ ਕਰੇ। ਅੱਜ ਮੈਨੂੰ ਇੱਕ ਸੀਨੀਅਰ ਜਰਨਲਿਸਟ ਦੱਸ ਰਿਹਾ ਸੀ ਕਿ ਕਿਸੇ ਵੇਲੇ ਅਸੀਂ ਗੱਲ ਕੀਤੀ ਵਾਜਪਾਈ ਸਾਹਿਬ ਨਾਲ ਕਿ ਜਿਹੜੀ ਸਿੱਖਾਂ ਦੀ ਕਾਲੀ ਸੂਚੀ ਹੈ ਇਹ ਖਤਮ ਕੀਤੀ ਜਾਵੇ। ਤੇ ਕਹਿੰਦੇ ਸੀ ਉਸ ਵੇਲੇ ਜਿਹੜੇ ਪੰਜਾਬ ਦਾ ਚੀਫ ਮਿਨਿਸਟਰ ਸੀ ਨਾ, ਉਹਨੇ ਕਹਿਤਾ ਨਾ ਜੀ ਨਾ, ਇਹ ਕਾਲੀ ਸੂਚੀ ਖਤਮ ਕਰਤੀ, ਇਹ ਨਹੀਂ ਮੁੜ ਕੇ ਸਾਡੇ ਗਾਲੀ ਪੈਣਾ। ਹੁਣ ਅੰਦਰ ਦੀਆਂ ਗੱਲਾਂ ਇਹ ਲੋਕਾਂ ਨੂੰ ਨਹੀਂ ਪਤਾ। ਜਿੰਦਾ ਜਾਗਦਾ ਜਰਨਲਿਸਟ ਹੈ, ਉਹ ਕਹਿ ਰਿਹਾ ਸੀ ਕਿ ਮੇਰੇ ਸਾਹਮਣੇ ਇਹ ਗੱਲ ਹੋਈ ਹੈ। ਹੁਣ ਅਸੀਂ ਕਰਦੇ ਕੁਛ ਹੋਰ ਹੈ, ਕਮਾਉਂਦੇ ਕੁਛ ਹੋਰ ਹੈਗੇ ਆ, ਤੇ ਇਹਦੇ ਨਾਲ ਜਿਹੜੀ ਹੈ ਨਾ ਕੌਮਾਂ ਦੀ ਤਰੱਕੀ ਨਹੀਂ ਕਰਦੀਆਂ।
ਸਾਡੇ ਬੇਰੁਜ਼ਗਾਰੀ ਵੱਧ ਰਹੀ ਹੈ, ਨੌਜਵਾਨ ਪੰਜਾਬ ਛੱਡ ਕੇ ਭੱਜ ਰਹੇ ਹੈ, ਸਰਕਾਰੀ ਅਹੁਦਿਆਂ ਤੇ ਉੱਤੇ ਕੋਈ ਸਿੱਖ ਕਿਰਦਾਰ, ਕੋਈ ਸਿੱਖ ਚਿਹਰੇ ਵਾਲਾ ਬੰਦਾ ਨਹੀਂ ਲੱਭਦਾ। ਇਹਦੇ ਲਈ ਜੇਕਰ ਇਹੋ ਹੀ ਹਾਲ ਰਿਹਾ ਤੇ ਸਾਡੀ ਕੌਮ ਜਿਹੜੀ ਹੈ ਬਹੁਤ ਪਿੱਛੇ ਚਲੀ ਜਾਏਗੀ। ਮੈਂ ਤਾਂ ਜਿਹੜਾ ਇਹ ਮੈਨੂੰ 3 ਸਾਲ ਦਾ ਮੌਕਾ ਮਿਲਿਆ, ਮੈਂ ਤਾਂ ਪੂਰਾ ਉਦਮ ਕਰਾਂਗਾ ਐਜੂਕੇਸ਼ਨ ਵਾਸਤੇ ਵੀ, ਇੰਪਲੋਇਮੈਂਟ ਵਾਸਤੇ ਵੀ, ਤੇ ਇਹਨਾਂ ਦੇ ਰਾਈਟਸ ਦੀ ਇਕੁਐਲਿਟੀ ਵਾਸਤੇ ਵੀ। ਲੇਕਿਨ ਜਿਹੜੀ ਹੈ ਜੇ ਸਾਰੀ ਕੌਮ ਇਹਦੇ ਵਾਸਤੇ ਜ਼ੋਰ ਲਾਵੇ ਤੇ ਅਸੀਂ ਬਹੁਤ ਅੱਗੇ ਨਿਕਲ ਸਕਦੇ। ਇੱਕ ਬਹੁਤ ਵਧੀਆ ਇੱਕ ਸਵਾਲ ਹੈ ਆਪਣਾ, ਜਿਹੜਾ ਵਿੱਚੋਂ ਆਪਾਂ ਕੈਦੀਆਂ ਦੀ ਰਿਹਾਈ ਦੀ ਗੱਲ ਕਰ ਰਹੇ ਸੀ। ਮੈਂ ਉਹੀ ਗੱਲ ਕਰਨ ਲੱਗਾ ਜਗਮੋਹਨ ਸਿੰਘ ਜੀ, ਮੈਂ ਪੜ੍ਹ ਹੀ ਦਿੰਦਾ ਕਮੈਂਟ। ਆਪਣਾ ਪ੍ਰੋਗਰਾਮ ਨਾ ਜਸਪਾਲ ਸਿੰਘ ਮੰਝਪੁਰ ਹੁਣੀ ਦੇਖ ਰਹੇ ਆ ਲਾਈਵ, ਤੇ ਉਹਨਾਂ ਦੇ 2-3 ਕਮੈਂਟ ਆਏ ਆ, ਕਿਉਂਕਿ ਉਹ ਬਹੁਤ ਦੇਰ ਤੋਂ ਕੰਮ ਕਰ ਰਹੇ ਆ ਇਸ ਟੌਪਿਕ ਦੇ, ਤੁਹਾਨੂੰ ਪਤਾ ਹੀ ਹੋਣਾ। ਉਹ ਕਹਿੰਦੇ ਵੀ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ 97 ਉਮਰ ਕੈਦੀਆਂ ਨੂੰ 20 ਸਾਲ ਤੋਂ ਵੱਧ ਕੈਦ ਕੱਟਣ ਕਰਕੇ ਜ਼ਮਾਨਤਾਂ ਦੇ ਦਿੱਤੀਆਂ ਹਨ। ਤੇ ਨਾਲ ਉਹਨਾਂ ਥੱਲੇ ਕਮੈਂਟ ਉਹਨਾਂ ਨੇ ਆਪਣਾ ਨੰਬਰ ਵੀ ਛੱਡਿਆ ਹੋਇਆ। ਉਹ ਕਹਿੰਦੇ ਮੇਰੇ ਕੋਲੋਂ ਤੁਸੀਂ ਡੇਟਾ ਲੈ ਲਓ, ਕਿਉਂਕਿ ਉਹਨਾਂ ਨੇ ਕਾਫੀ ਦੇਰ ਤੋਂ ਡੇਟਾ ਸਿੱਖ ਕੈਦੀਆਂ ਦਾ ਸੰਭਾਲ ਕੇ ਰੱਖਿਆ ਹੋਇਆ ਤੇ ਉਹ ਹਰੇਕ ਕੇਸ ਲੜਦੇ ਆ। ਸੋ ਮੈਂ ਜਗਮੋਹਨ ਸਿੰਘ ਉਹਨਾਂ ਨੂੰ ਕਹੂੰਗਾ ਉਹਨਾਂ ਦਾ ਨੰਬਰ ਤੁਹਾਡੇ ਕੋਲ ਜੇ ਨਹੀਂ ਹੈ ਤਾਂ ਤੁਹਾਨੂੰ ਭੇਜ ਦੇਣ। ਤੁਸੀਂ ਉੱਤੇ ਕੋਈ ਕਮੈਂਟ ਕਰਨਾ ਚਾਹੋ ਇਸ ਟਿੱਪਣੀ? ਮੈਂ ਜਿਹੜੇ ਚੰਡੀਗੜ੍ਹ 'ਚ ਕੰਮ ਕਰ ਰਹੇ ਇਹਨਾਂ ਵਾਸਤੇ, ਹਾਂਜੀ, ਜਿਹੜੇ ਲੁਧਿਆਣੇ 'ਚ ਕੰਮ ਕਰ ਰਹੇ ਆ, ਜਿਹੜੇ ਭੁੱਲਰ ਸਾਹਿਬ ਦੇ ਬ੍ਰਦਰ ਹੈਗੇ ਆ, ਉਹਨਾਂ ਨੇ ਮੈਨੂੰ ਈਮੇਲ ਭੇਜੀ ਹੈ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਿਹਦੇ ਕੋਲ ਭਾਈ ਡਾਟਾ ਹੈ, ਆਪਾਂ ਕੌਮ ਦਾ ਕੰਮ ਸਮਝ ਕੇ ਇਹਨੂੰ ਲਿਆਓ। ਤੇ ਕਿੰਨੀ ਦੇਰ ਤੋਂ ਉਹ ਜੇਲ੍ਹ 'ਚ ਹੈਗੇ ਆ, ਡੇਟ ਆਫ ਅਰੈਸਟ ਕੀ ਹੈਗੀ ਆ, ਤੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦਾ ਜੇਲ੍ਹ ਦਾ ਕੰਡਕਟ ਕੀ ਹੈਗਾ। ਤੇ ਕਿਸੇ ਗੱਲ ਤੇ ਮੰਝਪੁਰ ਸਾਹਿਬ ਵਕੀਲ ਹੈਗੇ ਆ, ਇਹ ਅੱਛੀ ਤਰ੍ਹਾਂ ਜਾਣਦੇ ਆ ਕਿ ਕਿਸੇ ਨੇ ਜੇ ਇਹਨਾਂ ਦੀ ਆਰਗੂਮੈਂਟ ਕਰਨਾ ਹੋਵੇ, ਮੈਂ ਤਾਂ ਸਿੱਖਾਂ ਦਾ ਵਕੀਲ ਬਣ ਕੇ ਖੜਾ ਹੋਵਾਂਗਾ। ਤੇ ਮੇਰੇ ਕੋਲ ਜੇ ਸਾਰਾ ਡਾਟਾ ਹੋਵੇ ਤੇ ਮੈਂ ਨਾਲ ਹੋ ਕੇ ਕਰਾਂਗਾ। ਮੰਝਪੁਰ ਸਾਹਿਬ ਦਾ ਧੰਨਵਾਦ ਹੈ ਜੇ ਉਹ ਮੇਰੇ ਨਾਲ ਸੰਪਰਕ ਕਰਨ। ਨੈਸ਼ਨਲ ਜਿਹੜਾ ਕਮਿਸ਼ਨ ਫਾਰ ਮਾਈਨੋਰਟੀਜ਼ ਦੀ ਜਿਹੜੀ ਵੈਬਸਾਈਟ ਹੈ ਉਹਦੇ 'ਚ ਇਨਫੋਰਮੇਸ਼ਨ ਭੇਜ ਦੇਣ, ਮੈਂ ਇਹਨਾਂ ਨੂੰ ਉਹਦਾ ਜਵਾਬ ਵੀ ਭੇਜ ਦਿਆਂਗਾ ਤੇ ਮੈਂ ਇਹਨਾਂ ਨੂੰ ਸਾਥ ਲੈ ਕੇ ਅੱਗੇ ਵੀ ਵਧਾਂਗਾ। ਧੰਨਵਾਦ ਭਾਜੀ। ਤੁਸੀਂ ਕੁਝ ਕਹਿਣਾ ਚਾਹੋ ਜਗਮੋਹਨ ਸਿੰਘ ਜੀ? ਹਾਂਜੀ ਬਿਲਕੁਲ ਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਧੰਨਵਾਦ। ਅਸੀਂ ਜਸਪਾਲ ਸਿੰਘ ਮੰਝਪੁਰਾਣਾ ਨੂੰ 2 ਵੀਕ ਪਹਿਲਾਂ ਆਪਣੇ ਪ੍ਰੋਗਰਾਮ ਤੇ ਲੈ ਕੇ ਆਂਦਾ ਸੀ, ਕਿ ਸਾਨੂੰ ਵੀ ਬਹੁਤ ਸਾਰੀ ਜਾਣਕਾਰੀ ਜਿਹੜੀ ਹੁੰਦੀ ਆ ਦਰਸ਼ਕਾਂ ਨੂੰ ਵੀ ਪਤਾ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਵੀ ਇਦਾਂ ਲੱਗਦਾ ਵੀ ਸ਼ਾਇਦ ਉਮਰ ਕੈਦ ਪੂਰੀ ਹੋ ਗਈ ਆ, ਕਿਉਂਕਿ ਪੋਲੀਟੀਕਲ ਪ੍ਰਿਜ਼ਨਰ ਹੋਣ ਕਰਕੇ ਉਹ ਕਹਿੰਦੇ ਸੀ ਵੀ ਟੈਕਨੀਕਲੀ ਜਿਹੜੀ ਆ ਵੀ ਕੈਦ ਪੂਰੀ ਨਹੀਂ ਹੋਈ, ਪਰ ਐਜ਼ ਏ ਪੋਲੀਟੀਕਲ ਪ੍ਰਿਜ਼ਨਰ ਆਪਾਂ ਕਹਿ ਲਈਏ ਵੀ ਇਹਦੇ ਵਿੱਚ ਮਾਫੀ ਦਿੱਤੀ ਜਾ ਸਕਦੀ ਆ, ਪਰ ਓਨਲੀ ਜੇ ਸਰਕਾਰ ਚਾਹੇ। ਸਰਕਾਰ ਦੇ ਉੱਪਰ ਡਿਪੈਂਡ ਹੈ ਵੀ ਉਹਨਾਂ ਨੂੰ ਜ਼ਮਾਨਤਾਂ ਮਿਲ ਜਾਣ, ਜਿਨ੍ਹਾਂ ਨੂੰ ਪੈਰੋਲ ਹਲੇ ਤੱਕ ਮਿਲੀ ਪੈਰੋਲ ਮਿਲ ਜਾਏ, ਜਿਨ੍ਹਾਂ ਦੀ ਪੱਕੀ ਰਿਹਾਈ ਹੋ ਸਕਦੀ ਹੈ ਉਹਦੀ ਪੱਕੀ ਰਿਹਾਈ ਹੋ ਜਾਏ। ਮੇਰਾ ਖਿਆਲ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਵੀ ਇਹ ਆਰਡਰ ਭੇਜਿਆ ਸੀਗਾ। ਸੋ ਉਹਨਾਂ ਨੇ ਮੰਝਪੁਰ ਹੁਣਾਂ ਦਾ ਜਵਾਬ ਆ ਗਿਆ, ਕਹਿੰਦੇ ਜਲਦੀ ਹੀ ਭੇਜ ਦਿਆਂਗੇ ਜੀ। ਧੰਨਵਾਦ। ਤੇ ਵੀਰ ਇਕਬਾਲ ਸਿੰਘ, ਸਰਦਾਰ ਇਕਬਾਲ ਸਿੰਘ ਹੁਣਾਂ ਜੀ, ਤੁਹਾਨੂੰ ਮੈਂ ਉਹਨਾਂ ਦਾ ਫੋਨ ਨੰਬਰ ਹੀ ਭੇਜੂੰਗਾ ਮੰਝਪੁਰ ਸਾਹਿਬ ਦਾ, ਤੇ ਤੁਹਾਡਾ ਉਹਨਾਂ ਨੂੰ ਸ਼ੇਅਰ ਕਰ ਦੂੰਗਾ ਜਿਹੜੀ ਤੁਹਾਡੀ ਗੱਲਬਾਤ ਹੋ ਸਕੇਗਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਹਾਂਜੀ ਵੀਰਵਿੰਦਰ ਸਿੰਘ ਜੀ, ਅਗਲਾ ਸਵਾਲ ਤੁਹਾਡਾ। ਹਾਂਜੀ, ਮੈਂ ਸਵਾਲ ਤਾਂ ਹੋਰ ਲਿਖਿਆ ਸੀ, ਪਰ ਇੱਕ ਸਵਾਲ ਹੋਰ ਵਿੱਚੋਂ ਨਿਕਲ ਕੇ ਆਇਆ, ਉਹ ਮੈਂ ਜ਼ਰੂਰ ਪੁੱਛਣਾ ਆ। ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਵੀ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਅਸੀਂ ਨੰਬਰ ਵੀ ਦੱਸਣ ਲੱਗ ਪਏ ਨੇ, 90%, 95%। ਪਰ ਆਪਾਂ ਉਹ ਗੱਲ ਹੀ ਕਿਉਂ ਕਰਦੇ? ਜੇ ਆਪਾਂ ਅੱਜ ਦੀ ਗੱਲ ਕਰੀਏ, ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਕਤਲ ਹੋਏ ਛੱਤੀਸਪੁਰਾ ਦੇ ਵਿੱਚ, ਉਹ ਵੀ ਸਿੱਖਾਂ ਦਾ ਹੋਇਆ। ਜੇ ਫੌਜੀ ਮਰਦੇ ਆ ਤੇ ਉਹ ਵੀ ਸਿੱਖ ਹੀ ਮਰਦੇ ਆ, ਤੇ ਜਿਹੜੇ ਸਾਹਮਣੇ ਮਰਦੇ ਆ ਉਹ ਵੀ ਸਿੱਖ ਹੀ ਮਰਦੇ ਆ। ਇਹ ਕਿਉਂ ਇਦਾਂ ਹੁੰਦਾ ਆ? ਕੀ ਫੌਜ ਦੇ ਵਿੱਚ ਸਿਰਫ ਸਿੱਖ ਹੀ ਭਰਤੀ ਆ? ਜੇ ਚਾਈਨਾ ਦੇ ਬਾਰਡਰ ਉੱਤੇ ਮਰਦੇ ਆ ਤੇ ਉੱਥੇ ਵੀ ਸਿੱਖ ਹੀ ਮਰਦੇ ਆ। ਜੇ ਹੁਣ 5 ਸ਼ਹੀਦੀਆਂ ਹੋਈਆਂ, ਤੁਸੀਂ ਵੀ ਆਪਣੇ ਪੇਜ ਤੇ ਸ਼ੇਅਰ ਕੀਤਾ, 5 ਦੀ ਫੋਟੋ ਸ਼ੇਅਰ ਕੀਤੀ ਆ, ਉਹ ਸਿੱਖ ਹੀ ਕਿਉਂ ਮਰਦੇ ਆ ਹਰ ਥਾਂ ਦੇ ਉੱਤੇ? ਇਹ ਕੀ ਕਾਰਨ ਆ? ਤੁਹਾਨੂੰ ਇਹਦੇ ਪਿੱਛੇ ਕੀ ਦਿਖਦਾ ਆ? ਭਾਰਤ ਦੀ ਫੌਜ ਦੀ ਗਿਣਤੀ ਸਿੰਘ ਸਾਹਿਬ 14 ਲੱਖ ਹੈ। ਹਾਂਜੀ, ਤੇ ਸਿੱਖ ਜਿਹੜੇ ਸਿੱਖ ਹੈ ਉਹਦੇ 70,000 ਸਿੱਖ ਇੰਪਲੋਇਡ ਹੈ। ਤੇ ਸਿੱਖ ਵੀ ਮਰਦੇ ਆ, ਦੂਜੇ ਫੌਜੀ ਵੀ ਮਰਦੇ ਆ। ਲੇਕਿਨ ਚਿੰਤਾ ਦਾ ਵਿਸ਼ਾ ਹੈ ਕਿ ਸਾਡੀ ਆਬਾਦੀ ਬੜੀ ਘੱਟ ਹੈ, ਤੇ ਅਸੀਂ ਜਿਹੜੇ ਸਾਡੇ ਕੌਮ ਦੇ ਜਿਹੜੇ ਨੌਜਵਾਨ ਹੈ ਇਹ ਸ਼ਹੀਦ ਹੋ ਰਹੇ ਆ। ਇਹਨਾਂ ਨੂੰ ਇਹ ਜਿਹੜੀ ਹੈ ਇਹ ਇਟਸ ਅ ਮੈਟਰ ਆਫ ਕੰਸਰਨ ਫॉर ਅਸ, ਕਿਉਂਕਿ ਹੋਰ ਕੋਈ ਇੰਪਲੋਇਮੈਂਟ ਹੀ ਹੈ ਨਹੀਂ। ਤੇ ਮੁੰਡੇ ਜਿਹੜੇ ਆ ਥੋੜੀ ਬਹੁਤੀ 10ਵੀਂ 12ਵੀਂ ਕਰਦੇ ਆ, ਉਹ ਕਹਿੰਦੇ ਯਾਰ ਅਸੀਂ ਫੌਜ 'ਚ ਭਰਤੀ ਹੋਈਏ ਤੇ ਅੱਗੇ ਨਿਕਲੀਏ, ਕਿਉਂਕਿ ਪੁਲਿਸ ਵਾਲਾ ਰਾਹ ਤਾਂ ਹੁਣ ਹੋ ਗਿਆ ਬੰਦ। ਇੱਥੇ ਤਾਂ ਹੁਣ ਰੌਲਾ ਪੈਂਦਾ ਕਿ ਬਿਹਾਰ ਤੋਂ ਤੇ ਯੂਪੀ ਤੋਂ ਤੇ ਫਲਾਣੇ ਜੋ ਆ ਕੇ ਇੱਥੇ ਭਰਤੀ ਹੋਣੀ ਸ਼ੁਰੂ ਹੋ ਗਏ ਆ।
ਮੈਂ ਅੱਜ ਤੋਂ 12-14 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਸਿੰਘੋ ਖਬਰਦਾਰ। ਹੂੰ ਮੈਂ ਇਹ ਵੀ ਲਿਖਿਆ ਸੀ ਕਿ 2010 ਤੋਂ ਬਾਅਦ ਜਿਸ ਦਿਨ ਐਨਪੀਐਸ ਔਲਖ ਰਿਟਾਇਰ ਹੋ ਜਾਏਗਾ, ਅਗਲੇ 35 ਸਾਲ ਸਿੱਖ ਡੀਜੀਪੀ ਨਹੀਂ ਲੱਗਣਾ, ਤੇ ਨਾ ਜੇ ਲੱਗਣਾ ਜੇ ਸਿੱਖ ਚੀਫ ਸੈਕਟਰੀ ਪੰਜਾਬ ਦੇ ਵਿੱਚ। ਜੇ ਪੰਜਾਬ ਦੇ ਵਿੱਚ ਅਸੀਂ ਸ਼ਕਤੀ ਤੋਂ ਬਾਹਰ ਹੋ ਜਾਵਾਂਗੇ ਤੇ ਸਾਰੀ ਦੁਨੀਆ 'ਚ ਪਿੱਛੇ ਪੈ ਜਾਵਾਂਗੇ। ਇਹ ਅੱਜ ਹੋ ਗਿਆ, ਤੇ ਕੋਈ ਸਿੱਖ ਜਿਹੜਾ ਹੈ ਉਹ ਚਿਹਰਾ ਨਹੀਂ ਜਿਹੜਾ ਡੀਜੀਪੀ ਲੱਗ ਸਕੇ। ਸੀਨੀਅਰਟੀ 'ਚ ਨਹੀਂ ਆਉਂਦਾ, ਨੌਕਰੀ 'ਚ ਹੀ ਹੈ ਨਹੀਂ। ਜਦ ਕਿ 1980 ਦੇ ਵਿੱਚ ਪਹਿਲੇ 18 ਦੇ ਵਿੱਚੋਂ 15 ਸਿੱਖ ਚਿਹਰੇ ਸੀ, ਔਰ ਜਿਹੜੇ ਇੱਕ ਸਿੱਖ ਬਦਲਦਾ ਸੀ, ਦੂਜਾ ਸਿੱਖ ਉਹਦੀ ਥਾਂ ਆ ਜਾਂਦਾ ਸੀਗਾ। ਹੁਣ ਅਸੀਂ ਸੰਘਰਸ਼ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ, ਆਪਣੇ ਬੱਚਿਆਂ ਦੀ ਡਿਵੈਲਪਮੈਂਟ ਹੈ, ਉਹਨੂੰ ਪਿੱਛੇ ਪਾ ਦਿੱਤਾ। ਬਿਲਕੁਲ ਜੀ। ਸਰਦਾਰ ਇਕਬਾਲ ਸਿੰਘ ਜੀ, ਇੱਕ ਹੋਰ, ਕਿਉਂਕਿ ਅਸੀਂ ਕਮੈਂਟਾਂ ਵੀ ਕਈ ਵਾਰ ਪੜ੍ਹ ਲੈਂਦੇ, ਕਈ ਵਾਰ ਸੂਝਵਾਨ ਵੀਰ ਕਈ ਆਪਣੇ ਬਹੁਤ ਕਮੈਂਟ ਲਿਖਦੇ ਆ, ਤੇ ਉਹਨਾਂ ਨੇ ਕਿਹਾ ਵੀ ਕਸ਼ਮੀਰ ਵਿੱਚ ਗੁਰਸ਼ਰਨ ਸਿੰਘ ਚੀਮਾ ਕਲਾਂ ਨੇ, ਕਿਉਂਕਿ ਇਸ ਟਾਈਮ ਇਹ ਕਸ਼ਮੀਰ ਦੇ ਵਿੱਚ ਐਜ਼ ਏ ਸਿੱਖ ਪ੍ਰਚਾਰਕ ਕੰਮ ਕਰ ਰਿਹਾ ਉੱਥੇ, ਤਾਂ ਇਹਨਾਂ ਨੇ ਕਿਹਾ ਵੀ ਕਸ਼ਮੀਰ ਵਿੱਚ ਘੱਟ ਗਿਣਤੀਆਂ ਸਟੇਟਸ ਸਿੱਖਾਂ ਨੂੰ ਅੱਜ ਤੱਕ ਕਸ਼ਮੀਰ ਵਿੱਚ ਨਹੀਂ ਮਿਲਿਆ। ਕਿਉਂ? ਕਸ਼ਮੀਰ ਵਿੱਚ ਸਿੱਖ ਡਟੇ ਹਨ ਉੱਥੇ ਫਿਰ ਵੀ, ਜਦ ਕਿ ਕਸ਼ਮੀਰੀ ਪੰਡਤਾਂ ਨੂੰ ਹਰ ਸਹੂਲਤਾਂ ਉੱਥੇ ਹਨ। ਪਰ ਮਤਲਬ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਕਸ਼ਮੀਰੀ ਪੰਡਤ ਆ ਉਹਨਾਂ ਨੂੰ ਉੱਥੇ ਪ੍ਰਾਇਓਰਟੀ ਆ ਹਰ ਸਹੂਲਤਾਂ, ਪਰ ਸਿੱਖਾਂ ਨੂੰ ਐਜ਼ ਏ ਘੱਟ ਗਿਣਤੀ ਕਿਉਂ ਨਹੀਂ ਮੰਨਿਆ ਗਿਆ ਉੱਥੇ, ਉਹਨਾਂ ਲਈ ਕਿਉਂ ਸਹੂਲਤਾਂ ਨਹੀਂ? ਇਹ ਉਹਨਾਂ ਦਾ ਸਵਾਲ ਹੈ, ਸ਼ਾਇਦ ਤੁਸੀਂ ਇਹਨੂੰ ਐਡਰੈਸ ਕਰ ਸਕੋ। ਹਾਂ, ਇਹ ਮੈਂ ਜਿਹੜੇ ਪੂਰੇ ਭਾਰਤ ਦੀਆਂ ਸਰਕਾਰਾਂ ਨੂੰ ਇਹ ਲਿਖਿਆ ਕਿ ਤੁਸੀਂ ਦੱਸੋ ਕਿ ਮਾਈਨੋਰਿਟੀ ਕਮਿਸ਼ਨ ਆਪਣੇ ਸਟੇਟਾਂ 'ਚ ਬਣਾਤਾ ਹੈ, ਔਰ ਜੇ ਬਣਾਇਆ ਤੇ ਕੀ 6 ਧਰਮਾਂ ਦੇ ਲੋਕ ਜਿਹੜੇ ਹੈਗੇ ਆ ਇਹਨਾਂ ਨੂੰ ਉਹਦੇ ਮੈਂਬਰ ਬਣਾਤਾ। ਸੋ ਮੈਂ ਸ਼ੋਰ ਕਰਾਂਗਾ ਕਿ ਸਾਰਿਆਂ ਨੂੰ ਪਹਿਲਾਂ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਸੀ, ਇਹ ਜਿਹੜਾ ਮਾਈਨੋਰਿਟੀ ਕਮਿਸ਼ਨ ਹੈ ਇਹ ਵੀ ਉੱਥੇ ਲਾਗੂ ਨਹੀਂ ਸੀ। ਤੇ ਹੁਣ ਜਿਹੜਾ ਆ, ਕਿਉਂਕਿ ਇਹ 370 ਹਟ ਗਈ ਹੈ ਤੇ ਭਾਰਤ ਦਾ ਸੰਵਿਧਾਨ ਉੱਥੇ ਲਾਗੂ ਹੋ ਗਿਆ, ਤੇ ਮੈਂ ਉਹਨਾਂ ਨੂੰ ਲਿਖ ਕੇ ਹੀ ਆਰਡਰ ਕਰ ਦਿੱਤੇ ਆ, ਜਿਹੜੇ ਵੀਰ ਨੂੰ ਚਾਹੀਦੀ ਹੋਵੇ ਕਾਪੀ ਮੇਰੇ ਦਫ਼ਤਰੋਂ ਲੈ ਵੀ ਸਕਦਾ। ਠੀਕ। ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਇਸੇ ਟਾਪਿਕ ਦੇ ਉੱਤੇ ਪੁੱਛਣਾ ਚਾਹੁੰਦਾ ਆ, ਤੁਹਾਨੂੰ ਕੀ ਕਾਰਨ ਲੱਗਦਾ, ਕਿਉਂਕਿ ਬਹੁਤ ਜ਼ਰੂਰੀ ਮੁੱਦਾ ਆ ਇਹ, ਕਿ ਆਪਾਂ ਜੇ 20 ਸਾਲ ਜਾਂ 25 ਸਾਲ ਪਿੱਛੇ ਚੱਲ ਜਾਈਏ ਤੇ ਹਰ IAS ਆਫਿਸਰ, ਹਰ IPS ਆਫਿਸਰ, ਆਰਮੀ ਦੇ ਵਿੱਚ ਕਰਨਲ, ਜਨਰਲ, ਬ੍ਰਿਗੇਡੀਅਰ, ਜਿੰਨੇ ਦਿਖਦੇ ਸੀ ਸਿੱਖ ਚਿਹਰੇ ਦਿਸਦੇ ਸੀ। ਅੱਜ ਉਹਨਾਂ ਦੇ ਹੀ ਅੱਗੋਂ ਜਿਹੜੇ ਬੱਚੇ ਆ ਉਹ ਬਾਹਰ ਨਿਕਲ ਆਏ ਆ, ਇੱਥੇ ਸੈਟਲ ਹੋ ਗਏ ਆ। ਤੁਹਾਨੂੰ ਕੀ ਕਾਰਨ ਲੱਗਦਾ, ਇਹਨੂੰ ਕਿਸ ਤਰ੍ਹਾਂ ਰੁਕਿਆ ਜਾ ਸਕਦਾ? ਜੋ ਕੁਝ ਚੱਲ ਰਿਹਾ, ਜੇ ਤਾਂ ਇੱਦਾਂ ਹੀ ਚੱਲਦਾ ਰਿਹਾ ਤੇ ਫਿਰ ਤੇ ਮੈਨੂੰ ਲੱਗਦਾ ਵੀ ਜਿਹੜੀ ਰਹਿੰਦੀ ਰਹਿੰਦ ਖੂੰਹਦ ਆ ਉਹ ਵੀ ਬਾਹਰ ਆ ਜਾਣੀ ਆ। 1978 ਤੋਂ ਲੈ ਕੇ ਨਾ ਜੀ, ਬਲਕਿ 1980 ਤੋਂ ਹਾਂਜੀ, ਜਿਹੜੀਆਂ ਸਾਡੀਆਂ ਐਜੀਟੇਸ਼ਨਸ ਚੱਲੀਆਂ, ਬਲਕਿ 47 ਤੋਂ ਲੈ ਕੇ ਅਸੀਂ ਐਜੀਟੇਸ਼ਨ ਸ਼ੁਰੂ ਕਰਨੀ ਜਾਣਦੇ ਆ, ਉਹਨੂੰ ਸਮੇਟਣੀ ਨਹੀਂ ਜਾਣਦੇ। ਟੇਬਲ ਤੇ ਬਹਿ ਕੇ ਹੱਲ ਨਹੀਂ ਕਰ ਸਕਦੇ। ਜੇ ਅਸੀਂ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਕੀਤੀ ਹੈ, ਜਗ੍ਹਾ ਜਗ੍ਹਾ ਲੋਕ, ਅਸੀਂ ਵੀ ਬੱਚੇ ਸੀ, ਅਸੀਂ ਵੀ ਨਾਰੇ ਮਾਰਦੇ ਹੁੰਦੇ ਸੀ, ਜਕਾਰੇ ਮਾਰਦੇ ਹੁੰਦੇ ਸੀ ਚੰਡੀਗੜ੍ਹ ਦੇ ਵਿੱਚ, ਲੇਕਿਨ ਉਹਦਾ ਅੰਤ ਕੀ ਨਿਕਲਿਆ? ਨਾ ਭਾਖੜਾ ਪੰਜਾਬ ਨੂੰ ਮਿਲਿਆ, ਨਾ ਚੰਡੀਗੜ੍ਹ ਪੰਜਾਬ ਨੂੰ ਮਿਲਿਆ, ਨਾ ਪੰਜਾਬੀ ਬੋਲਦੇ ਇਲਾਕੇ ਮਿਲੇ, ਤੇ ਨਾ ਹੀ ਜਿਹੜਾ ਤੁਹਾਡਾ ਭਾਖੜਾ ਡੈਮ ਦਾ ਕੰਟਰੋਲ ਮਿਲਿਆ, ਨਾ ਪਾਣੀ ਮਿਲੇ। ਤੇ ਉਹਦੇ ਲਈ ਅਸੀਂ ਛੱਡ ਕਿਉਂ ਦਿੱਤਾ? ਫਿਰ ਜੇ ਦੁਬਾਰਾ ਐਜੀਟੇਸ਼ਨ ਚੱਲੀ, ਧਰਮ ਯੁੱਧ ਮੋਰਚਾ, ਤੇ ਧਰਮ ਯੁੱਧ ਮੋਰਚੇ ਦੀਆਂ ਕੁਰਬਾਨੀਆਂ ਦੇਖ ਲਓ ਤੇ ਪ੍ਰਾਪਤੀਆਂ ਦੇਖ ਲਓ। ਜੇ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਤੇ ਸਮਝੌਤਾ ਲਾਗੂ ਕਿਉਂ ਨਹੀਂ ਹੋਇਆ? ਸਮਝੌਤਾ ਤਾਂ ਅੱਜ ਵੀ ਸਟੈਂਡ ਕਰਦਾ 85 ਦਾ। ਹੁਣ ਵੀ ਜਿਹੜੀ ਹੈ ਤੁਸੀਂ ਐਜੀਟੇਸ਼ਨ ਸ਼ੁਰੂ ਕਰ ਲਈ ਹੈ, ਔਰ ਲੇਕਿਨ ਇਹ ਤੁਹਾਨੂੰ ਪਤਾ ਨਹੀਂ ਇਹਨੂੰ ਕਨਕਲੂਡ ਕਿਵੇਂ ਕਰਨਾ। ਅਸੀਂ ਕਹਿੰਦੇ ਜੀ ਜੇ ਕਿਸੇ ਨੇ ਆਹ ਕਰ ਦਿੱਤਾ, ਜੇ ਰੇਪ ਹੋ ਜਾਂਦਾ ਤਾਂ ਵੀ ਉਹਦੇ ਲਈ ਉਹ ਸਾਡੇ ਬੰਦੇ ਨਹੀਂ ਜੀ। ਜੇ ਉੱਥੇ ਕਿਤੇ ਕਤਲ ਹੋ ਜਾਂਦਾ ਤੁਸੀਂ ਕਹਿੰਦੇ ਸਾਡੇ ਬੰਦੇ ਨਹੀਂ ਜੀ। ਦੂਜੀਆਂ ਗੱਲਾਂ ਹੁੰਦੀਆਂ, ਸਾਡੇ ਬੰਦੇ ਨਹੀਂ। ਜੇ ਅਸੀਂ ਜ਼ਿੰਮੇਵਾਰੀ ਨਹੀਂ ਲਵਾਂਗੇ ਤੇ ਫਿਰ ਜਿਹੜੀ ਆ ਸਾਡੀ ਲੀਡਰਸ਼ਿਪ ਕਿੱਥੇ ਆ? ਤੇ ਜੇ ਅਸੀਂ ਲੀਡਰਸ਼ਿਪ ਨਹੀਂ ਮੰਨਦੇ, ਅਸੀਂ ਸਿੱਖਾਂ ਨੂੰ ਸਾਹ ਹੀ ਨਹੀਂ ਦਵਾਉਂਦੇ। ਮੈਂ ਬਾਦਲ ਸਾਹਿਬ ਦੇ ਬਹੁਤ ਨੇੜੇ ਰਿਹਾ। ਮੈਂ ਉਹਨਾਂ ਨੂੰ 97 ਜਦੋਂ ਪਹਿਲੀ ਵਾਰੀ ਸਰਕਾਰ ਬਣੀ ਸੀ ਆਫਟਰ ਬਲੂ ਸਟਾਰ, ਤੇ ਮੈਂ ਉਹਨਾਂ ਨੂੰ ਕਿਹਾ ਸੀ ਸਿੱਖਾਂ ਨਾਲ ਬਹੁਤ ਜ਼ਿਆਦਤੀਆਂ ਹੋਈਆਂ ਤੇ ਤੁਸੀਂ ਇਹਨਾਂ ਨੂੰ ਇਨਸਾਫ ਦਿਓ। ਪਿੰਡਾਂ ਦੇ ਵਿੱਚ ਜਾਓ, ਮੇਰੇ ਹੱਥ ਦਾ ਲਿਖਿਆ ਨੋਟ ਹੈ ਜਿਹਦੇ 'ਚ ਉਹਨਾਂ ਨੂੰ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲੋ ਤੇ ਉਹਨਾਂ ਦੇ ਦੁੱਖ ਤਕਲੀਫ ਸੁਣੋ। ਉਹ ਪਹਿਲੇ ਦਿਨ ਹੇਰ ਪਿੰਡ 'ਚ ਗਏ ਸੀ ਅੰਮ੍ਰਿਤਸਰ, ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ, ਲੇਕਿਨ ਹੌਲੀ ਹੌਲੀ ਉਹਨਾਂ ਨੇ ਉਹ ਜਿਹੜਾ ਸੰਗਤ ਦਰਸ਼ਨ ਹੈ ਉਹ ਪੈਸੇ ਵੰਡਣ ਦਰਸ਼ਨ ਹੋ ਗਿਆ।
ਜਿਹੜੀ ਅਸਲ ਗੱਲ ਸੀ, ਉੱਥੋਂ ਮੈਂ NPS ਔਲਖ ਸਾਹਿਬ ਦੀ ਗੱਲ ਕੀਤੀ ਸੀ ਕਿ ਉਹਨਾਂ ਤੋਂ ਬਾਅਦ ਕੋਈ ਸਿੱਖ ਨਹੀਂ ਲੱਗੇਗਾ। ਤੇ ਤੁਸੀਂ ਦੱਸੋ, ਉਹਨੇ ਜੇ ਨੌਕਰੀ ਵੀ ਨਹੀਂ ਪੂਰੀ ਹੋਣ ਦਿੱਤੀ, ਉਹਦੇ ਹੱਥ ਖੜੇ ਕਰਾ ਕੇ ਭਜਾਇਆ ਪੰਜਾਬ ਚੋਂ, ਤੇ ਉਹ ਵਿਚਾਰੇ ਜਾ ਕੇ NSG ਦੇ ਵਿੱਚੋਂ ਰਿਟਾਇਰ ਹੋਏ DGP। ਤਾਂ ਉਸ ਤੋਂ ਬਾਅਦ ਵੀ ਉਹਦੇ ਨਾਲ ਦਾ ਇਮਾਨਦਾਰ ਬੰਦਾ ਕੋਈ ਨਹੀਂ ਹੋਣਾ। ਰਾਜਦੀਪ ਸਿੰਘ ਗਿੱਲ ਵਰਗਾ ਇਮਾਨਦਾਰ ਬੰਦਾ ਨਹੀਂ ਸੀ। ਤੁਸੀਂ ਦੱਸੋ, ਕਿਸੇ ਨੇ ਉਹਨਾਂ ਨੂੰ ਤਾਕਤ ਦਿੱਤੀ? ਕਿਸੇ ਨੇ ਉਹਨਾਂ ਨੂੰ ਪੁੱਛਿਆ ਰਿਟਾਇਰਮੈਂਟ ਤੋਂ ਬਾਅਦ? ਜਿਹੜੇ ਅੱਛੇ ਸਿੱਖ ਹੋਏ ਆ, ਕਿੰਨੇ ਕੁ ਬੰਦੇ ਅੱਛੇ ਸਿੱਖ ਤੁਸੀਂ ਰਿਟਾਇਰਮੈਂਟ ਤੋਂ ਬਾਅਦ, ਜਿਹਨੇ ਸਰਕਾਰੀ ਅਹੁਦਿਆਂ ਤੋਂ, ਅਧਿਕਾਰਾਂ ਚੋਂ, ਮੈਂ ਹੁਣ ਇੱਕ ਲਿਸਟ ਬਣਾ ਰਿਹਾ ਸੀਗਾ ਕਿ 100 ਚੰਗੇ ਸਿੱਖ ਜਿਹੜੇ ਆ, ਉਹਨਾਂ ਦੀ ਇੱਕ ਮੀਟਿੰਗ ਕਾਲ ਕੀਤੀ ਜਾਵੇ। ਇਹ ਆਈਡੀਆ ਮੇਰਾ ਨਹੀਂ ਹੈਗਾ। 28 ਤਰੀਕ ਨੂੰ, ਪਿਛਲੇ ਸਤੰਬਰ ਦੀ ਨੂੰ, ਇੱਕ ਕ੍ਰਿਸਚੀਅਨਸ ਦੀ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਆਰਕ ਬਿਸ਼ਪ ਵੀ ਆਏ, ਜਿਹਦੇ ਵਿੱਚ ਦੂਜੇ ਬਿਸ਼ਪ ਵੀ ਆਏ, ਜਿਹਦੇ ਚ ਮੈਡੀਕਲ ਉਹਨਾਂ ਦੇ ਐਜੂਕੇਸ਼ਨ ਵਾਲੇ ਆਏ, ਦੂਜੀ ਐਜੂਕੇਸ਼ਨ ਵਾਲੇ ਆਏ। ਉਹ ਬੜੀ ਡਿਟੇਲ ਪ੍ਰੋਗਰਾਮ ਬਣਾ ਕੇ ਲਿਆਏ ਵੀ ਸਾਡੀ ਕੌਮ ਦੀ ਅੱਗੇ ਵਧਾਉਣ ਲਈ ਸਾਨੂੰ ਆਹ ਪੈਸਾ ਚਾਹੀਦਾ, ਆਹ ਮਨਜ਼ੂਰੀ ਚਾਹੀਦੀ, ਆਹ ਕੁਛ ਚਾਹੀਦਾ। ਤੇ ਸਿੱਖਾਂ ਨੂੰ ਤਾਂ ਸ਼ਰਮ ਹੀ ਆਉਂਦੀ ਆ ਉੱਥੇ ਜਾਂਦਿਆਂ ਨੂੰ। ਅਸੀਂ ਕਦੇ ਕਿਸੇ ਜਾ ਕੇ ਇਸ ਕਮਿਸ਼ਨ ਦਾ ਲਾਭ ਹੀ ਨਹੀਂ ਉਠਾਇਆ। ਜਿਹੜਾ ਇਹ ਕਮਿਸ਼ਨ ਤੋਂ ਪਹਿਲਾਂ ਮੈਂਬਰ ਤਾਂ ਸਾਡੇ ਲੱਗਦੇ ਰਹੇ ਆ, ਉਹ ਮੈਂਬਰ ਵੀ ਵਿਚਾਰੇ ਜਿਹੜੇ ਆ, ਉਹ ਜਾ ਕੇ ਰੋਟੀ ਪਾਣੀ ਛਕ ਕੇ ਆਉਂਦੇ ਰਹੇ ਆ। ਕੋਈ ਜਿਹੜਾ ਗੇਨਫੁਲ ਕੰਮ ਹੈ, ਕੌਮ ਨਾਲ ਡਾਇਲੌਗ ਹੈਗਾ। ਮੈਂ ਤਾਂ ਆ ਕੇ ਸਿੰਘ ਸਾਹਿਬਾਨ ਨਾਲ ਵੀ ਗੱਲ ਕੀਤੀ। ਮੈਂ ਜਿਸ ਦਿਨ ਜਾਣਾ ਸੀ ਜੁਆਇਨ ਕਰਕੇ, ਪਹਿਲਾਂ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਗਿਆ, ਔਰ ਉੱਥੇ ਗਿਆਨੀ ਫੂਲਾ ਸਿੰਘ ਖੜੇ ਸੀ, ਉਹਨਾਂ ਨੂੰ ਪ੍ਰਸ਼ਾਦ ਵੀ ਦਿੱਤਾ। ਮੈਂ ਇਹ ਨਹੀਂ ਆਖਿਆ ਮੈਨੂੰ ਤੁਸੀਂ ਸਰੋਪਾ ਪਾਓ। ਮੈਂ ਕਿਹਾ ਵੀਰ ਜੀ, ਮੈਂ ਚੇਅਰਮੈਨ ਬਣ ਗਿਆ, ਕੋਈ ਸੇਵਾ ਕੌਮ ਦੀ ਹੋਈ ਤੇ ਮੈਨੂੰ ਦੱਸਿਓ। ਉੱਥੋਂ ਦੇ ਹੈਡ ਗ੍ਰੰਥੀ ਹੈ। ਇਹੋ ਹੀ ਗੱਲ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਟੈਲੀਫੋਨ ਤੇ ਕਰਦਾ। ਉਹ ਮੈਨੂੰ ਉਹ ਵੀ WhatsApp ਕਰ ਦਿੰਦੇ ਆ, ਆਹ ਸਮੱਸਿਆ ਹੈ ਜੀ, ਆਹ ਹੱਲ ਕਰਾ ਦਿਓ, ਉਹ ਕਰਾ ਦਿਓ। ਤੇ ਆਪਾਂ ਡਾਇਲੌਗ ਤਾਂ ਸ਼ੁਰੂ ਕਰੀਏ, ਆਪਾਂ ਗੱਲਬਾਤ ਤਾਂ ਸ਼ੁਰੂ ਕਰੀਏ। ਹਰ ਸਿੱਖ ਹੀ, ਤੁਸੀਂ ਜਿਹੜਾ ਬੰਦਾ ਕੰਮ ਆ ਸਕਦਾ, ਉਹ ਤੁਸੀਂ ਪੰਥ ਚੋਂ ਖਾਰਜ ਕੀਤਾ ਹੋਇਆ। ਬਿਲਕੁਲ। ਤੁਹਾਡੀ ਗੱਲ ਕੌਣ ਕਿੱਥੇ ਹੋਏਗੀ, ਕਿਹਦੇ ਰਾਹੀਂ ਹੋਏਗੀ? ਬਿਲਕੁਲ ਜੀ। ਆਪਣਾ ਟਾਈਮ ਵੀ ਹੋ ਗਿਆ। ਗੱਲਾਂ ਤਾਂ ਬਹੁਤ ਹੈ ਕਰਨ ਵਾਲੀਆਂ। ਆਪਾਂ ਭਾਵੇਂ 2 ਘੰਟੇ ਦਾ ਪ੍ਰੋਗਰਾਮ ਕਰੀ ਜਾਈਏ, ਗੱਲਾਂ ਨਹੀਂ ਖਤਮ ਹੋਣੀਆਂ, ਕਿਉਂਕਿ ਸਾਡੇ ਨਾਲ ਧੱਕਾ ਹੀ ਇੰਨਾ ਹੋ ਰਿਹਾ ਆ, ਔਰ ਸਾਡੇ ਵਿੱਚ ਹੀ ਉਹ ਅੰਸਰ ਇੰਨੇ ਜ਼ਿਆਦਾ ਵੜ ਚੁੱਕੇ ਆ ਜਿਹੜੇ ਕਦੇ ਵੀ ਸੰਵਾਦ ਨਾ ਉਹਨਾਂ ਨੇ ਰਚਾਉਣਾ ਆ ਤੇ ਨਾ ਉਹਨਾਂ ਨੇ ਰਚਾਉਣ ਦੇਣਾ ਆ। ਉਹਨਾਂ ਨੇ ਕਦੇ ਤੁਹਾਨੂੰ ਸੰਵਾਦ ਕਰਨ ਹੀ ਨਹੀਂ ਦੇਣਾ। ਉਹ ਨਾਲ ਮੋਢੇ ਨਾਲ ਮੋਢਾ ਤੇ ਕੀ ਜੋੜਨਾ, ਤੁਹਾਡੀ ਲੱਤ ਫੜ ਕੇ ਥੱਲੇ ਨੂੰ ਖਿੱਚ ਲੈਂਦੇ ਆ ਵੀ ਨਹੀਂ ਤੁਸੀਂ ਨਹੀਂ ਗੱਲ ਕਰ ਸਕਦੇ ਭਾਈ, ਅਸੀਂ ਪੰਥ ਦੇ ਮੋਢੀ ਆ, ਅਸੀਂ ਗੱਲ ਕਰਨੀ ਆ। ਤੇ ਉਹਨਾਂ ਨੇ ਕਦੇ ਗੱਲ ਕਰਨੀ ਨਹੀਂ ਹੁੰਦੀ। ਇਹੀ ਹੁੰਦਾ ਰਿਹਾ ਆ, ਇਹੀ ਹੁੰਦਾ ਜਾ ਰਿਹਾ ਆ। ਤੇ ਦੇਖੋ ਕਦੋਂ ਇਸ ਗੱਲ ਤੇ ਰੋਕ ਪਊਗੀ। ਸਾਡੇ ਵਿੱਚ ਹੀ ਵੜ ਜਾਂਦੇ ਆ, ਸਾਨੂੰ ਪਤਾ ਵੀ ਨਹੀਂ ਲੱਗਦਾ ਉਦੋਂ ਤੱਕ, ਜਦੋਂ ਉਹ ਆ ਕੇ ਐਂਡ ਦੇ ਉੱਤੇ ਸਾਰਾ ਤੁਹਾਡਾ ਬਣਿਆ ਤਣਿਆ ਕੰਮ ਸਾਰਾ ਖਰਾਬ ਕਰ ਦਿੰਦੇ ਆ। ਉਹ ਕੋਈ ਵੀ ਤੁਸੀਂ ਐਜੀਟੇਸ਼ਨ ਦੇਖ ਲਓ 47 ਤੋਂ ਬਾਅਦ ਜਿੰਨੇ ਵੀ ਹੋਏ ਆ, ਉਹ ਵਿੱਚੋਂ ਬੰਦਿਆਂ ਨੇ ਹੀ ਉਹ ਖਰਾਬ ਕੀਤੀ ਆ। ਖੈਰ, ਤੁਸੀਂ ਆਪਣੇ ਵੱਲੋਂ ਕੋਈ ਸੰਦੇਸ਼, ਕੋਈ ਗੱਲ ਕਰਨੀ ਚਾਹੋ? ਆਖਰੀ ਦੇ ਵਿੱਚ ਮੈਂ ਸਰਦਾਰ ਇਕਬਾਲ ਸਿੰਘ ਹੋਣਾ ਨੂੰ, ਲਾਲਪੁਰਾ ਹੋਣਾ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਵੀ ਜਿਹੜੇ ਸਾਡੇ ਭਰਾ ਕੈਦੀ, ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਆ ਅੰਦਰ ਆ, ਤੁਸੀਂ ਜਸਪਾਲ ਸਿੰਘ ਮੰਝਪੁਰ ਹੋਣਾ ਨਾਲ ਮਿਲ ਕੇ, ਇਸ ਤੁਹਾਡੀ ਕੌਮ ਨੂੰ ਬਹੁਤ ਵੱਡੀ ਦੇਣ ਹੋਊਗੀ ਐਜ਼ ਏ ਸਿੱਖ, ਵੀ ਜੇ ਉਹ ਸਾਡੇ ਭਰਾ ਜਿਹੜੇ ਇੰਨੇ ਚਿਰਾਂ ਚੋਂ ਜੇਲ੍ਹਾਂ ਦੇ ਵਿੱਚ ਬੰਦ ਆ, ਜੇ ਉਹ ਬਾਹਰ ਆ ਸਕਣ। ਤੇ ਮੈਨੂੰ ਇਹ ਗਰੰਟੀ ਆ ਵੀ ਕੱਲ੍ਹ ਨੂੰ ਕਾਂਗਰਸ ਆ ਜਾਏ ਜਾਂ ਅਕਾਲੀ ਆ ਜਾਣ, ਉਹ ਕਦੀ ਵੀ ਉਹਨਾਂ ਭਰਾਵਾਂ ਨੂੰ ਬਾਹਰ ਨਹੀਂ ਆਉਣ ਦੇਣਗੇ। ਤੁਹਾਡੀ ਗੱਲ ਬਿਲਕੁਲ ਸਹੀ ਆ। ਉਹ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਵੀ ਇਹ ਜੇ ਬੰਦੇ ਬਾਹਰ ਆ ਗਏ, ਇਹ ਬਾਹਰ ਆ ਕੇ ਸਾਨੂੰ ਕਿਤੇ ਸਵਾਲ ਨਾ ਪੁੱਛ ਲੈਣ, ਕਿਉਂਕਿ ਅਸੀਂ ਗਲਤ ਕਰਾਂਗੇ। ਸਾਨੂੰ ਜਿਹੜੇ ਬੰਦੇ ਇਹਨਾਂ ਨੇ ਉਦੋਂ ਸੰਘਰਸ਼ ਕੀਤਾ ਹੋਇਆ, ਹੋ ਸਕਦਾ ਜਦੋਂ ਅਸੀਂ ਗਲਤ ਏਜੰਡੇ ਲਾਗੂ ਕਰੀਏ ਫਿਰ ਦੁਬਾਰਾ ਕੇ ਸਾਡੇ ਸਾਹਮਣੇ ਖੜ ਜਾਣ। ਸੋ ਉਹਦਾ ਕਦੀ ਵੀ ਨਹੀਂ ਚਾਹਣਗੇ ਬਾਹਰ ਆਉਣ। ਪਰ ਐਜ਼ ਏ ਤੁਹਾਡੇ ਕੋਲ ਮੌਕਾ ਮਿਲਿਆ, ਜੇ ਤੁਸੀਂ ਇਹ ਕੰਮ ਕਰ ਦੋਗੇ ਤਾਂ ਮੇਰਾ ਖਿਆਲ ਹੈ ਵੀ ਜਿਨ੍ਹਾਂ ਦੇ ਮਾਮਾ ਦੇ ਪੁੱਤ ਅੰਦਰ ਬੈਠੇ ਆ, ਜਿੱਦਾਂ ਸਰਦਾਰ ਤਜਿੰਦਰਪਾਲ ਸਿੰਘ ਭੁੱਲਰ ਦਾ ਬ੍ਰਦਰ ਬੈਠਾ ਅੰਦਰ, ਸੋ ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਰਾਹਤ ਮਿਲੂਗੀ ਵੀ ਹਾਂ ਕੁਛ ਨਾ ਕੁਛ ਸਾਡੇ ਲਈ, ਜੇ ਸਾਡਾ ਸਿੱਖ ਚਿਹਰਾ ਭਰਾ ਆ ਸਾਡਾ, ਸਾਡੇ ਲਈ ਕੁਛ ਨਾ ਕੁਛ ਕੀਤਾ ਗਿਆ। ਇਹੀ ਹੱਥ ਜੋੜ ਕੇ ਬੇਨਤੀ ਆ। ਆਖਰੀ ਦੇ ਵਿੱਚ ਤੁਸੀਂ ਕੁਛ ਕਹਿਣਾ ਚਾਹੋ? ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਮੈਂ ਸਿਰਫ ਇੱਕ ਗੱਲ ਹੀ ਕਹਿਣੀ ਚਾਹਾਂਗਾ। ਜਿਹੜਾ ਗੁਰੂ ਪਾਤਸ਼ਾਹ ਦਾ ਹੁਕਮ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਆਪਾਂ ਸੰਵਾਦ ਦੀ ਭਾਸ਼ਾ ਚਲੀਏ, ਸਮਝੀਏ ਤੇ ਗੱਲ ਕਰੀਏ। ਜਿਸ ਸਰਕਾਰ ਨੂੰ ਸਾਡੇ ਸਾਹਮਣੇ ਐਂਟੀ ਸਿੱਖ ਪੇਸ਼ ਕੀਤਾ ਜਾ ਰਿਹਾ, ਮੈਂ ਆਪ ਉਹਨਾਂ ਦੀ ਗੱਲ ਕਰਦਾ ਕਿ ਮੈਂ ਮਿਲਿਆ ਪ੍ਰਧਾਨ ਮੰਤਰੀ ਜੀ ਨੂੰ। ਉਹ ਕਹਿੰਦੇ ਮੈਂ 2 ਸਾਲ ਸਿੱਖ ਰਿਹਾ ਯਾਰ,
ਮੈਂ ਬਾਣੀ ਵੀ ਪੜ੍ਹੀ ਹੈ ਤੇ ਮੈਂ ਇਤਿਹਾਸ ਵੀ ਪੜ੍ਹਿਆ। ਇਕਬਾਲ ਸਾਹਿਬ ਮੇਰੇ ਤੋਂ ਜੋ ਕਰਾਣਾ ਕਰਾ ਲਓ। ਜੇ ਬੰਦਾ ਇਹ ਗੱਲ ਕਵੇ ਐਲਾਨੀਆਂ ਤੇ ਅਸੀਂ ਉਹਦੇ ਕੋਲ ਲੈ ਨਾ ਸਕੀਏ, ਫਿਰ ਕਮਜ਼ੋਰੀ ਸਾਡੀ ਆ, ਉਹਦੀ ਕੋਈ ਕਮਜ਼ੋਰੀ ਨਹੀਂ। ਅਮਿਤ ਸ਼ਾਹ ਜੀ ਨੂੰ ਮੈਂ ਮਿਲਿਆ, ਮੈਂ ਬੇਨਤੀ ਕੀਤੀ ਕਿ ਗਿਆਨ ਗੋਦੜੀ ਗੁਰਦੁਆਰਾ ਵਹਾਂ ਸੇ ਇਹ ਹੈ। ਉਹ ਜਿਹਨੇ ਸਾਡਾ ਕੇਸ ਚੁੱਕਿਆ ਸੀ ਨਾ, ਉਹ ਇਹੀ ਕਹਿੰਦੇ ਜੀ ਰਾਮਪੁਰ ਮੋੜ ਤੇ ਦੂਜੀ ਜਗ੍ਹਾ ਦਿੱਤੀ ਜਾਵੇ। ਇਹ ਜਗ੍ਹਾ ਉੱਥੇ ਕਿਸ ਤਰ੍ਹਾਂ ਸਿੱਖਾਂ ਕੋਲ ਇਹ ਸਾਰਾ ਕੁਝ ਰਿਕਾਰਡ ਜਿਹੜਾ ਕਿਸੇ ਨੇ ਪੇਸ਼ ਨਹੀਂ ਕੀਤਾ। ਮੈਂ ਅਮਿਤ ਸ਼ਾਹ ਜੀ ਨੂੰ ਬੇਨਤੀ ਕੀਤੀ कि ये गुरु साहब जी कहना वहां नहीं बनेगा तो और कहाँ बनेगा, उसको बनाओ, हम उसको हाँ करते हैं, मैं करवाता हूँ। उसके बाद उन्होंने ये तो बेरिया मंगा सी। अगली गल वो आप दसदे आ कि सिख इतिहास का लोगों को पता नहीं। मैं तो महाराजा रणजीत सिंह का 18 फुट उच्चा बुत जिहड़ा आ वो गुजरात च लाउणा है। मैं अपना इतिहास नहीं मरन देना। हम भी सिख हैं, हम क्यों ना सिक्खी को आगे बढ़ाएं। ਤੇ ਜੇ ਇਹਨਾਂ ਲੋਕਾਂ ਨਾਲ ਅਸੀਂ ਸੰਵਾਦ ਨਹੀਂ ਕਰਨਾ ਤਾਂ ਫਿਰ ਕਿਹਦੇ ਨਾਲ ਕਰਨਾ। ਮੇਰੀ ਤਾਂ ਇਹ ਬੇਨਤੀ ਹੈ ਕਿ ਗੁਰੂ ਕੇ ਸਿੱਖ ਬਣੀਏ, ਗੱਲ ਟੇਬਲ ਤੇ ਬਹਿ ਕੇ ਮੁੱਕਣੀ ਹੈ। ਉਹਨਾਂ ਨਾਲ ਜਿਹੜਾ ਸਾਨੂੰ ਕੋਈ ਦੇਣਾ ਚਾਹੁੰਦਾ ਹੈ ਉਹਨੂੰ ਉਹਨਾਂ ਨਾਲ ਨਾ ਜੋੜੀਏ ਜਿਹੜੇ ਇਹ ਕਹਿੰਦੇ ਸੀ ਕਿ ਜਬ ਧਰਤੀ ਹਿਲਤੀ ਹੈ, जब कोई बड़ा दरख्त गिरता है तो धरती कांपती है। जे सिखों मुझे पगड़ी वाले नजर नहीं आने चाहिए। ਤੇ ਆਪਾਂ ਦੋਵਾਂ 'ਚ ਚੰਗੇ ਤੇ ਮਾੜੇ ਦਾ ਫਰਕ ਕਰ ਲਈਏ ਤੇ ਚੰਗੇ ਤੋਂ ਲਾਭ ਲਈਏ, ਮਾੜੇ ਤੋਂ ਪੈਰ ਪਿਛਾ ਨੂੰ ਰੱਖੀਏ। ਬਹੁਤ ਧੰਨਵਾਦ ਤੁਹਾਡਾ ਇਕਬਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਇਕਬਾਲ ਸਿੰਘ ਲਾਲਪੁਰਾ, ਧੰਨਵਾਦ, ਉਹਨਾਂ ਨੇ ਆਪਣਾ ਟਾਈਮ ਦਿੱਤਾ ਕੀਮਤੀ, ਆਪਾਂ ਨੂੰ ਲੈ ਕੇ ਆਂਦਾ। ਸਾਡੇ ਵੀਰਾਂ ਨੇ ਕਈਆਂ ਨੇ ਸਵਾਲ ਪੁੱਛੇ ਆ, ਜਿੱਦਾਂ ਕਿ RSS ਬਾਰੇ ਪੁੱਛੇ ਆ, ਯੂਨੀਵਰਸਿਟੀ ਇੰਟਰਵਿਊ। ਦੇਖੋ ਸਾਡਾ ਮਕਸਦ ਜਿਹੜਾ ਸੀਗਾ, ਅਸੀਂ ਤੁਹਾਡੇ ਸਾਹਮਣੇ ਲਿਆ ਕੇ ਉਹਨਾਂ ਦੇ ਵਿਚਾਰ ਪੇਸ਼ ਕੀਤੇ ਆ ਕਿ ਉਹ ਐਜ਼ ਏ ਸਿੱਖ ਕੀ ਸੋਚਦੇ ਨੇ ਚੀਜ਼ਾਂ ਬਾਰੇ। ਆਪਾਂ ਹਮੇਸ਼ਾ ਕਹਿੰਦੇ ਆ ਵੀ ਤੁਸੀਂ ਕੋਈ ਵੀ ਚੰਗੀ ਪਾਰਟੀ ਜੁਆਇਨ ਕਰੋ। ਕਈ ਆਪਣੇ ਭਰਾਵਾਂ ਨੇ ਹੋਰਾਂ ਨੇ ਵੀ ਕਮੈਂਟ ਲਿਖਿਆ ਆ। ਬਾਕੀ ਹੁਣ ਦੇਖਦੇ ਆ ਵੀ ਆਪਣਾ ਜਿੱਦਾਂ ਮੰਝਪੁਰ ਸਾਹਿਬ ਨਾਲ ਜੇ ਗੱਲਬਾਤ ਹੁੰਦੀ ਆ ਤੇ ਆਪਣੀ ਰਿਹਾਈ, ਕੈਦੀਆਂ ਵਾਲੀ ਰਿਹਾਈ ਦੀ ਗੱਲ ਕਿੱਥੇ ਤੱਕ ਪਹੁੰਚਦੀ ਆ। ਜੇ ਉਹ ਵਾਕਿਆ ਪਹੁੰਚੂਗੀ, ਉਹ ਗੱਲ ਸੋਲਵ ਹੋਊਗੀ ਤਾਂ ਆਪਾਂ ਜ਼ਰੂਰ ਚੈਨਲ ਦੇ ਵਿੱਚ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖਾਂਗੇ। ਬਾਕੀ ਆਪਣਾ ਕੰਮ ਸੰਵਾਦ ਰਚਾਉਣਾ, ਇਸ ਚੈਨਲ ਰਾਹੀਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਉਣੀਆਂ, ਇੱਦਾਂ ਦੀਆਂ ਸ਼ਖਸੀਅਤਾਂ ਰੂਬਰੂ ਕਰਾਉਣੀਆਂ। ਜੇ ਅਸੀਂ ਸੰਵਾਦ ਤੋਂ ਭੱਜਾਂਗੇ, ਹਰ ਗੱਲ ਜਿਹੜੀ ਆ ਟੇਬਲ ਟਾਕ ਤੇ ਹੋਣੀ ਆ। ਜੇ ਅੱਜ ਕਿਸਾਨ ਮੋਰਚਾ ਚੱਲਦਾ ਆ, ਉਹ ਵੀ ਕਿਸਾਨ ਲੀਡਰ ਵੀ ਇਹ ਕਹਿੰਦੇ ਆ ਵੀ ਟੇਬਲ ਤੇ ਬਹਿ ਕੇ ਗੱਲ ਮੁੱਕਣੀ ਆ। ਜਿੰਨੀਆਂ ਵੀ ਮੀਟਿੰਗਾਂ ਉਹਨਾਂ ਦੀਆਂ ਟੇਬਲ ਟਾਕ ਤੇ ਹੀ ਚੱਲੀਆਂ ਆ। ਸੋ ਕੋਈ ਗੱਲ ਵੀ ਟੇਬਲ ਟਾਕ ਤੋਂ ਬਿਨਾਂ ਇਹ ਨਹੀਂ। ਦੂਜੀ ਗੱਲ, ਇਕਬਾਲ ਸਿੰਘ ਲਾਲਪੁਰਾ ਹੋਣਾ ਦੀ ਮੈਂ ਵੀ ਦੇਖੀ ਕਿ ਜਿੱਦਣ ਜਤਿੰਦਰ ਸਿੰਘ ਹੋਣੀ ਜਤਿੰਦਰ ਸਿੰਘ ਬਿਰਕ, ਜਿਹੜੇ ਮੇਨ ਲਕੀਮਪੁਰ ਖੀਰੀ ਦੇ ਆਪਣੇ ਕਿਸਾਨ ਯੂਨੀਅਨ ਸੀ, ਅੰਦਰ ਸੀਗੇ, ਆਪਣੇ ਹਸਪੀਟਲ ਦੇ ਵਿੱਚ ਦਾਖਲ ਸੀ, ਉਹਨਾਂ ਦਾ ਵੀ ਪਤਾ ਲੈਣ ਗਏ। ਗੱਲ ਇਹ ਆ ਵੀ ਸਿਆਣੇ ਕਹਿੰਦੇ ਹੁੰਦੇ ਆਪਣਾ ਸਿੱਟੂ ਮਾਰ ਕੇ ਤਾਂ ਸ਼ਾਮੇ ਸਿੱਟੂ। ਜਦੋਂ ਆਪਣੇ ਭਰਾ ਕਮਿਸ਼ਨ ਦੇ ਵਿੱਚ ਲੱਗੇ ਆ, ਸਾਡਾ ਕੰਮ ਹੈ ਸੰਵਾਦ ਰਚਾਉਣਾ, ਉਹਨਾਂ ਤੇ ਗੱਲਾਂ ਪਹੁੰਚਾਉਣੀਆਂ। ਜਿੰਨੇ ਕੁ ਸਵਾਲ ਸਾਨੂੰ ਮਿਲੇ ਸੀ ਅਸੀਂ ਉਹਨਾਂ ਤੱਕ ਪਹੁੰਚਾਏ ਆ। ਇਹ ਸਾਡਾ ਫਰਜ਼ ਹੈ ਐਜ਼ ਏ ਮੀਡੀਆ, ਐਜ਼ ਏ। ਹੁਣ ਉਹਨਾਂ ਨੇ ਕੀ ਕਰਨਾ, ਕੀ ਨਹੀਂ ਕਰਨਾ, ਕਿੱਥੇ ਤੱਕ ਉਹਨਾਂ ਅਪਰੋਚ ਕਰਨੀ ਆ, ਉਹ ਸਾਨੂੰ ਗਾਂ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ। ਸੋ ਬਿਲਕੁਲ ਜੀ, ਅੱਜ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਵੀਰ ਵਰਿੰਦਰ ਸਿੰਘ ਜੀ? ਬਿਲਕੁਲ ਜੀ, ਮੈਂ ਤਾਂ ਬਾਰ-ਬਾਰ ਗੱਲ ਕਰਦਾ ਹੁੰਦਾ ਵੀ ਅਸੀਂ ਜਿਹੜੀ ਚੀਜ਼ ਦੇ ਉੱਤੇ ਸਿੱਖੀ ਦੀ ਨੀਂਹ ਰੱਖੀ ਗਈ ਸੀ ਉਹ ਸੀ ਵਿਚਾਰ। ਪਹਿਲੀ ਗੱਲ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਸਿਖਾਉਂਦੇ ਆ ਉਹ ਵਿਚਾਰ ਆ। ਜੇ ਸਾਨੂੰ ਵਿਚਾਰ ਨਹੀਂ ਕਰਨੀ ਹੁੰਦੀ, ਉਹਨਾਂ ਨੇ ਸਿਰਫ ਕਿਹਾ ਨਹੀਂ, ਸਿਰਫ ਸੰਦੇਸ਼ ਨਹੀਂ ਦਿੱਤਾ, ਉਹਨਾਂ ਨੇ ਸੰਵਾਦ ਰਚਾ ਕੇ ਦਿਖਾਇਆ। ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ ਉਹਨਾਂ ਦੀ 1% ਵੀ ਗੱਲ ਨਹੀਂ ਸੀ ਬਣਦੀ, ਜਿਨ੍ਹਾਂ ਨੂੰ ਉਹ ਕਹਿ ਰਹੇ ਆ ਪੰਡਿਤ ਮੁੱਲਾ ਛਾੜੇ ਦੋ, ਜਿਹਨਾਂ ਨੂੰ ਛੱਡ ਹੀ ਦਿੱਤਾ। ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ, ਜਿਹਦਾ ਕੁਛ ਵੀ ਨਹੀਂ ਲਿਆ। ਉਹਨਾਂ ਨੇ ਜਾ ਕੇ ਸੰਵਾਦ ਰਚਾਇਆ, ਸਿੱਧਾ ਨਾ ਜਾ ਕੇ ਗੋਸ਼ਟੀ ਕੀਤੀ। ਪਰ ਅੱਜ ਕਿਤੇ ਨਾ ਕਿਤੇ ਅਸੀਂ ਇੱਕ ਹੋਰ ਹੀ ਨਵੀਂ ਸੋਚ ਲੈ ਕੇ ਤੇ ਉਹਨੂੰ ਸਿੱਖੀ ਦੇ ਰੂਪ ਦੇ ਵਿੱਚ ਪ੍ਰਚਾਰ ਰਹੇ ਆ ਵੀ ਸਿੱਖੀ ਦੇ ਜੀ ਸਿਧਾਂਤ ਹੋ ਰਿਹਾ, ਸਾਡੀਆਂ ਰਵਾਇਤਾਂ ਹੋ ਰਿਹਾ। ਇਹ ਜਿਹੜਾ ਸ਼ਬਦ ਆ ਬਹੁਤ ਖਤਰਨਾਕ ਆ, ਰਵਾਇਤਾਂ। ਕੱਲ ਪਰਸੋਂ ਦੀਆਂ ਉਹ ਜਿਹੜਾ ਨਿਹੰਗਾਣੇ ਬੰਦੇ ਦਾ ਗੁੱਟ ਵੱਢਿਆ, ਚਲੋ ਆਪਾਂ ਉੱਤੇ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਜੇ ਬੰਦੇ ਨੇ ਬੇਅਦਬੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆ, ਸਰਬਲੋਹ ਦੀ ਕੀਤੀ ਆ, ਉਹ ਵੱਖਰਾ ਮੁੱਦਾ ਆ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਗੱਲ ਤਾਂ ਉਹਨਾਂ ਦੇ ਬਿਆਨ ਨਹੀਂ ਰਲ ਰਹੇ।
ਉਹ ਇੱਕ ਕਹੀ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਜਦੋਂ ਉਹ ਜਿਹੜਾ ਬੰਦਾ ਉੱਥੇ ਅਵੇਲੇਬਲ ਆ ਉਹਨੂੰ ਕਹਿੰਦੇ ਦਿਖਾਉਂਦੇ ਆ ਤਾਂ ਉਹ ਕਹਿੰਦਾ ਸਰਬਲੋ ਦਾ ਗ੍ਰੰਥ ਲੈ ਕੇ ਭੱਜ ਗਿਆ ਸੀ ਤੇ ਅਸੀਂ ਉਹਦੇ ਕੋਲ ਖੋਇਆ, ਉਹਨੇ ਅੰਦਰੋਂ ਕੱਢ ਕੇ ਦਿੱਤਾ, ਖੋਇਆ ਨਹੀਂ ਅੰਦਰੋਂ ਕੱਢ ਕੇ ਦਿੱਤਾ, ਫਿਰ ਉਹਦਾ ਗੁੱਟ ਵੱਢਿਆ। ਅੱਜ ਸਵੇਰੇ ਮੈਂ ਇੰਟਰਵਿਊ ਸੁਣ ਰਿਹਾ ਸੀ ਤੇ ਉਹ ਸਰਬਲੋ ਦਾ ਵਿੱਚ ਨਾਂ ਹੀ ਨਹੀਂ ਆਇਆ, ਕਹਿੰਦਾ ਗੁਰੂ ਗ੍ਰੰਥ ਸਾਹਿਬ, ਉਹ 2 ਪੋਥੀਆਂ ਲੈ ਗਿਆ ਸੀ ਜੀ, ਦੋਨੇ ਪੋਥੀਆਂ ਚੱਕ ਕੇ ਭੱਜ ਗਿਆ ਸੀ। ਅੱਜ ਸਵੇਰੇ ਇਹ ਬਿਆਨ ਆ ਰਿਹਾ ਹੈ। ਅੱਛਾ, ਫਿਰ ਜਿਹਨੂੰ ਉਹਨਾਂ ਨੇ ਮੋਹਰੇ ਕੀਤਾ ਬਿਆਨ ਦੇਣ ਵਾਸਤੇ, ਉਹ ਪਹਿਲਾਂ ਬਿਆਨ ਦੇਣ ਤੋਂ ਕਹਿ ਰਿਹਾ ਮੈਂ ਤਾਂ ਹੁਣੇ ਆਇਆ ਪੰਜਾਬ ਤੋਂ, ਤੇ ਬਿਆਨ ਉਹਦੇ ਕੋਲ ਲੈ ਰਹੇ ਆ ਵੀ ਲਾਈਵ ਦੱਸੋ ਇੱਥੇ ਕੀ ਹੋਇਆ ਸੀ। ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਉਹ ਗੱਡੀ 'ਚ ਬਹਿੰਦੇ ਦੀ ਕੁਦਰਤੀ ਪੱਗ ਲੱਥ ਗਈ ਆ, ਉਹ ਮੋਨਾ ਆ, ਜਿਹੜਾ ਨਿਹੰਗ ਬਣ ਕੇ ਇਹਨਾਂ ਨੇ ਵੀ ਇਹ ਨਿਹੰਗ ਆ, ਇਹਨੇ ਗੁੱਟ ਵੱਢਿਆ ਆ। ਉਹ ਤੁਸੀਂ ਦੇਖ ਲਿਓ, ਉਹ ਸਵੇਰ ਦੀ ਵਾਇਰਲ ਹੋ ਚੁੱਕੀ ਹੈ ਵੀਡੀਓ, ਜਦੋਂ ਗੱਡੀ 'ਚ ਬੈਠਣ ਲੱਗਾ ਉਹਦੀ ਪੱਗ ਲੱਥ ਗਈ ਆ ਤੇ ਬੱਬੂ ਮਾਨ ਵਰਗੇ ਉਹਦੇ ਵਾਲ ਆ ਉੱਪਰ ਲੰਬੇ ਛਤਰੇ, ਤੇ ਉਹ ਨਕਲੀ ਸਿੱਖ ਸੀਗਾ। ਸੋ ਇਹ ਕਿਤੇ ਨਾ ਕਿਤੇ ਸਾਰੀ ਦੀ ਸਾਰੀ ਸਾਜ਼ਿਸ਼ ਲੱਗਦੀ ਆ। ਅੱਛਾ, ਫਿਰ ਇੱਕ ਹੋਰ ਗੱਲ ਦੇਖੋ, ਉਹ ਜਿਹੜੇ ਨਿਹੰਗ ਆ ਉਹ ਖੁਦ ਕਹਿ ਰਹੇ ਆ ਵੀ ਸਾਡੇ ਨਾਲ ਕਾਫੀ ਸਮੇਂ ਤੋਂ ਬੰਦਾ ਘੁੰਮ ਰਿਹਾ ਸੀ, ਜਿਹੜਾ ਮੇਨ ਬੰਦਾ ਉਹਨਾਂ ਦਾ ਕਹਿ ਰਿਹਾ ਸਾਲ ਤੋਂ ਸਾਡੇ ਨਾਲ ਘੁੰਮ ਰਿਹਾ ਸੀ ਘੋੜਿਆਂ ਦੀ ਘਰ, ਉਹਦੇ ਘਰ ਦੇ ਕਹਿ ਰਹੇ ਹਫ਼ਤਾ ਪਹਿਲਾਂ ਤੱਕ ਉਹ ਤਾਂ ਇੱਥੇ ਸੀਗਾ ਜੀ, ਉਹ ਤਾਂ 50 ਰੁਪਏ ਲੈ ਕੇ ਆਪਣੀ ਭੈਣ ਕੋ ਗਿਆ ਹੈ। ਸੋ ਇਹਨਾਂ ਦੀ ਕੋਈ ਵੀ ਗੱਲ ਆਪਸ 'ਚ ਰਲ ਨਹੀਂ ਰਹੀ। ਹੁਣ ਆਪਾਂ ਇਹ ਬੇਅਦਬੀ ਤੇ, ਜੇ ਬੇਅਦਬੀ ਹੁੰਦੀ ਆ, ਸਾਨੂੰ ਸਾਰਿਆਂ ਦੇ ਅੰਦਰ ਗੁੱਸਾ ਭਰਿਆ ਹੋਇਆ ਆ, ਇਹੋ ਜਿਹੀ ਘਟਨਾ ਵਾਪਰਨੀ ਨੈਚੁਰਲ ਸੀਗੀ, ਕਿਉਂਕਿ ਜਿੰਨੀਆਂ ਬੇਅਦਬੀਆਂ ਹੋਈਆਂ ਕਿਸੇ ਦਾ ਸਾਨੂੰ ਇਨਸਾਫ ਨਹੀਂ ਮਿਲਿਆ। ਉਹ ਅੱਜ ਫੜ ਲੈਂਦੇ ਆ, ਕੱਲ੍ਹ ਨੂੰ ਕਹਿੰਦੇ ਉਹ ਮਾਨਸਿਕ ਸੰਤੁਲਨ ਨਹੀਂ ਸੀ ਠੀਕ ਉਹਦਾ ਤੇ ਉਹਨੂੰ ਛੱਡਤਾ। ਸੋ ਇਹ ਘਟਨਾ ਤਾਂ ਹੋਣੀ ਸੀ, ਕਿਤੇ ਨਾ ਕਿਤੇ ਦਿਖ ਰਿਹਾ ਸੀਗਾ, ਕਿਉਂਕਿ ਪਿਛਲੇ 5-7 ਸਾਲਾਂ ਤੋਂ ਜਿੰਨੀਆਂ ਬੇਅਦਬੀਆਂ ਹੋ ਰਹੀਆਂ ਆ, ਕਿਸੇ ਦਾ ਵੀ ਇਨਸਾਫ ਨਹੀਂ ਮਿਲ ਰਿਹਾ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦੋਂ ਭੀੜ ਇਕੱਠੀ ਹੋ ਕੇ ਕਿਸੇ ਤੇ ਹਮਲਾ ਕਰਦੀ ਆ, ਉੱਥੇ ਕੌਣ ਮਾਰ ਗਿਆ ਕੌਣ ਵੱਢ ਗਿਆ ਕੋਈ ਪਤਾ ਨਹੀਂ ਲੱਗਦਾ ਹੁੰਦਾ। ਪਰ ਇਹ ਜਿਹੜੀ ਇਹ ਸਾਜ਼ਿਸ਼ ਲੱਗਦੀ ਆ, ਕਿਉਂਕਿ ਜੇ ਉਹਨੇ ਬੇਅਦਬੀ ਕਰਨੀ ਹੁੰਦੀ ਤੇ ਉਹ ਆਪਣੇ ਪਿੰਡ ਵਾਲੇ ਗੁਰਦੁਆਰੇ 'ਚ ਕਿਉਂ ਨਹੀਂ ਕਰੂਗਾ, ਜਾਂ ਨਾਲ ਦੇ ਪਿੰਡ ਵਾਲੇ ਗੁਰਦੁਆਰੇ 'ਚ ਕਿਉਂ ਨਹੀਂ ਕਰੂਗਾ? ਜੇ ਉਹਨੂੰ ਪੈਸੇ ਦੇ ਕੇ ਬੇਅਦਬੀ ਕਰਾਉਣੀ, ਉਹ ਉੱਥੇ ਜਾ ਕਰੂਗਾ ਜਿੱਥੇ ਹਰ ਬੰਦਾ 4-4 5-5 ਫੁੱਟੀ ਕਿਰਪਾਨ ਪਾਈ ਬੈਠਾ, ਨਿਹੰਗਾਂ ਦੇ, ਉਹ ਵੀ ਨਿਹੰਗਾਂ ਦੇ ਵਿੱਚ ਜਾ ਕੇ। ਪ੍ਰਕਾਸ਼ ਉੱਥੇ ਕਈ ਥਾਵਾਂ ਤੇ ਹੈਗੇ ਆ। ਸੋ ਕਿਤੇ ਨਾ ਕਿਤੇ ਦਾਲ 'ਚ ਕਾਲਾ ਲੱਗਦਾ ਆ ਵੀ ਇਹ ਪ੍ਰੀ ਪਲੈਨਡ ਕਰਕੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲੀ ਗੱਲ ਕੀਤੀ ਗਈ। ਹੁਣ ਆਪਾਂ ਗੱਲ ਕਰਦੇ ਆ ਜਿਹੜੀ ਇਕਬਾਲ ਸਿੰਘ ਉਹਨਾਂ ਨੇ ਕੀਤੀ ਆ, ਵੀ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉਹ ਕਹਿਣ ਵੀ ਇਹ ਸਾਡੇ ਹੀ ਬੰਦੇ ਆ। ਨਹੀਂ ਜੀ, ਮੈਂ ਉਹਦੇ ਨਾਲ ਸਹਿਮਤ ਨਹੀਂ ਆ। ਜਦੋਂ ਉਹ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਕਿਸਾਨੀ ਅੰਦੋਲਨ ਦੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਤੁਸੀਂ ਇੱਥੋਂ ਚਲੇ ਜਾਓ, ਜਿਹੜੇ ਨਿਹੰਗ ਮੋਹਰੇ ਬੈਠੇ ਆ ਉਹਨਾਂ ਤੋਂ ਅੱਗੇ ਜਾ ਕੇ, ਪਿੱਛੇ ਜਿਹੜੀ ਸਟੇਜ ਆ ਉਹ ਤੋਂ ਅੱਗੇ ਆ ਇਹ ਜਿਹੜਾ ਨਿਹੰਗਾਂ ਦਾ ਡੇਰਾ ਆ, ਤੇ ਉਹ ਤਾਂ ਅੱਜ ਨਹੀਂ ਕਹਿ ਰਹੇ, ਉਹ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ। ਰਾਜੇਵਾਲ ਉਹਨਾਂ ਦਾ ਉਹ ਬਿਆਨ ਜਿਹੜਾ ਉਹ ਬੜਾ ਵਾਇਰਲ ਹੋਇਆ ਸੀਗਾ, ਜਿੱਥੇ ਉਹਨਾਂ ਨੇ ਕਿਹਾ ਸੀ ਭਈ ਇਹ ਚਲੇ ਜਾਣ ਇੱਥੋਂ, ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਤੇ ਉਹ ਜੇ ਅੱਜ ਹੋਰ ਗੱਲ ਕਰਦੇ ਆ ਫਿਰ ਤੁਸੀਂ ਕਹਿਣਾ ਇਹ ਦੋਗਲੇ ਆ, ਪਹਿਲਾਂ ਕਹਿੰਦੇ ਸਾਡਾ ਕੋਈ ਸੰਬੰਧ ਨਹੀਂ, ਹੁਣ ਕਹਿ ਦਿੰਦੇ ਸੰਬੰਧ ਆ। ਸੋ ਉਹ ਤਾਂ ਉਹਨਾਂ ਨੇ ਗੱਲ ਕਲੀਅਰ ਕਰਤੀ ਸੀ ਵੀ ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਤੇ ਜੇ ਹੈ, ਦੇਖੋ ਲਖਬੀਰ ਸਿੰਘ ਨੇ, ਜੇ ਉਹ ਲਖਬੀਰ ਸਿੰਘ ਸੀ ਉਹਦਾ ਨਾਂ, ਪਹਿਲਾਂ ਤਾਂ ਜਦੋਂ ਫੋਟੋ ਆਈ ਫਟਾਫਟ, ਇੱਕ ਤਾਂ ਸਾਡੇ ਨਾ ਫੇਸਬੁੱਕ ਦੇ ਉੱਤੇ ਮੈਂ ਦੇਖਿਆ ਵੀ ਇੱਕ ਬੰਦਾ ਪੋਸਟ ਪਾਉਂਦਾ ਆ, ਉਹਨੂੰ ਕਾਪੀ ਪੇਸਟ ਕਰਨ ਵਾਲੇ ਹਜ਼ਾਰਾਂ ਬੰਦੇ ਹੁੰਦੇ ਔਰ ਸੁਹਿਰਦ ਬੰਦੇ ਹੁੰਦੇ ਆ। ਪਰਸੋਂ ਤੁਹਾਨੂੰ ਚੇਤਾ ਹੋਣਾ, ਜਗਮੋਹਨ ਸਿੰਘ ਜੀ, ਸਵੇਰੇ ਮੈਂ ਉੱਠਿਆ 1 2 3 4 5 6 7 ਪਹਿਲੀਆਂ 12 ਪੋਸਟਾਂ ਮਨਮੋਹਨ ਸਿੰਘ ਜੀ ਦੇ ਬਾਰੇ ਸੀਗੀਆਂ ਕਿ ਉਹ ਅਕਾਲ ਚਲਾਣਾ ਕਰ ਗਏ। ਮੈਂ ਵੀ ਪੋਸਟ ਲਿਖ ਲਈ ਵੀ ਬਹੁਤ ਵਧੀਆ ਬੰਦੇ ਸੀਗੇ, ਕਿਉਂਕਿ ਨੈਚੁਰਲੀ ਹੈ ਜਦੋਂ ਤੁਸੀਂ 10 ਪੋਸਟਾਂ ਪੜ੍ਹਦੇ ਆ, ਉਹ ਵੀ ਸੁਹਿਰਦ ਬੰਦਿਆਂ ਦੀਆਂ, ਪ੍ਰਚਾਰਕਾਂ ਦੀਆਂ, ਪ੍ਰਚਾਰਕ ਬੰਦਿਆਂ ਦੀਆਂ ਪੋਸਟਾਂ ਤੁਸੀਂ ਪੜ੍ਹਦੇ ਆ। ਜਿਹੜੇ ਪ੍ਰਚਾਰਕ ਆਪਾਂ ਕਹਿੰਦੇ ਆ ਮਿਸ਼ਨਰੀ ਵਧੀਆ ਪ੍ਰਚਾਰਕ ਆ, ਇਹ ਉਹਨਾਂ ਨੇ ਪੋਸਟ ਪਾਈ ਹੁੰਦੀ, ਨੈਚੁਰਲੀ ਤੁਹਾਡੇ ਦਿਮਾਗ 'ਚ ਆਉਣਾ। ਫਿਰ ਮੇਰੇ ਦਿਮਾਗ ਨੇ ਕਲਿੱਕ ਕੀਤਾ ਵੀ ਮੈਂ ਨਿਊਜ਼ ਲਾ ਕੇ ਕਿਉਂ ਨਾ ਦੇਖ ਲਵਾਂ। ਮੈਂ ਅੱਜ ਤੱਕ, ਸਹਾਰਾ, ਇਹ ਚੈਨਲ, ਉਹ ਚੈਨਲ, ਐਕਸ ਪ੍ਰਾਈਮ ਮਿਨਿਸਟਰ ਆ, ਉਹ ਤਾਂ ਖਬਰ ਆਉਣੀ ਚਾਹੀਦੀ, ਕਿਤੇ ਕੋਈ ਖਬਰ ਨਹੀਂ। ਮੈਂ ਉਹ ਪੋਸਟ ਜਿਹੜੀ ਲਿਖੀ ਹੋਈ ਸੀ ਡਿਲੀਟ ਕਰਤੀ। ਨਾਲ ਮੈਂ ਸਾਰੀਆਂ ਪੋਸਟਾਂ 'ਤੇ ਕਮੈਂਟ ਕਰਨਾ ਸ਼ੁਰੂ ਕਰਤਾ ਵੀ ਪਲੀਜ਼ ਕਨਫਰਮ ਕਰ ਲਓ ਭਾਈ, ਐਵੇਂ ਨਾ ਪਾ ਦਿਓ, ਹੋ ਸਕਦਾ ਤੁਸੀਂ ਸਹੀ ਹੋਵੋ ਪਰ ਪਲੀਜ਼ ਕਨਫਰਮ। ਪਰ ਨਾ, ਉਹਨੇ ਚਿਰ ਤੱਕ ਇੰਨੀਆਂ ਪੋਸਟਾਂ ਪੈ ਗਈਆਂ। ਇੱਦਾਂ ਹੀ ਜਦੋਂ ਇਹ ਕਾਂਡ ਵਾਪਰਿਆ, ਬੰਦਾ ਟੰਗਿਆ ਹੋਇਆ ਸੀਗਾ, ਪਹਿਲਾਂ ਪੋਸਟਾਂ ਵਾਇਰਲ ਹੋਈਆਂ, ਫੋਟੋ ਵਾਇਰਲ ਹੋਈ, ਆਹ ਦੇਖੋ ਜੀ ਹਿੰਦੂਆਂ ਨੇ ਕਾਰਾ ਕਰਤਾ, ਫਟਾਫਟ ਪੋਸਟਾਂ ਪਾਤੀਆਂ, ਇਹਨਾਂ ਦੇ RSS ਦੇ ਬੰਦਿਆਂ ਨੇ ਕਾਰਾ ਕਰਤਾ। ਉਹ ਬਾਅਦ 'ਚ ਪਤਾ ਲੱਗਾ ਉਹ ਤਾਂ ਲਖਬੀਰ ਸਿੰਘ ਆ, ਜਿਹੜਾ ਬੰਦਾ ਜਿਹਨੇ ਉਹ ਘਟਨਾ ਕੀਤੀ ਹੈ। ਫਿਰ ਸਾਰੇ ਗੱਲ ਇਹ ਹੁੰਦੀ, ਜਦੋਂ ਤੁਸੀਂ ਇੱਕ ਵਾਰੀ ਕੁਝ ਲਿਖਦੇ ਨੇ ਉਹਨੂੰ ਵਾਪਸ ਲੈਣਾ ਬੜਾ ਔਖਾ ਹੋ ਜਾਂਦਾ, ਤੇ ਕਈ ਬੰਦਿਆਂ ਦਾ ਫਿਰ ਉਹ ਜਿਹੜਾ ਸਟੈਂਡ ਲੈ ਲਿਆ ਨਾ, ਉਹ ਤੋਂ ਵਾਪਸ ਨਹੀਂ ਹੋਣਾ। ਫਿਰ ਇਹ ਕਹਿ ਦਿੱਤਾ ਵੀ ਹਾਂ ਵੀ ਉਹਨੇ ਕੀਤਾ ਤਾਂ ਉਹਨੇ ਕੀਤਾ ਆ।
ਉਹ ਕੋ ਕਰਾਇਆ ਬੀਜੇਪੀ। ਓਏ ਇੰਨੇ ਇਸ ਲਾਇਕ ਹੀ ਨਹੀਂ ਲੱਗਦਾ ਬੰਦਾ। ਉਹ ਕਹਿੰਦੇ ਨਸ਼ੇੜੀ ਬੰਦਾ ਆ, ਪਿੰਡ ਦਾ ਪੱਲੇਦਾਰ ਆ। ਉਹ ਬੀਜੇਪੀ ਦਾ ਬੰਦਾ ਕਿੱਥੋਂ ਹੋ ਗਿਆ? ਬੀਜੇਪੀ ਨਾਲ ਕੀ ਸੰਬੰਧ ਹੋ ਸਕਦੇ ਉਹਦੇ? ਪੈਸੇ ਦੇ ਕੇ ਕਰਵਾਇਆ, ਉਹ ਡਿਫਰੈਂਟ ਇਸ਼ੂ ਆ ਵੀ ਉਹਨੂੰ ਪੈਸੇ ਦੇ ਕੇ ਕਰਵਾਇਆ, ਤੂੰ ਜਾ ਕੇ ਕਰਨਾ ਆ। ਦੂਜੇ ਪਾਸੇ ਉਹਨੂੰ ਇਹ ਨਹੀਂ ਦੱਸਿਆ ਵੀ ਤੈਨੂੰ ਮਾਰ ਦੇਣਾ ਆ। ਦੂਜੇ ਪਾਸੇ ਨੂੰ ਕਦੋਂ ਵੱਢ ਦਿਓ, ਕਿਉਂਕਿ ਮੇਨ ਮਕਸਦ ਹੈਗਾ ਉਹਨਾਂ ਦਾ ਵੀ ਕਿਸਾਨੀ ਅੰਦੋਲਨ ਨੂੰ ਢਾਹ ਲਾਉਣੀ ਕਿਸੇ ਤਰੀਕੇ ਨਾਲ। ਸੋ ਆਪਾਂ ਬਾਅਦ ਚ ਵਿਚਾਰਾਂਗੇ, ਆਪਾਂ ਸ਼ਬਦ ਵਿਚਾਰ ਲਈਏ ਜਗਮੋਹਨ ਸਿੰਘ ਜੀ, ਫਿਰ ਰਹਿ ਜਾਂਦਾ। ਪਹਿਲਾਂ ਮੈਂ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਾਂਗਾ ਕਿਉਂਕਿ ਆਪਾਂ ਉਸ ਤੋਂ ਬਾਅਦ ਸ਼ਬਦੀ ਵਿਚਾਰ ਸ਼ੁਰੂ ਕਰਦੇ ਹਾਂ। ਹਾਂਜੀ, ਜਿਹੜਾ ਬੰਦਾ ਉੱਥੇ ਪਹਿਲੀ ਗੱਲ ਤਾਂ ਜਿਹੜੀ ਆ ਬੇਅਦਬੀ ਦੀ ਆ, ਉਹ ਸਰਬਲੋ ਗ੍ਰੰਥ ਜਿਹੜਾ ਕਿ ਜਿਹਨੂੰ ਕਿ ਕਾਮ ਵੀ ਹਲੇ ਕੌਮ ਨੇ ਪ੍ਰਵਾਨ ਨਹੀਂ ਕੀਤਾ, ਕੱਲਾ ਨਿਹੰਗਾਂ ਦਾ ਆਪਣਾ ਆ, ਉਹ ਸਰਬਲੋ ਗੋਬਿੰਦ ਗੀਤਾ ਉਗਰਦੰਤੀ ਬਚਿੱਤਰ ਨਾਟਕ ਨਹੀਂ ਕਰਦੇ। ਹੁਣ ਸਾਡੇ ਚ ਪੰਜਾਬ ਸਿੱਖਾਂ ਦੇ ਵਿੱਚ ਇਹ ਲੋਕ ਹੈ ਜਿਹੜੇ ਅਸੀਂ ਬਚਿੱਤਰ ਨਾਟਕ ਨੂੰ ਬਹੁਤ ਲੋਕ ਹੈ ਕੂੜ ਗ੍ਰੰਥ ਵੀ ਕਹਿੰਦੇ ਆ, ਠੀਕ ਹੈ, ਉਹਨੂੰ ਕਹਿੰਦੇ ਅਸ਼ਲੀਲ ਗ੍ਰੰਥ ਵੀ ਕਹਿੰਦੇ ਆ, ਕਾਮ ਸੂਤਰ ਨਾਲ ਭਰਿਆ ਗ੍ਰੰਥ ਵੀ ਕਹਿੰਦੇ ਆ। ਕੱਲ ਨੂੰ ਜਿਹੜੇ ਇਹ ਸਾਡੇ ਵੀਰ ਜਿਹੜੇ ਆ ਜਦੋਂ ਬਚਿੱਤਰ ਨਾਟਕ ਨੂੰ ਕਹਿਣਗੇ ਇਦਾਂ, ਤੇ ਕੱਲ ਨੂੰ ਨਿਹੰਗ ਆ ਕੇ ਉਹਦੀ ਜੀਭ ਵੱਢਣਗੇ, ਫਿਰ ਉਦੋਂ ਆਪਾਂ ਉਹਨਾਂ ਨੂੰ ਸਹੀ ਠਹਿਰਾਵਾਂਗੇ ਵੀ ਜੇ ਬਚਿੱਤਰ ਨਾਟਕ ਦੀ ਇਹਨਾਂ ਨੇ ਜੀ ਇਦਾਂ ਬੇਅਦਬੀ ਕੀਤੀ ਤਾਂ ਇਹਨਾਂ ਦੀ ਜੀਭ ਵੱਢ ਦਿੱਤੀ ਗਈ ਆ। ਸੋ ਦੂਜੀ ਗੱਲ ਰਵਾਇਤਾਂ ਦੀ, ਤੁਸੀਂ ਰਵਾਇਤਾਂ ਦੀ ਗੱਲ ਕੀਤੀ ਆ, ਇਹ 16ਵੀਂ ਸਦੀ ਨਹੀਂ, ਉਦੋਂ ਤਾਨਾਸ਼ਾਹ ਰਾਜ ਚੱਲਦਾ ਸੀ। ਇਹ ਡੈਮੋਕ੍ਰੈਟਿਕ ਕੰਟਰੀ ਆ। ਇੱਥੇ ਜੇ ਕੋਈ ਮਾਨਸਿਕ ਰੋਗੀ ਖੂਨ ਕਰ ਦਿੰਦਾ ਆ ਅਮਰੀਕਾ ਦੇ ਵਿੱਚ, ਉਹਦੀ ਪਹਿਲਾਂ ਟ੍ਰੀਟਮੈਂਟ ਕਰਾਈ ਜਾਂਦੀ ਆ। ਉਹਦੇ ਵਿੱਚ ਦੇਖਿਆ ਜਾਂਦਾ ਵੀ ਇਹ ਓਵਰਡੋਜ਼ ਜਾਂ ਮਾਨਸਿਕ ਰੋਗੀ ਆ ਕੀ ਆ। ਇਹ ਨਹੀਂ ਵੀ ਉਹਨੂੰ ਸਿੱਧੀ ਫਾਂਸੀ ਚਾੜ ਦਿੱਤੀ ਜਾਂਦੀ ਆ। ਸੋ ਡੈਮੋਕ੍ਰੇਸੀ ਦੇ ਵਿੱਚ ਜੇ ਉਹਨੇ ਇਦਾਂ ਦਾ ਕਾਰਾ ਕੀਤਾ ਸੀ, ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀਗਾ, ਠੀਕ ਹੈ ਨਾ। ਹੁਣ ਇਹ ਗੱਲ ਆਪਾਂ ਧਿਆਨ ਨਾਲ ਸੋਚੀਏ ਕਿ ਲਖੀਮਪੁਰ ਖੀਰੀ ਦੀ ਖਬਰ ਜਿਹੜੀ ਆ ਉਹ ਗੋਦੀ ਮੀਡੀਆ ਦੇ ਗਲੇ ਚੋਂ ਨਹੀਂ ਉਤਰ ਰਹੀ। ਕਿਉਂ? ਕਿਉਂਕਿ ਉਹ ਹਰ ਜਗ੍ਹਾ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਵਾਇਰਲ ਆ। ਤੁਸੀਂ ਇੱਕ ਲਿਖਿਆ ਸੀ ਵੈਗ ਦ ਡੌਗ, ਹਨਾ, ਮੁੱਦੇ ਤੋਂ ਭੜਕਾਉਣਾ। ਹੁਣ ਉਹ ਏਦਾਂ ਦਾ ਮੁੱਦਾ ਚਾਹੀਦਾ ਸੀ। ਇੱਥੇ ਬੀਜੇਪੀ ਜਾਂ ਮੋਦੀ ਗੌਰਮੈਂਟ ਜਾਂ ਯੋਗੀ ਗੌਰਮੈਂਟ, ਇਹ ਸਾਰੀਆਂ ਜਿਹੜੀਆਂ ਆ ਪੂਰੇ ਵਰਲਡ ਦੇ ਪ੍ਰੈਸ਼ਰ ਥੱਲੇ ਆਈਆਂ ਸੀ। ਸੋ ਇੱਕ ਇਦਾਂ ਦਾ ਮੁੱਦਾ ਚਾਹੀਦਾ ਸੀ ਜਿਹਦੇ ਵਿੱਚ ਸੋਸ਼ਲ ਮੀਡੀਆ ਤੇ ਇੰਨਾ ਭਿਆਨਕ ਮੁੱਦਾ ਚਾਹੀਦਾ ਸੀ ਕਿ ਉਹ ਵਾਇਰਲ ਹੋ ਜਾਏ। ਉਹ ਜਿਹੜੀ ਉਹਦੀ ਹੱਥ ਵੱਡੇ ਦੀ ਟੰਗਿਆ ਗਿਆ ਉਹਨੂੰ ਤਰੀਕੇ ਨਾਲ। ਪੰਜਾਬ ਦੇ ਵਿੱਚ ਅਸੂਤੋਸ਼ ਆ, ਭਨਿਆਰੇ ਵਾਲੇ ਆ, ਰਾਧਾ ਸਵਾਮੀ ਆ, ਹੋਰ ਕਿੰਨੇ ਲੋਕ ਆ ਜਿਨ੍ਹਾਂ ਨੇ ਸੱਚੇ ਸੌਦੇ ਡੇਰੇ ਵਾਲੇ ਆ, ਕਿੰਨਿਆਂ ਨੂੰ ਨਿਹੰਗ ਸਿੰਘਾਂ ਨੇ ਇਹਦਾ ਟੰਗਿਆ ਆ, ਠੀਕ ਨਹੀਂ? ਕਿੰਨਿਆਂ ਨੂੰ ਅੱਜ ਤਾਈਂ ਇਹਨਾਂ ਨੇ ਤਾਂ ਬੇਅਦਬੀ ਕਰਨ ਤੋਂ ਬਾਅਦ ਬਰਗਾੜੀ ਦਾ ਕਾਂਡ ਹੋਇਆ, ਉਹੋ ਹੀ ਇਹਨਾਂ ਨੂੰ ਤਾਂ ਸਿੱਧੇ ਜਿਹੜੇ ਆ ਇਹਨਾਂ ਦਾ ਸਿੱਧੇ ਸਮਾਂ ਜਿਹੜੇ ਸੁਖਬੀਰ ਬਾਦਲ ਤੱਕ, ਅਕਾਲੀ ਗੌਰਮੈਂਟ ਤੱਕ, ਬੜਬੜੀਆਂ ਗੌਰਮੈਂਟ ਨਾਲ ਸਿੱਧੇ ਸੰਬੰਧ ਆ ਨਿਹੰਗਾਂ ਦੇ। ਇਹਦਾ ਫੋਨ ਕਰਕੇ ਬੰਦਾ ਚੁਕਾਉਂਦੇ ਆ। ਆਪਾਂ ਨੂੰ ਪਤਾ ਹੀ ਆ ਅਕਾਲੀ ਅਕਾਲੀ ਕਹਿ ਰਿਹਾ ਪੂਲਾ ਨਿਹੰਗ ਦੀ ਆਪਣੇ ਕੋਲ ਐਗਜ਼ਾਮਪਲ ਆ, 1000 ਤੋਂ ਉੱਪਰ ਉਹਨੇ ਰੇਪ ਕੀਤੇ ਆ। ਉਹ ਜਾ ਕੇ ਕਰਨਲ ਸੰਧੂ ਹੁਣਾਂ ਨੇ ਜਾ ਕੇ ਇੱਕ ਬਣਾ ਕੇ ਆਪਣੀ ਯੂਨਿਟੀ ਉਹਨੂੰ ਨੱਥ ਪਾਈ, ਜਾ ਕੇ ਅੰਦਰ ਕੀਤਾ। ਸੋ ਇਹ ਤਾਂ ਸਿੱਧੇ ਸਰਕਾਰਾਂ ਦੇ ਬੰਦੇ ਆ ਨਿਹੰਗ। ਇਹ ਸਾਡੇ ਬੰਦਿਆਂ ਦੀ ਸੋਚਣੀ ਮੈਨੂੰ ਸਮਝ ਨਹੀਂ ਆਉਂਦੀ। ਵੀ ਕਹਿੰਦੇ ਯਾਰ ਮੈਂ ਗੁਰਮਤਿ ਪੜ੍ਹ ਲਈ, ਮੈਂ ਜੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ, ਮੈਂ ਬਾਣੀ ਦਾ ਸਿਧਾਂਤ ਪੜ੍ਹ ਲਿਆ। ਜੇ ਸਿਧਾਂਤ ਪੜ੍ਹ ਕੇ ਸਾਨੂੰ ਬਣਾ ਸਾਡਾ ਸਿਧਾਂਤ ਆ ਕਹਿੰਦਾ ਖਿਮਾ, ਸਾਡਾ ਸਿਧਾਂਤ ਜਿਹੜਾ ਕਹਿੰਦਾ ਉਹ ਤਾਂ ਖਿਮਾ ਆ। ਵੀ ਸਭ ਤੋਂ ਪਹਿਲਾਂ ਤੁਸੀਂ ਖਿਮਾ ਕਰੋ ਬੰਦੇ ਨੂੰ, ਉਹਨੂੰ ਫੜਦੇ, ਜੇ ਉਹਨੇ ਬੇਅਦਬੀ ਕੀਤੀ ਉਹਦੀ ਵੀਡੀਓ ਬਣਾਉਂਦੇ, ਬਿਠਾਉਂਦੇ, ਉਹਨੂੰ ਪੁੱਛਤਾਛ ਕਰਦੇ, ਕਰਕੇ ਮੁੜ ਕੇ ਫਿਰ ਇੰਨਾ ਚਿਰ ਪੁਲਿਸ ਹੀ ਨਹੀਂ ਆਈ ਉੱਥੇ, ਇੰਨਾ ਚਿਰ ਪੁਲਿਸ ਹੀ ਨਹੀਂ ਸੱਦੀ, ਨਾ ਮਰਨ ਲਈ ਟੰਗਿਆ ਰੱਖਦਾ। ਗੱਲ ਇਹ ਨਹੀਂ ਹੈ ਇੱਥੇ, ਗੱਲ ਇੱਥੇ ਆ ਅਸੂਲਾਂ ਦੀ ਆ, ਸਿੱਖੀ ਸਿਧਾਂਤਾਂ ਦੀ ਆ, ਜਿਹੜੇ ਦੱਸਦੇ ਵੀ 16ਵੀਂ ਸਦੀ ਦੀ ਰਵਾਇਤਾਂ ਹੁਣ ਲਾਗੂ ਕਰਨਾ ਚਾਹੁੰਦੇ ਆ। ਇਹਦਾ ਮਤਲਬ ਫਿਰ ਜੇ ਮੋਦੀ ਗੌਰਮੈਂਟ ਜੇ ਸਿੱਖਾਂ ਨੂੰ ਮਾਰਦੀ ਆ, ਜੇ ਉਹ ਟੈਣੀ ਹੁਣਾਂ ਨੇ ਗੱਡੀ ਚੜਾਤੀ ਸਿੱਖਾਂ ਦੇ ਉੱਪਰ, ਸਿੱਖ ਮਾਰਤੇ ਸਾਡੇ ਕਿਸਾਨ ਅੰਦੋਲਨ 'ਚ, ਤੇ ਇਹਦੇ ਮਤਲਬ ਉਹ ਕਹਿਣਗੇ ਸਾਡੀ ਰਵਾਇਤ ਇਹ ਆ ਵੀ ਸਾਡੀ ਹੁਣ ਸਰਕਾਰ ਆ, ਸਾਡਾ ਧੱਕਾ ਚੱਲਦਾ ਆ ਤੇ ਅਸੀਂ ਆਪਣੇ ਧੱਕੇ ਨਾਲ ਬੰਦੇ ਮਾਰਾਂਗੇ। ਉਹ ਕਹਿਣਗੇ ਸਾਡੀ ਰਵਾਇਤ ਇਹ ਆ। ਫਿਰ ਤੁਸੀਂ, ਇਹ ਰਵਾਇਤੀ ਨਹੀਂ, ਇਹ ਡੈਮੋਕ੍ਰੈਟਿਕ ਹੈ। ਜੇ ਉਸ ਪ੍ਰੈਸ਼ਰ ਤੋਂ ਇਹ ਸਾਰਾ ਕੱਢ ਕੇ ਅੱਜ ਤੁਸੀਂ ਜਿਹੜਾ ਮਰਜ਼ੀ ਚੈਨਲ ਆ ਕੇ ਦੇਖ ਲਓ, ਉੱਤੇ ਉਹ ਨਿਹੰਗ ਸਿੰਘ ਦੀ ਖਬਰ ਚੱਲਦੀ ਆ, ਠੀਕ ਹੈ ਨਾ। ਇਹਦੇ ਵਿੱਚ ਕੀ ਆ, ਲੀਡਰ ਆਪਣੇ ਜਿਹੜੇ ਕਿਸਾਨ ਲੀਡਰ ਆ ਉਹ ਕਟਹਿਰੇ 'ਚ ਖੜੇ ਕਰ ਦਿੱਤੇ ਜੀ। ਉਹਦਾ ਪਹਿਲੇ ਦਿਨ ਤੋਂ ਮੈਨੂੰ ਪਤਾ ਕਿ ਜਦੋਂ ਸਾਲ ਹੋਇਆ, ਜਦੋਂ ਆ ਕੇ ਮੂਹਰੇ ਬੈਠੇ ਆ, ਉਹਨਾਂ ਨੇ ਇਹ ਗੱਲ ਕੁਲਵੰਤ ਸਿੰਘ ਸੰਧੂ ਸਾਰੇ ਭਰਾਵਾਂ ਨਾਲ, ਕਈਆਂ ਨਾਲ ਜਿਹਨਾਂ ਕਿਸਾਨ ਲੀਡਰਾਂ ਗੱਲ ਹੁੰਦੀ, ਉਹ ਕਹਿੰਦੇ ਸਾਡੇ ਗਲ 'ਚ ਲਿਆ ਕੇ ਮੂਹਰੇ ਬਿਠਾ ਦਿੱਤੇ ਆ ਸਰਕਾਰ ਨੇ, ਕੱਲ ਨੂੰ ਸਾਨੂੰ ਹੀ ਇਹਨਾਂ ਨੇ ਪ੍ਰੋਬਲਮ ਕਰਨੀ ਆ। ਤੇ ਦੀਪ ਸਿੱਧੂ ਵਰਗੇ ਦਾ ਡੇਰਾ ਵੀ ਉੱਥੇ ਹੀ ਸੀ, ਪਤਾ ਹੈ ਵੀ ਇੱਥੇ ਇਹਨਾਂ ਕੋਲ ਪ੍ਰੋਟੈਕਸ਼ਨ ਹੈ, ਇਹਨਾਂ ਦੇ ਨਾਲ ਏਜੰਸੀਆਂ, ਇਹਨਾਂ ਤੋਂ ਪ੍ਰੋਟੈਕਸ਼ਨ ਮਿਲਣੀ, ਸਾਨੂੰ ਇੱਥੇ ਬੈਠੀਏ, ਇਹਨਾਂ ਕੋਲ ਰਹੀਏ, ਰਾਤ ਨੂੰ ਜਾਈਏ, ਰਹੀਏ, ਜਕਾਰੇ ਛੱਡੀਏ, ਦਰਸ਼ਕ ਲੋਕਾਂ ਨੂੰ ਬੇਵਕੂਫ ਬਣਾਓ। ਪਰ ਸਾਡੇ ਲੋਕ ਕਦੋਂ ਸਹਿਰਦ ਹੋਣਗੇ, ਕਦੀ ਸੋਚਣਗੇ
ਚਾਹੇ ਉਹ ਨਸ਼ੇੜੀ ਸੀ, ਉਹਨੂੰ ਉੱਥੇ ਹਫ਼ਤਾ ਪਹਿਲਾਂ ਲਿਆਂਦਾ ਗਿਆ, ਮੰਨ ਲਓ ਲਿਆ ਕੇ ਮਾਰਿਆ ਗਿਆ, ਉਹਦੇ ਪਿੱਛੇ 2 ਬੱਚੀਆਂ ਉਹਦੀਆਂ ਆ। 3 ਜੇ ਅਸੀਂ ਲਖੀਮਪੁਰ ਖੇਰੀ ਦੀ ਗੱਲ ਕਰਦੇ, ਸਾਡੇ ਨਾਲ ਧੱਕਾ ਹੋਇਆ, ਤੇ ਜੇ ਅਸੀਂ ਵੀ ਆਹੀ ਕੰਮ ਕਰਾਂਗੇ ਤਾਂ ਫਿਰ ਫਰਕ ਕੀ ਆ ਸਾਡੇ ਤੇ ਹੋਰਾਂ ਦੇ ਵਿੱਚ? ਸਿੱਖ ਸਿਧਾਂਤ ਦਾ ਸਿੱਖਾਂ ਦੇ ਵਾਕਿਆਂ 'ਚ ਕੀ ਫਰਕ ਆ? ਫਿਰ ਆਖਰੀ ਵਿੱਚ ਕੀ ਕਰਦੇ ਆ? ਤੋੜ ਮਰੋੜ ਕੇ ਇਹ ਕਾਮਰੇਡ ਜੀ ਉਹਨੇ ਤਾਂ ਇਹ ਲਾਲ ਕੱਛੇ ਵਾਲਿਆਂ ਨੇ ਐ ਹੋ ਗਿਆ ਉਹ ਹੋ ਗਿਆ। ਮੈਂ ਕਿਹਾ ਤੁਸੀਂ ਕਿਹਾ ਸੀ ਵੀ ਉਹਨੇ ਤਾਂ ਕਸ਼ਹਿਰਾ ਪਾਇਆ ਸੀ, ਜਿਹਨੂੰ ਮਾਰ ਕੇ ਟੰਗਿਆ ਹੋਇਆ ਆ, ਉਹਨੇ ਕਸ਼ਹਿਰਾ ਪਾਇਆ, ਉਹਨੇ ਲਾਲ ਕੱਛਾ ਨਹੀਂ ਪਾਇਆ, ਠੀਕ ਹੈ ਨੀ? ਫਿਰ ਕਾਮਰੇਡਾਂ ਦੀਆਂ ਲੱਤਾਂ ਨਹੀਂ ਚੱਲਦੀਆਂ। ਉਹ ਯਾਰ 80% ਸਿੱਖ ਬੈਠੇ ਆ ਉੱਥੇ ਅੰਦੋਲਨ 'ਚ, 80% ਪੰਜਾਬ ਦੇ ਸਿੱਖ ਬੈਠੇ ਆ। ਤੁਸੀਂ ਸਿੱਖਾਂ ਦਾ ਅੰਦੋਲਨ ਕਾਮਰੇਡਾਂ ਦਾ ਬਣਾਤਾ, ਠੀਕ ਨੇ? ਸਿਰਫ ਕੀ ਹਾਂ ਵੀ ਜਿਹੜੀਆਂ ਅਸੀਂ ਗੱਲਾਂ ਕਹਿੰਦੇ ਸਾਡੀਆਂ ਗੱਲਾਂ ਕੋਈ ਸੁਣਦਾ ਨਹੀਂ। ਇਹ ਨੈਰੇਟਿਵ ਸਰਜਣ ਵਾਲੇ ਬਾਹਰ ਬੈਠੀ ਇੱਥੇ ਪਾਰਟੀ, ਇੱਕ ਪਾਰਟੀ ਇੰਡੀਆ ਬੈਠੀ ਆ, 2 ਪਾਰਟੀਆਂ ਮਿਲ ਕੇ ਨੈਰੇਟਿਵ ਸਜਦੀਆਂ ਆ, ਤੇ ਬਸ ਉਹਨਾਂ ਨੂੰ ਆਪਣੀ ਪੜਾਸ ਕੱਢਣੀ ਹੁੰਦੀ ਆ। ਮੇਰਾ ਖਿਆਲ ਹੋ ਸਕਦਾ ਕਈ ਇੱਦਾਂ ਦੇ ਰਾਈਟਰ ਵੀ ਹੋਣਗੇ ਕਿਤੇ ਪਿੰਡ 'ਚ ਕਾਮਰੇਡਾਂ ਤੋਂ ਜਿੱਤ ਨਾ ਸਕੇ ਹੋਣਗੇ ਇਲੈਕਸ਼ਨ ਦੇ ਵਿੱਚ, ਉਹ ਹੁਣ ਸਾਰੀ ਆਪਣੀ ਪੜਾਸ ਜਿਹੜੀ ਆ, ਜਾਂ ਉਹਨਾਂ ਤੇ ਸਵਾਲ ਕੀਤੇ ਹੋਣਗੇ ਨਾ ਠੱਗੀ ਮਾਰੀ ਹੋ, ਕਿਸੇ ਕਾਮਰੇਡ ਨੇ ਸਵਾਲ ਕੀਤੇ ਹੋਣਗੇ ਨਾ ਠੱਗੀ ਮਾਰੀ ਹੋ, ਤਾਂ ਕਾਮਰੇਡ ਉਹਨੇ ਲਾਈ ਆ। ਜਿੱਦਾਂ ਕਿ ਜਦੋਂ ਨਵੀਂ ਗੁਰਮਤਿ ਦੀ ਵਿਚਾਰਧਾਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋਈ ਆ, ਉਦੋਂ ਇਹ ਕਿਹਾ ਜਾਂਦਾ ਸੀ, ਉਦੋਂ ਸਰਨੇ ਹੁਣੀ ਕਾਂਗਰਸ ਵਾਲੇ ਸੀਗੇ, ਤਾਂ ਉਹਨਾਂ ਉਸ ਤੋਂ ਜੀ ਵਿਚਾਰਧਾਰਾ ਆਉਂਦੀ, ਕਹਿੰਦੇ ਇਹ ਕਾਮਰੇਡਾਂ ਦੀ ਆ। ਸੋ ਸਾਡਾ ਤਾਂ ਕੋਈ ਪੈਮਾਨਾ ਹੀ ਹੈ ਨਹੀਂ ਸਾਨੂੰ। ਮੈਂ ਗਰੰਟੀ ਕਰਦਾ ਗੁਰੂ ਨਾਨਕ ਪਾਤਸ਼ਾਹ ਅੱਜ ਦੀ ਡੇਟ ਦੇ ਵਿੱਚ ਆ ਕੇ ਆਪਣਾ ਗੁਰਦੁਆਰੇ ਕਹਿਣਗੇ ਆਹ ਗਲਤ ਹੈ, ਆਹ ਗਲਤ ਹੈ, ਕਹਿਣਾ ਇਹ ਕਾਮਰੇਡ ਆ ਗਿਆ। ਮੈਂ ਗਰੰਟੀ ਕਹਿੰਦਾ ਇਸ ਗੱਲ ਦੀ 110%। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਕਾਮਰੇਡ ਕਹਿ ਕੇ ਉਸ ਗੁਰਦੁਆਰੇ ਚੋਂ ਨਕਾਰ ਦਿੱਤਾ ਜਾਊਗਾ, ਹਾਂ ਵੀ ਤੁਹਾਡੀ ਕੋਈ ਜਗ੍ਹਾ ਨਹੀਂ ਇੱਥੇ। ਹਾਂਜੀ ਭਾਜੀ, ਆਪਾਂ ਵਿਚਾਰ ਸ਼ੁਰੂ ਕਰੀਏ ਜੀ। ਬਿਲਕੁਲ ਜੀ। ਹਾਂ, ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ, ਸੁਹਿਰਦ ਵੀਰਾਂ ਨੇ ਪੋਸਟਾਂ ਪਾਤੀਆਂ। ਦੇਖੋ ਜੀ, ਫਿਰ ਤਾਂ ਤੁਸੀਂ ਕੱਲ ਨੂੰ ਇਹ ਵੀ ਕਹੋਗੇ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਗਲਤ ਸੀਗੇ, ਉਹਨਾਂ ਨੇ ਮੱਸੇ ਰੰਗੜ ਦਾ ਸਿਰ ਵਧਿਆ। ਉਹ ਕਿੱਥੇ ਦੀ ਗੱਲ ਲਿਆ ਕੇ ਕਿੱਥੇ ਲਾ ਰਹੇ ਆ ਭਾਈ? ਉਦੋਂ ਇਹੋ ਜਿਹਾ ਹੀ ਰਾਜ ਸੀਗਾ, ਮੁਗਲਾਂ ਦਾ ਰਾਜ ਸੀ, ਮੁਗਲ ਜ਼ੁਲਮ ਕਰ ਰਹੇ ਸੀ, ਤੇ ਉਹਦੇ ਮੋਹਰੇ ਜਿਹੜਾ ਖੜਨਾ ਸੀਗਾ ਉਹ ਇੱਦਾਂ ਹੀ ਖੜਨਾ ਸੀ, ਜੋ ਮੁਗਲ ਕਰਦੇ ਸੀ ਉਹੀ ਤੁਸੀਂ ਕਰਨਾ ਸੀਗਾ। ਜੇ ਹੁਣ ਇੱਦਾਂ ਕਰਨਾ ਤਾਂ ਫਿਰ ਛੱਡੋ। ਇੱਕ ਪਾਸੇ ਤੁਸੀਂ ਕਹਿੰਦੇ ਆ ਅਸੀਂ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਹਾਂ ਵੀ ਇਹ ਬਿੱਲ ਰੱਦ ਕਰਾਉਣੇ ਆ, ਦੂਜੇ ਪਾਸੇ ਤੁਸੀਂ ਆਪਣੀ ਸ਼ਬਦਾਵਲੀ ਦੇਖ ਰਿਹਾ ਕਰੋ। ਇਹ ਕਾਨੂੰਨ ਦੇ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ। ਹੁਣ ਨਿਹੰਗ ਦੀ ਕੱਲ ਪਹਿਲੀ ਗੱਲ ਉਹਨੇ ਕਹੀ ਆ, ਜਿਹੜਾ ਇਹਨਾਂ ਦਾ ਮੇਨ ਆ, ਉਹ ਕਹਿੰਦਾ ਅਸੀਂ ਕਾਨੂੰਨ 'ਚ ਵਿਸ਼ਵਾਸ ਹੀ ਨਹੀਂ ਰੱਖਦੇ। ਤੇ ਫਿਰ ਇੱਥੇ ਕਿਉਂ ਬੈਠੇ ਆ? ਇੱਥੇ ਤਾਂ ਕਾਨੂੰਨ ਦੇ ਜਿਹੜੇ ਬਿੱਲ ਆ ਉਹ ਰੱਦ ਕਰਾਉਣ ਲਈ ਬੈਠੇ ਆ ਨਾ। ਜਾਓ ਆਪਣਾ ਲੜਾਈ ਲੜੋ, ਸਿੱਧੀ ਫੌਜਾਂ ਲੈ ਕੇ ਚੜ ਜਾਓ, ਦਿੱਲੀ ਦੇ ਉੱਤੇ ਕਰ ਲਓ ਹਮਲਾ, ਜਿੱਦਾਂ 26 ਨੂੰ ਕੀਤਾ। ਫੌਜਾਂ ਲੈ ਕੇ ਅਸੂਤੋਸ਼ ਦਾ ਡੇਰਾ ਆ, ਬਹੁਤ ਕੁਛ ਆ, ਉਹ ਤਾਂ ਉਹਨਾਂ ਦਾ ਹੀ ਆ ਜੀ, ਉਹ ਤਾਂ ਇਹਨਾਂ ਦਾ ਹੀ ਆ ਜੀ। ਪਰ ਤੁਸੀਂ ਸਿੱਧਾ ਮੋਦੀ ਦੇ ਉੱਤੇ ਕਰੋ, ਪਾਰਲੀਮੈਂਟ ਤੇ ਹਮਲਾ ਕਰੋ ਸਿੱਧਾ ਜਾ ਕੇ। ਜੇ ਤੁਸੀਂ ਕਹਿੰਦੇ ਅਸੀਂ ਕਾਨੂੰਨ 'ਚ ਵਿਸ਼ਵਾਸ ਹੀ ਨਹੀਂ ਰੱਖਦੇ, ਤੇ ਇੱਥੇ ਬੈਠਣ ਦਾ ਤੁਹਾਡਾ ਕੋਈ ਮਤਲਬ ਨਹੀਂ। ਪਰ ਸਾਡੇ ਵਾਲੇ ਉਹਨਾਂ ਦੀ ਦੇਖ ਕੇ ਇੰਟਰਵਿਊ ਸਾਰਾ ਕੁਝ ਫੇਰ ਨਹੀਂ ਦਿਮਾਗ ਯੂਜ਼ ਕਰਦੇ, ਫਿਰ ਕਹਿੰਦੇ ਨਾ ਜੀ ਇਹ ਤਾਂ ਪੰਥਕ ਹੈ ਜੀ। ਪਤਾ ਨਹੀਂ ਯਾਰ, ਮੈਨੂੰ ਸਮਝ ਨਹੀਂ ਆਉਂਦੀ। ਕਈ ਵਾਰ ਰੋਣਾ ਆਉਂਦਾ ਆਪਣੀ ਕੌਮ ਤੇ ਵੀ ਇਹ ਦਿਮਾਗ ਸਾਡੇ ਕਦੋਂ ਐਜੂਕੇਟ ਹੋਵਾਂਗੇ। ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜਗਮੋਹਨ ਸਿੰਘ ਜੀ, ਜਿੰਨਾ ਚਿਰ ਅਸੀਂ ਐਜੂਕੇਟਡ ਨਹੀਂ ਨਾ। ਹੋਰ ਵੀ ਪ੍ਰੋਬਲਮ ਹੈ ਵੀਰ ਵਰਿੰਦਰ ਸਿੰਘ ਜੀ, ਜੇ ਕੋਈ ਸਾਡਾ ਵਿਰੋਧੀ, ਮਤਲਬ ਜਿਹਨੂੰ ਅਸੀਂ ਲਾਈਕ ਨਹੀਂ ਕਰਦੇ, ਕੋਈ ਪ੍ਰਚਾਰਕ, ਕੋਈ ਧੜਾ, ਕੋਈ ਜੇ ਕਿਤੇ ਉਹਦੀ ਸਪੋਰਟ ਕਰ ਦਿੰਦਾ ਨਾ, ਵੀ ਉਹ ਗਲਤ ਗੱਲ ਨੂੰ ਕਹਿੰਦਾ ਗਲਤ ਆ, ਅਸੀਂ ਉਹਨੂੰ ਸਹੀ ਕਹਿਣਾ। ਫਿਰ ਅਸੀਂ ਉਸ ਗੱਲ ਨੂੰ ਸਹੀ ਕਹਿਣਾ, ਕਿਉਂਕਿ ਫਲਾਣੇ ਧੜੇ ਨੇ ਉਸ ਗੱਲ ਨੂੰ ਗਲਤ ਕਹਿ ਦਿੱਤਾ ਆ। ਬਿਲਕੁਲ, ਬਹੁਤ ਸਾਰੇ 90% ਲੋਕਾਂ ਤੇ ਹੁੰਦੇ ਆ। ਅੱਜ ਆਪਾਂ ਲੈ ਕੇ ਆਏ ਆ ਸਰਦਾਰ ਇਕਬਾਲ ਸਿੰਘ ਲਾਲ ਸਿੰਘ ਪੁਰਾ ਨੂੰ, ਉਹ ਹੁਣ ਬੀਜੇਪੀ ਨੂੰ ਸਪੋਰਟ ਕਰਦੇ, ਬੀਜੇਪੀ ਦੀ ਪਾਰਟੀ ਨੂੰ ਗਏ ਆ, ਬੀਜੇਪੀ ਨੂੰ ਕੀਤੇ, ਠੀਕ ਹੈ, ਉਹਦੀ ਪਰਸਨਲ ਓਪੀਨੀਅਨ ਆ। ਹੋ ਸਕਦਾ ਮੈਂ ਬੀਜੇਪੀ ਨੂੰ, ਤੁਸੀਂ ਬੀਜੇਪੀ ਨੂੰ ਨਹੀਂ ਸਪੋਰਟ ਕਰਦੇ ਅਸੀਂ, ਪਰ ਸਾਡਾ ਕੰਮ ਹੈ ਸੰਵਾਦ ਰਚਾਉਣਾ, ਲੈ ਕੇ ਆਈਏ ਜਿੱਤੇ ਸੰਵਾਦ ਨਹੀਂ ਚਾਹੁੰਦੇ। ਅੱਛਾ, ਦੂਜੀ ਗੱਲ ਹੈ, ਜਿਹੜੇ ਬੰਦੇ ਨੇ ਪਹਿਲਾਂ ਉਹ ਬਾਬਾ ਉਹਨਾਂ ਦਾ ਮੇਨ ਕਹਿੰਦਾ ਸੀ ਮੈਂ ਵੱਢਿਆ, ਪੱਗ ਤੇ ਵੀ ਪਤਾ ਇੱਥੇ ਲੱਗਿਆ ਸੀ, ਉਹਦੇ ਲਹੂ ਲੱਗਿਆ ਸੀ ਕੋਸੀ, ਉਹ ਬਾਅਦ ਮੁੜੇ ਨਹੀਂ ਆਇਆ। ਜਦੋਂ ਫੜਾਉਣ ਦੀ ਵਾਰੀ ਆਈ, ਉਹ ਵਿਚਾਰਾ ਲਿੱਦ ਚੱਕਣ ਵਾਲਾ ਆ, ਉਹਨੂੰ ਚੱਕ ਕੇ ਫੜਾ ਦਿੱਤਾ, ਹਨਾ। ਜਾਂ ਤਾਂ ਹੁਣ ਜਿਹੜਾ ਮੇਨ ਬਾਬਾ ਆ, ਜਿਹੜਾ ਤੂੰ ਕਹਿੰਦੇ ਲੀਡਰ ਆਪਣੀ ਜ਼ਿੰਮੇਵਾਰੀ ਚੱਕਣ, ਤਾਂ ਬਾਬਾ ਕਹਿੰਦਾ ਮੈਂ ਮਾਰਿਆ, ਮੈਨੂੰ ਲੈ ਕੇ ਜਾਓ, ਫੜੋ, ਮੈਂ ਵੱਢਿਆ, ਮੈਂ ਇਸ ਕਤਲ ਦਾ, ਉਹ ਵਿਚਾਰਾ ਗਰੀਬ, ਉਹਨੂੰ ਕਿਹਾ ਹੋਣਾ ਕੋਈ ਤੈਨੂੰ ਛੁਡਾ ਲਵਾਂਗੇ, ਆਪਣੀ ਸਰਕਾਰ ਆਪਣੇ ਨਾਲ ਹੀ ਆ, ਤੈਨੂੰ ਛੁਡਾਉਣਾ ਸਾਡਾ ਫਰਜ਼ ਆ। ਜੇ ਅੰਦਰ ਵੀ ਰਹਿ ਲੂਗਾ ਤੇ ਉਹ ਕਿਹੜਾ ਕੋਈ ਘਰ ਨਾ ਠਾਪਣਾ, ਅੰਦਰ ਵੀ ਰਹਿ ਜੂ, ਕੋਈ ਗੱਲ ਨਹੀਂ ਆ, ਕੋਈ ਚੱਕਰ ਨਹੀਂ। ਉੱਥੇ ਵੀ ਲੈਦੀ ਚੱਕਣੀ ਸੀ। ਆਪਾਂ ਸ਼ਬਦ ਵਿਚਾਰਤੇ। ਬਿਲਕੁਲ ਜੀ। ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ ਭਾਈ, ਸਾਡੀ ਇੱਕ ਨਾ ਗੱਲ ਮੰਨੋ, ਆ ਗੁਰੂ ਨਾਨਕ ਪਾਤਸ਼ਾਹ ਜੋ ਸ਼ਬਦ 'ਚ ਕਹਿ ਰਹੇ ਉਹ ਜ਼ਰੂਰ ਮੰਨ ਲਿਓ। ਸੋ ਸ਼ਬਦ ਕੁਦਰਤੀ, ਉਹ ਕਹਿੰਦੇ ਨਾ ਗੁਰਬਾਣੀ, ਪੁਰਾਣੇ ਸਿੰਘ ਜਦੋਂ
ਕੋਈ ਗੱਲ ਸਮਝ ਨਹੀਂ ਸੀ ਆਉਂਦੀ ਹੁੰਦੀ, ਕੋਈ ਫੈਸਲਾ ਨਹੀਂ ਸੀ ਲਿਆ ਜਾਂਦਾ, ਤੇ ਗੁਰਬਾਣੀ 'ਚੋਂ ਵਾਕ ਲੈ ਲੈਂਦੇ ਹੁੰਦੇ ਸੀ ਵੀ ਗੁਰੂ ਸਾਨੂੰ ਕੀ ਕਹਿੰਦਾ ਆ। ਆਪਾਂ ਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਕੀ ਗੱਲ ਕਰਨੀ ਆ। ਇਕਬਾਲ ਸਿੰਘ ਲਾਲਪੁਰਾ ਉਹਨਾਂ ਨੇ ਨਾ ਕਦੀ ਫੋਨ 'ਤੇ ਗੱਲ ਹੋਈ ਸੀ ਨਾ ਕੁਛ, ਪਰ ਆਹ ਸ਼ਬਦ ਜਦੋਂ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਸਮਝ ਆ ਜਾਊਗੀ ਵੀ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਕੀ ਕਹਿ ਰਹੇ ਆ, ਵੀ ਉਹਨਾਂ ਤੋਂ ਆਪਾਂ ਕੀ ਸਿੱਖਣਾ ਹੈ। ਸੋ ਧਨਾਸਰੀ ਰਾਗ ਦੇ ਵਿੱਚ ਸ਼ਬਦ ਆ, ਇਹ 660 ਅੰਕ ਦੇ ਉੱਤੇ ਸ਼ਬਦ ਆ। ਰਾਗ ਧਨਾਸਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ। ਇਹ ਮੇਰਾ ਖਿਆਲ ਜਿੱਥੇ ਰਾਗ ਧਨਾਸਰੀ ਸ਼ੁਰੂ ਹੁੰਦਾ ਨਾ, ਦੂਸਰਾ ਜਾਂ ਤੀਸਰਾ ਸ਼ਬਦ ਹੀ ਹੈ, ਜੇ ਮੈਂ ਗਲਤ ਨਹੀਂ ਹਾਂ ਤਾਂ ਉੱਥੋਂ ਹੀ ਸ਼ੁਰੂ ਹੁੰਦਾ ਰਾਗ। ਤੋਂ ਪਹਿਲਾਂ ਇੱਕ ਜਾਂ ਦੋ ਸ਼ਬਦ ਹੀ ਆ ਪਹਿਲੇ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇਹ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਸੇ ਨੂੰ, ਇੱਕ ਦਮ ਦਾ ਆਦਮੀ ਆ। ਅੱਜ ਸਾਹ ਆਇਆ, 1 ਸਕਿੰਟ ਬਾਅਦ ਜੇ ਨਹੀਂ ਆਇਆ ਤੇ ਬੰਦਾ ਖਤਮ ਆ। ਇਹਨੂੰ ਤੂੰ ਐਜ਼ ਏ ਗਰੰਟੀ ਨਾ ਲੈ। ਜਦੋਂ ਤੂੰ ਐਜ਼ ਏ ਗਰੰਟੀ ਲੈ ਲੈਣਾ ਆ, ਫਿਰ ਤੇਰੇ 'ਚ ਪ੍ਰੋਬਲਮ ਆ। ਤੈਨੂੰ ਆਪਣੀ ਮਿਆਦ ਦਾ ਕੋਈ ਪਤਾ ਨਹੀਂ। ਪਰ ਅਸੀਂ ਦੁਨਿਆਵੀ ਮਾਇਆ ਵਿੱਚ, ਦੁਨਿਆਵੀ ਕੰਮਾਂ 'ਚ ਇੰਨੇ ਕੁ ਅੰਨੇ ਹੋ ਜਾਂਦੇ, ਸਾਨੂੰ ਲੱਗਦਾ ਅਸੀਂ ਤਾਂ ਕਦੀ ਮਰਨਾ ਹੀ ਨਹੀਂ, ਅਸੀਂ ਤਾਂ ਕਦੀ ਜਾਣਾ ਹੀ ਨਹੀਂ। ਬੜੇ ਬੜੇ ਆਏ ਤੇ ਬੜੇ ਬੜੇ ਚਲੇ ਗਏ। ਮੇਰੇ ਹਿਸਾਬ ਦੇ ਨਾਲ ਹਿੰਦੁਸਤਾਨ ਦਾ, ਭਾਰਤ ਦਾ ਜੇ ਕੋਈ ਸਭ ਤੋਂ ਸਮਾਰਟ ਪ੍ਰਧਾਨ ਮੰਤਰੀ ਰਿਹਾ ਤੇ ਉਹ ਮਨਮੋਹਨ ਸਿੰਘ ਆ। ਕੱਲ੍ਹ ਤਾਂ ਉਹਨਾਂ ਨੂੰ ਕੁਝ ਨਹੀਂ ਹੋਇਆ, ਉਹ ਗਲਤ ਖਬਰ ਸੀ, ਪਰ ਉਹਨਾਂ ਦਾ ਐਂਡ ਸਮਾਂ ਆ, ਸਭ ਨੂੰ ਪਤਾ ਆ ਕਿ ਕਾਫੀ ਏਜਡ ਹੋ ਚੁੱਕੇ ਆ, ਬਿਮਾਰ ਵੀ ਆ। ਸੋ ਕਿਸੇ ਟਾਈਮ ਵੀ ਉਹਨਾਂ ਦੀ ਆਹ ਖਬਰ ਆ ਸਕਦੀ ਆ ਕਿ ਇੱਕਦਮ ਦੀ ਗੱਲ ਆ, ਪਤਾ ਨਹੀਂ ਕੱਲ੍ਹ ਨੂੰ ਹੋਣਾ ਕਿ ਨਹੀਂ ਹੋਣਾ। ਸੋ ਸਮਾਰਟ ਤੋਂ ਸਮਾਰਟ ਬੰਦੇ ਵੀ ਆਏ, ਉਹ ਵੀ ਚਲੇ ਗਏ। ਜਿਹੜੇ ਆਪਣੇ ਆਪ 'ਤੇ ਬਹੁਤ ਮਾਣ ਕਰਦੇ ਸੀ, ਉਹ ਕਹਿੰਦੇ ਸਿਕੰਦਰ ਵੀ ਜਾਂਦੇ ਆ ਖਾਲੀ ਹੱਥ ਐਂ ਕਰਕੇ ਗਿਆ ਸੀ ਵੀ ਦੇਖ ਲਓ ਮੈਂ ਕੁਛ ਨਹੀਂ ਲੈ ਕੇ ਜਾ ਰਿਹਾ। ਸੋ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇਹ ਸਮਝ ਲਾ ਤੂੰ ਭਾਈ, ਤੇਰੀ ਮਿਆਦ ਕੋਈ ਨਹੀਂ ਹੈਗੀ, ਕੋਈ ਗਰੰਟੀ ਨਹੀਂ ਹੈਗੀ। ਨਾਨਕ ਬਿਨਵੇ ਤਿਸੇ ਸਰੇਵੋ, ਕਿਹਨੂੰ ਸਰੇਵੋ, ਕਿਹਨੂੰ ਸਿਮਰਨ ਕਰੋ, ਕਿਹਦੇ ਪਿੱਛੇ ਲੱਗੋ ਜਾ ਕੇ ਜੀ ਪ੍ਰਾਣਾ, ਜਿੰਨੇ ਤੈਨੂੰ ਆਹ ਸਵਾਹ ਦਿੱਤੇ ਹੋਏ ਆ। ਹੁਣ ਉਹ ਡੈਫੀਨੇਸ਼ਨ ਤੁਸੀਂ ਹਰ ਇੱਕ ਨੇ ਆਪਣੀ ਆਪਣੀ ਬਣਾਈ ਹੋਈ ਆ। ਰੱਬ, ਅਕਾਲ ਪੁਰਖ, ਵਾਹਿਗੁਰੂ, ਨਿਯਮ, ਕੁਦਰਤ, ਜੋ ਮਰਜ਼ੀ ਕਹ ਲਓ। ਜਿੰਨੇ ਆ ਸਾਹ ਚੱਲਦੇ ਰੱਖੇ ਆ ਨਾ, ਜਿਹੜਾ ਪਤਾ ਨਹੀਂ 1 ਸਕਿੰਟ ਬਾਅਦ ਕਿੱਥੇ ਚੱਲ ਜਾਣਾ, ਉਹਨੂੰ ਸਰੇਵੋ। ਕਿਸੇ ਬਾਬੇ ਦੇ ਮਗਰ ਨਾ ਲੱਗੋ ਜਿਹਦੇ ਕੱਲ੍ਹ ਨੂੰ ਪੜਾਕਾ ਪੈ ਜਾਣਾ। ਕਿਸੇ ਸੰਤ ਦੇ, ਜਿਹਨੂੰ ਤੁਸੀਂ ਸੰਤ ਬਾਬਾ ਜੀ ਫਲਾਣੇ, ਬ੍ਰਹਮ ਗਿਆਨੀ ਜੀ ਫਲਾਣੇ, ਉਹਨਾਂ ਦੇ ਪਿੱਛੇ ਨਾ ਲੱਗੋ। ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਆ। ਜਿੰਨੇ ਇਹ ਸਵਾਸ ਦਿੱਤੇ ਆ ਉਹਦੇ ਮਗਰ ਲੱਗ। ਆ ਜਿਨ੍ਹਾਂ ਨੇ ਖਤਮ ਹੋ ਜਾਣਾ, ਜਿਹਦਾ ਕੱਲ੍ਹ ਦਾ ਨਹੀਂ ਪਤਾ, ਉਹਨਾਂ ਮਗਰ ਨਾ ਲੱਗ। ਅੰਧੇ ਜੀਵਨਾ ਵਿਚਾਰ ਦੇਖ, ਕੇਤੇ ਕੇ ਦਿਨਾ। ਕਹਿੰਦੇ ਹੇ ਅੰਨਿਆ, ਤੂੰ ਅੰਨਾ ਹੋਇਆ ਪਿਆ ਆ ਆਪਣੇ ਹੰਕਾਰ 'ਚ, ਮਾਇਆ ਦੇ ਵਿੱਚ। ਕਹਿੰਦੇ ਸਮਝ ਲਾ, ਸੋਚ ਲਾ ਇਹ ਵੀ ਇਹ 1 ਸਕਿੰਟ ਦੀ ਜ਼ਿੰਦਗੀ ਆ। ਦੇਖ ਕੇਤੇ ਕੇ ਦਿਨਾ, ਕਿੰਨੇ ਕੁ ਦਿਨ ਆ, ਕੋਈ ਗਰੰਟੀ ਨਹੀਂ ਹੈਗੀ। ਜਦੋਂ ਇਸ ਹਿਸਾਬ ਨਾਲ ਚੱਲੇਗਾ ਤੇ ਆਪੇ ਹੀ ਸੱਚ ਤੇ ਚੱਲੇਗਾ, ਆਪੇ ਹੀ ਗੁਣਾਂ ਦੀ ਗੱਲ ਕਰੇਗਾ। ਤੈਨੂੰ ਪਤਾ ਆ ਵੀ ਕੱਲ੍ਹ ਤੱਕ ਮੇਰਾ ਕੋਈ ਪਤਾ ਨਹੀਂ, ਮੈਂ ਕੋਈ ਚੰਗਾ ਕੰਮ ਕਰ ਜਾਵਾਂ। ਜਦੋਂ ਬੰਦਾ ਸੋਚਦਾ ਮੈਨੂੰ ਤਾਂ ਕੁਛ ਹੋਣਾ ਹੀ ਨਹੀਂ, ਮੈਂ ਆ 5-7 ਸਾਲ 10 ਸਾਲ ਹੋਰ ਠੱਗੀਆਂ ਮਾਰ ਲੈਣਾ, ਬਾਅਦ 'ਚ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ 10-20 ਸਾਲ। ਇੱਦਾਂ ਹੀ ਚੱਲਦਾ ਆ ਰਿਹਾ, ਕਿਉਂਕਿ ਸਾਨੂੰ ਪੁਜਾਰੀ ਨੇ ਇਹੀ ਪੜ੍ਹਾਇਆ ਵੀ ਭਾਈ ਐਂਡ ਵੇਲੇ 'ਚ ਤੁਸੀਂ ਸਿਮਰਨ ਕਰ ਲਿਓ, ਤੁਹਾਡੇ ਸਾਰੇ ਪਾਪ ਧੁਲ ਜਾਣੇ ਆ। ਇੱਦਾਂ ਕੋਈ ਨਹੀਂ ਪਾਪ ਧੁਲਣਾ। ਉਹਦੇ 'ਚ ਸੁਖਮਨੀ ਸਾਹਿਬ 'ਚ ਆਉਂਦਾ ਆ, ਉਹ ਵੀ ਆਪਾਂ ਨਾਲ ਸ਼ਬਦ ਨਾਲ ਹੀ ਵਿਚਾਰੀ ਜਾਂਦੇ ਆ। ਉਹ ਕਹਿੰਦੇ ਬਾਬਾ ਨਾਂਗੜਾ ਆਇਆ, ਸੁਖਮਨੀ ਸਾਹਿਬ ਕਰਿਆ, ਆਨੰਦ ਸਾਹਿਬ 'ਚ ਆਉਂਦਾ, ਬਾਬਾ ਨਾਂਗੜਾ ਆਇਆ ਜੱਗ ਮੈਂ, ਦੁੱਖ ਸੁੱਖ ਲੇਖ ਲਿਖਾਇਆ। ਨੰਗਾ ਹੀ ਆਇਆ ਭਾਈ, ਇਹ ਦੁੱਖ ਸੁੱਖ ਤੇਰੇ ਕਰਮਾਂ ਦਾ ਹੀ ਆ, ਜੋ ਤੂੰ ਇੱਥੇ ਕੀਤਾ ਆ ਉਹਦੇ ਨਾਲ ਹੀ ਤੇਰਾ ਲੇਖ ਬਣਿਆ। ਲਿਖਿਆੜਾ ਸਾਹਾ ਨਾ ਟਲੇ, ਜਿਹਾ ਪੁਰਬ ਕਮਾਇਆ। ਹੁਣ ਅਸੀਂ ਪੁਰਬ ਨੂੰ ਪਿਛਲਾ ਜਨਮ ਸਮਝ ਲਿਆ, ਨਹੀਂ, ਜੋ ਤੂੰ ਅੱਜ ਤੱਕ ਕੀਤਾ ਨਾ, ਉਹਦੇ ਜਿਹੜਾ ਰਿਜ਼ਲਟ ਆ ਉਹ ਤੇਰਾ ਸਾਹਾ ਨਹੀਂ ਟਲਣਾ ਕਦੇ ਵੀ। ਉਹ ਤੈਨੂੰ ਭੁਗਤਣਾ ਹੀ ਪੈਣਾ ਆ। ਉਹ ਅੱਜ ਭੁਗਤ ਲਾ, ਕੱਲ੍ਹ ਭੁਗਤ ਲਾ। ਸੋ ਉਹ ਜਿਹੜਾ ਬੰਦਾ ਵੱਢਿਆ ਗਿਆ ਉਹ ਵੀ ਭੁਗਤਿਆ ਉਹਨੇ, ਜੋ ਉਹਨੇ ਕੀਤਾ ਆ। ਤੇ ਜਿਨ੍ਹਾਂ ਨੇ ਵੱਢਿਆ ਆ, ਜੇ ਉਹਨਾਂ ਨੇ ਕਿਸੇ ਗਲਤ ਤਰੀਕੇ ਨਾਲ, ਉਹਨਾਂ ਨੇ ਵੀ ਭੁਗਤਣਾ ਆ। ਫੜਾ ਜਿਹਨੂੰ ਮਰਜ਼ੀ ਦੇਣ, ਉਹ ਇੱਥੇ ਫੈਸਲਾ ਹੋਣਾ ਹੀ ਹੋਣਾ ਆ। ਦੇਰ ਹੋ ਜਾਊਗਾ ਪਰ ਅੰਧੇਰ ਨਹੀਂ ਹੁੰਦਾ। ਗੁਰੂ ਦੇ ਘਰ ਦੇ ਵਿੱਚ, ਸੱਚਾਈ ਦੇ ਘਰ ਦੇ ਵਿੱਚ, ਸੱਚ ਦੇ ਘਰ ਦੇ ਵਿੱਚ ਕਦੀ ਅੰਧੇਰ ਨਹੀਂ ਹੁੰਦਾ, ਦੇਰ ਹੋ ਸਕਦੀ। ਅੱਗੇ ਹੈਗਾ ਜੀ, ਕਹਿੰਦੇ ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਕਹਿੰਦੇ ਸਾਰਾ ਕੁਝ ਤੂੰ ਹੀ ਦਿੱਤਾ ਹੋਇਆ, ਸਾਹ ਵੀ, ਮਾਸ ਵੀ, ਸਾਰਾ ਕੁਝ ਤੇਰਾ ਦਿੱਤਾ ਹੋਇਆ। ਜਦੋਂ ਆਪਾਂ ਤੇਰਾ ਕਹਿੰਦੇ ਆ ਨਾ, ਉਹ ਕਈ ਵਾਰੀ ਕਨਫਿਊਜ਼ਨ ਹੋ ਜਾਂਦਾ ਆ।
ਮੈਂ ਬਹੁਤ ਸਾਰੇ ਇਸ ਪ੍ਰੋਗਰਾਮ 'ਚ ਗੱਲ ਕਰ ਚੁੱਕਾ। ਤੁਸੀਂ ਇਹਨੂੰ ਮੁੱਦਾ ਨਾ ਬਣਾਓ ਵੀ ਰੱਬ ਕੀ ਆ। ਕੁਛ ਤਾਂ ਹੈ ਨਾ ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਦਿੱਤਾ, ਜਿਹੜਾ ਸਵਾਸ ਚਲਾ ਰਿਹਾ, ਉਹਨੂੰ ਨਾ ਤੁਸੀਂ ਜੋ ਮਰਜ਼ੀ ਆਪਣੀ ਮਰਜ਼ੀ ਦਾ ਦਿਓ, ਕੁਦਰਤ ਦਿਓ, ਨਿਯਮ ਦਿਓ, ਮੈਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ। ਰੱਬ ਦਿਓ, ਅਕਾਲ ਪੁਰਖ ਦਿਓ, ਵਾਹਿਗੁਰੂ ਦਿਓ, ਰਾਮ ਦਿਓ, ਰਹੀਮ ਦਿਓ, ਅੱਲਾ ਦਿਓ, ਜੋ ਮਰਜ਼ੀ ਨਾਮ ਦਿਓ। ਪਰ ਜਿੰਨੇ ਵੀ ਤੁਸੀਂ ਮੰਨਦੇ ਆ ਵੀ ਇਹ ਸਭ ਕੁਝ ਦਿੱਤਾ ਹੋਇਆ, ਹਾਂਜੀ ਹੋਲਡ ਰੱਖਿਓ, ਆਪਾਂ ਵਿਚਾਰ ਖਤਮ ਕਰ ਲਈਏ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ। ਥੈਂਕ ਯੂ। ਸੋ ਉਹ ਕਹਿੰਦੇ ਜੇ ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ, ਮੈਨੂੰ ਬਹੁਤ ਪਿਆਰਾ ਆ ਤੂੰ, ਬਹੁਤ ਵਧੀਆ ਲੱਗਦਾ ਆ। ਨਾਨਕ ਸ਼ਾਇਰ ਏਮ ਕਹਿਤ ਹੈ ਸੱਚੇ ਪਰਵਰਦਿਗਾਰਾ, ਪਰ ਮੈਂ ਤਾਂ ਐਂ ਕਹਿੰਦਾ ਤੂੰ ਹੀ ਸੱਚਾ ਆ, ਤੂੰ ਹੀ ਪਰਵਰਦਿਗਾਰ ਆ, ਤੂੰ ਹੀ ਸਭ ਕੁਝ ਦਿੱਤਾ ਹੋਇਆ, ਜਿੰਦ ਸਾਰਾ ਕੁਝ ਤੇਰਾ ਦਿੱਤਾ ਹੋਇਆ। ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੇ ਗਹਿਣਾ। ਜੇ ਤੂੰ ਨਾ ਦਵੇਂ, ਇਹ ਜੇ ਨਾ ਦਵੇਂ, ਮੰਨ ਲਾ ਤੈਨੂੰ ਆਹ ਦਾਤ ਨਾ ਮਿਲੇ, ਫਿਰ ਕੋਈ ਇਹੋ ਜਿਹੀ ਚੀਜ਼ ਹੈਗੀ ਇਹਨੂੰ ਦੇ ਕੇ ਤੂੰ ਉਹ ਲੈ ਲਵੇਂ ਜਿਹਦੇ ਬੱਟੇ ਤੂੰ ਲੈ ਸਕੇ। ਉਹ ਨਹੀਂ ਹੈ। ਉਹ ਸਿਰਫ ਤੈਨੂੰ ਤੇਰੇ ਗੁਣ ਤੇ ਤੇਰਾ ਪਿਆਰ ਜਿਹੜਾ ਉਹਦੇ ਨਾਲ ਆ, ਉਹਦੇ ਬੱਟੇ ਹੀ ਮਿਲਣੇ ਆ। ਹੋਰ ਕਿਸੇ ਚੀਜ਼ ਦੇ ਪੈਸੇ ਬੱਟੇ ਜਾਂ ਕਿਸੇ ਬੱਟੇ ਤੂੰ ਨਹੀਂ ਲੈ ਸਕਦਾ। ਨਾਨਕ ਬਿਨਵੇ ਸੋ ਕਿਛ ਪਾਈਏ, ਪੂਰਬ ਲਿਖੇ ਕਾ ਲੈਣਾ, ਜਿਹੜੀ ਆਪਾਂ ਆਨੰਦ ਸਾਹਿਬ 'ਚ ਗੱਲ ਕੀਤੀ ਹੈ। ਕਹਿੰਦੇ ਉਹੀ ਕੁਛ ਮਿਲਣਾ ਤੈਨੂੰ ਜੋ ਤੂੰ ਆਪਣੇ ਮੱਥੇ ਤੇ ਲਿਖ ਲਿਆ ਆ। ਇਹ ਨਹੀਂ ਜੋ ਤੇਰੇ ਮੱਥੇ ਤੇ ਲਿਖਿਆ ਗਿਆ, ਜੋ ਤੂੰ ਆਪਣੇ ਮੱਥੇ ਤੇ ਲਿਖ ਲਿਆ ਆ। ਜਿਹੇ ਜੇ ਤੂੰ ਆਪਣਾ ਸੁਭਾਅ ਬਣਾ ਲਿਆ, ਜਿਹੇ ਜਿਹੀਆਂ ਤੂੰ ਆਪਣੀਆਂ ਆਦਤਾਂ ਬਣਾ ਲਈਆਂ ਆ, ਜਿਹੇ ਜਿਹਾ ਤੂੰ ਬਣ ਚੁੱਕਾ ਆ, ਉਹਦਾ ਹੀ ਤੈਨੂੰ ਰਿਜ਼ਲਟ ਜਿਹੜਾ ਆ ਉਹ ਭੁਗਤਣਾ ਪੈਣਾ। ਉਹੀ ਤੇਰੇ ਕਰਮ ਬਣ ਜਾਣੇ ਆ। ਨਾਮ ਖਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਉਣਾ। ਆਪਾਂ ਆਹੀ ਕੁਛ ਕਰ ਰਹੇ ਆ। ਗੁਣਾਂ ਨੂੰ ਧਾਰਨ ਨਹੀਂ ਕਰਨਾ, ਕਪਟ ਦੇ ਨਾਲ ਅਸੀਂ ਕੁਛ ਕਰ ਲਈਏ। ਰੱਬ ਨਾਲ ਵੀ ਕਪਟ, ਵੀ ਇੰਨੇ ਪ੍ਰਸ਼ਾਦ ਕਰ ਲਵਾਂ, ਇੰਨੇ ਅਖੰਡ ਪਾਠ ਕਰਾ, ਇਹ ਕਪਟ ਆ ਰੱਬ ਨਾਲ। ਅਸੀਂ ਰੱਬ ਨਾਲ ਵੀ ਕਪਟ ਕਰ ਰਹੇ ਹਾਂ, ਅਕਾਲ ਪੁਰਖ ਨਾਲ ਵੀ ਕਪਟ ਕਰ ਰਹੇ ਹਾਂ, ਕੁਦਰਤ ਨਾਲ ਵੀ ਕਪਟ ਕਰ ਰਹੇ ਹਾਂ। ਨਾਮ ਖਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਣਾ। ਕਹਿੰਦੇ ਤੂੰ ਉਹੀ ਕੁਛ ਕਰ ਰਿਹਾ। ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛੂਤਾਣਾ। ਜਦੋਂ ਜਮਾਂ ਦੀ ਮਾਰ ਪੈਂਦੀ ਆ, ਜਦੋਂ ਬਕਾਰਾਂ ਨੇ ਧੂਣਾ ਤੈਨੂੰ ਆ ਕੇ, ਇਹ ਜਮ ਉਹ ਨਹੀਂ ਮਰਨ ਤੋਂ ਬਾਅਦ ਵਾਲੇ, ਇਹ ਜਿਉਂਦੇ ਜੀ ਜਦੋਂ ਬਕਾਰਾਂ ਨੇ ਤੈਨੂੰ ਧੂਣਾ ਆ, ਫਿਰ ਤੂੰ ਪਛਤਾਣਾ ਵੀ ਹਾਏ ਜਾ ਉਦੋਂ ਮੈਂ ਆਹ ਕੰਮ ਕਰ ਲੈਂਦਾ ਚੰਗਾ ਸੀ, ਆਹ ਮੈਂ ਕਿਉਂ ਕੀਤਾ। ਜੇ ਹੁਣ ਉਹਨੇ ਬੰਦੇ ਨੇ ਬੇਅਦਬੀ ਕੀਤੀ ਆ, ਤੇ ਜਦੋਂ ਟੰਗਿਆ ਹੋਇਆ ਸੀਗਾ ਸੋਚਦਾ ਤਾਂ ਹੋਊਗਾ ਕਿਉਂ ਕੀਤਾ ਇਹ ਕੰਮ। ਮੈਂ ਉਹਨੂੰ ਸਹੀ ਨਹੀਂ ਠਹਿਰਾ ਰਿਹਾ ਉਹਨੂੰ ਵੱਢਣ ਨੂੰ। ਮੈਂ ਤਾਂ ਇਹ ਕਹਿ ਰਿਹਾ ਵੀ ਉਸ ਟਾਈਮ ਉਹਦੇ ਦਿਮਾਗ 'ਚ ਜ਼ਰੂਰ ਆਉਂਦਾ ਹੋਊਗਾ ਵੀ ਇਹ ਕੰਮ ਮੈਂ ਕਿਉਂ ਕੀਤਾ। ਜੇ ਉਹਨੇ ਕੀਤਾ ਆ, ਤੇ ਜੇ ਸਾਰੀ ਸਾਜ਼ਿਸ਼ ਆ, ਉਹ ਤਾਂ ਕਹਾਣੀ ਹੀ ਹੋ ਰਿਹਾ ਨਾ। ਸੋ ਆ ਜਿਹੜੀ ਆਖਰੀ ਦੋ ਤੁੱਕਾਂ ਨਾ, ਇਹਨੂੰ ਆਪਣੇ ਪੱਲੇ ਬੰਨ੍ਹ ਲਓ। ਇਹਨੂੰ ਪੱਲੇ ਬੰਨ੍ਹ ਕੇ ਗੁਰੂ ਨਾਨਕ ਸਾਹਿਬ ਦਾ ਹੁਕਮ ਸਮਝ ਕੇ ਤੇ ਅੱਜ ਤੋਂ ਆਪਣਾ ਜੀਵਨ ਬਦਲਣਾ ਸ਼ੁਰੂ ਕਰ ਦਿਓ। ਕਹਿੰਦੇ ਜਬ ਲਗ ਦੁਨੀਆ ਰਹੀਏ, ਜਦੋਂ ਤੱਕ ਦੁਨੀਆ 'ਚ ਰਹਿਣਾ ਆ ਮੈਂ, ਨਾਨਕ ਕਿਛ ਸੁਣੀਏ ਕਿਛ ਕਹੀਏ। ਥੋੜ੍ਹਾ ਜਿਹਾ ਸੁਣ ਲਾ ਅਗਲੇ ਦੀ ਗੱਲ ਨੂੰ, ਤੇ ਥੋੜ੍ਹਾ ਜਿਹਾ ਆਪਣੀ ਗੱਲ ਨੂੰ ਕਹਿ ਲਾ। ਅਗਲੇ ਦੀ ਗੱਲ ਸੁਣਨੀ ਵੀ ਜ਼ਰੂਰੀ ਹੈ ਤੇ ਆਪਣੀ ਗੱਲ ਕਹਿਣੀ ਵੀ ਜ਼ਰੂਰੀ ਹੈ। ਜਬ ਲਗ ਦੁਨੀਆ ਰਹੀਏ, ਨਾਨਕ ਕਿਛ ਸੁਣੀਏ ਕਿਛ ਕਹੀਏ। ਕੁਛ ਕਹੀਏ ਇੱਥੇ ਵੀ ਪਹਿਲਾਂ ਸੁਣਨ ਦੀ ਗੱਲ ਹੈ। ਬਿਲਕੁਲ ਸੁਣ ਲਈ। ਹੁਣ ਇਹਦੇ ਅਰਥ ਅਗਲੇ ਨੇ ਕਹਿਣਾ ਤਾਂ ਰੱਬ ਦੇ ਬਾਰੇ ਗੱਲ ਹੋ ਰਹੀ, ਨਹੀਂ ਜੀ ਇਹ ਤੇਰੇ ਬਾਰੇ ਆ, ਤੇਰੇ, ਕਿਉਂਕਿ ਬਾਕੀ ਸਾਰਾ ਸ਼ਬਦ ਤਾਂ ਤੇਰੇ ਬਾਰੇ ਗੱਲ ਹੋ ਰਹੀ ਹੈ। ਤੂੰ ਕਪਟ ਕਮਾਉਣਾ, ਜੇ ਕਰਦਾ ਉਹ ਕਰਦਾ, ਕੁਛ ਕਾਇਆ ਤੇ ਕੁਛ ਸੁਣ। ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀਏ। ਕਹਿੰਦੇ ਬਹੁਤ ਥੱਕ ਗਿਆ ਮੈਂ, ਲੱਭ ਲੱਭ ਕੇ ਕਿਤੇ ਨਹੀਂ ਮੈਨੂੰ ਮਿਲਿਆ। ਆ ਜਿਹੜਾ ਟਿਕਾਣਾ ਨਾ, ਇਹ ਬਾਹਰ ਨਹੀਂ ਮਿਲਣਾ, ਘਰੋਂ ਹੀ ਮਿਲਣਾ, ਅੰਦਰੋਂ ਹੀ ਮਿਲਣਾ। ਤੇ ਉਹ ਮਿਲਣਾ ਕਿੱਦਾਂ ਆ? ਜਦੋਂ ਤੂੰ ਜਿਉਂਦੇ ਜੀ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ। ਜੀਵਤਿਆਂ ਮਰ ਰਹੀਏ ਦਾ ਮਤਲਬ ਕੀ ਹੈ? ਜਿਉਂਦੇ ਜੀ ਕੌਣ ਮਰਦਾ? ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਦੋਂ ਖਤਮ ਕਰ ਲਿਆ ਨਾ, ਉਹਨਾਂ ਨੂੰ ਮਾਰ ਦਿੱਤਾ। ਫਿਰ ਆ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇਹ ਭਗਤ ਕਬੀਰ ਜੀ ਦਾ। ਸੋ ਇੰਨੀ ਗੱਲ ਪੱਲੇ ਬੰਨ੍ਹ ਲਓ ਵੀ ਅਸੀਂ ਨਹੀਂ ਕਹਿ ਰਹੇ, ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਜਬ ਲਗ ਦੁਨੀਆ ਰਹੀਏ, ਨਾਨਕ ਕਿਛ ਸੁਣੀਏ ਕਿਛ ਕਹੀਏ। ਹਾਂਜੀ ਪ੍ਰੀਤਮਿੰਦਰ ਜੀ, ਤੁਸੀਂ ਆਉਣੇ ਹੋ। ਹੈਲੋ। ਹਾਂ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿ ਖਾਲਸਾ ਵਾਹਿ ਫਤਿਹ। ਹਾਂਜੀ ਹਾਂਜੀ, ਮੈਂ ਭਾਜੀ ਅਸਲ 'ਚ ਵਧੀਆ ਕੀਤਾ ਤੁਸੀਂ ਇਕਬਾਲ ਸਿੰਘ ਜੀ ਨੂੰ ਲੈ ਕੇ ਆਂਦਾ, ਲਾਲਪੁਰ ਜੀ ਨੂੰ। ਪਰ ਮੈਂ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਬਿਲਕੁਲ ਵੀ ਸਹਿਮਤ ਨਹੀਂ ਗਾ ਹੈਗਾ, ਕਿਉਂਕਿ ਰੀਜ਼ਨ ਇਹ ਹੈ ਵੀ
ਮੇਰੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਥੋੜੇ ਕੜੇ ਸਵਾਲ ਕਰਨੇ ਸੀ। ਅੱਜ ਮੈਨੂੰ ਤੁਹਾਡੇ ਨਾਲ ਵੀ ਲੱਗਦਾ ਆ ਵੀ ਤੁਸੀਂ ਰੈਤ ਕੀਤੀ ਇਹਨਾਂ ਦੇ ਨਾਲ, ਠੀਕ ਹੈ ਨਾ। ਚੱਕਰ ਇਹ ਆ ਪ੍ਰੀਤਮਿੰਦਰ ਜੀ, ਪਹਿਲਾਂ ਬੇਨਤੀ ਮੇਰੀ ਸੁਣੋ ਗੋਲਡੀ ਜੀ, ਜੇ ਤੁਸੀਂ ਸੋਚਦੇ ਨਾ ਵੀ ਇਹਨਾਂ ਕੁਝ ਦਿਸਦਾ ਨਹੀਂ, ਇਹ ਉਹ ਮਕਰ ਮਾਰ ਕੇ ਬੈਠੇ ਆ ਬੰਦੇ ਜਿਹੜੇ ਬੰਦਿਆਂ ਦੀ ਹਾਮੀ ਭਰਦਾ ਨਾ। ਮੈਂ ਕੱਲ ਪਰਸੋਂ ਇੱਕ ਇੰਟਰਵਿਊ ਮਤਲਬ ਕਿ ਮੁਸਲਿਮ ਉਹ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਉਹ ਵੀ ਕੋਈ ਚੰਗੀ ਪੋਸਟ ਤੇ ਬੰਦਾ ਸੀ, ਉਹ ਕਹਿੰਦਾ ਮੈਂ ਮੋਦੀ ਸਾਹਿਬ ਨੂੰ ਮਿਲਿਆ ਤੇ ਮੈਨੂੰ ਕਹਿੰਦਾ ਜੱਫੀ ਪਾ ਕੇ ਮਿਲੇ, ਕਹਿੰਦੇ ਯਾਰ ਮੈਨੂੰ ਨਾਲ ਮੁਸਲਮਾਨਾਂ ਨਾਲ ਪਿਆਰ ਹੀ ਬਹੁਤ ਹੈ ਕਹਿੰਦੇ। ਇਹ ਜਿਹੜੇ ਲੋਕ ਹੈ ਨਾ ਜੀ, ਇਹ ਕਹਿੰਦੇ ਜੀ ਮਿੰਟ ਦੇ ਮਿੰਟ ਅਸੀਂ ਗੱਲ ਕਹਿਤੀ ਤੇ ਉਹਦੇ ਨਾਲ ਕੀ ਫਰਕ ਪੈ ਗਿਆ। ਜਿਹੜੇ ਅਸੀਂ ਅੰਦਰੋਂ ਆ ਨਾ, ਉਹ ਅੰਦਰ ਦਾ ਇਹਨਾਂ ਦੇ ਏਡੇ ਵੱਡੇ ਮਤਲਬ ਕਿ ਜਿਵੇਂ ਕਹਿੰਦੇ ਇੰਨੇ ਗੁਨਾਹਗਾਰ ਬੰਦੇ ਆ ਇਹ, ਉਹ ਤਾਂ ਆਪਾਂ ਦੇਖਣਾ ਨਹੀਂ ਚਾਹੁੰਦੇ ਇਹ। ਬਿਲਕੁਲ ਜੀ, ਸਹਿਮਤ ਹਾਂ ਤੁਹਾਡੇ ਨਾਲ, ਬਿਲਕੁਲ। ਹਾਂ, ਇਹ ਬੰਦੇ ਸਿਰਫ ਇਹਨਾਂ ਨੂੰ ਪ੍ਰਮੋਟ ਕਰਤਾ। ਅੱਜ ਇਹ ਉਹ 25-30 ਸਾਲ ਪੁਰਾਣੀ ਰਾਜੀਵ ਗਾਂਧੀ ਦੀ ਗੱਲ ਨੂੰ ਚੱਕ ਕੇ ਬਹਿ ਜਾਂਦੇ ਆ, ਦਰਖਤ ਗਿਰਤਾ ਹੈ ਧਰਤੀ ਹਿਲਤੀ ਹੈ, ਫਿਰ ਉਹ ਤਾਂ ਆਪ ਹਿੱਲ ਗਿਆ। ਉਹਦਾ ਤਾਂ ਪੁਰਜਾ ਮੈਂ ਆਪ ਦੇਖੋ ਉਹਦਾ ਪਜਾਮਾ ਤੁਸੀਂ ਦੇਖਿਆ ਕਿੱਥੇ ਉੱਤੇ ਅਜਾਇਬ ਘਰ ਦੇ ਵਿੱਚ ਟੰਗਿਆ, ਉਹਦਾ ਇੱਕ ਲੱਤ ਹੈ ਹੀ ਨਹੀਂ ਪਜਾਮੇ ਦੀ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਜਿਹੜੇ ਬੰਦੇ ਆ ਨਾ, ਜੇ ਆਪਾਂ ਸੋਚੀਏ ਵੀ ਇਹਨਾਂ ਨੂੰ ਦਿਸਦਾ ਨਹੀਂ ਵੀ ਉੱਥੇ ਆਪਣੇ ਕੈਦਾਂ ਦੇ ਵਿੱਚ ਬੰਦੇ ਬੈਠੇ ਆ, ਇਹਨਾਂ ਨੂੰ ਸਭ ਪਤਾ ਆ, ਠੀਕ ਹੈ ਨਾ। ਇਹ ਸੱਤਾ ਦਾ ਸੁੱਖ ਭੋਗਦੇ ਆ। ਜੇ ਹੁਣ ਮੇਰੀ ਗੱਲ ਸੁਣੋ, ਤੁਸੀਂ ਟੀਵੀ ਚੈਨਲ ਚਲਾਉਂਦੇ ਹੋ, ਮੈਂ ਥੋੜੀ ਦੱਸਣਾ ਭਾਜੀ, ਤੁਹਾਨੂੰ ਪਤਾ, ਤੁਸੀਂ ਆਪ ਹੀ ਮੁੱਦਾ ਭਾਲ ਕੇ ਲਿਆਉਂਦੇ ਹੋ ਵੀ ਆਹ ਮੁੱਦਾ ਆਪਣਾ ਜ਼ਰੂਰੀ ਹੈ। ਇਹਨਾਂ ਬੰਦਿਆਂ ਨੂੰ ਇਹ ਬਿਲਕੁਲ ਮੈਂ ਇਸ ਗੱਲ ਬੰਦੇ ਦੇ ਨਾਲ ਇਕਬਾਲ ਸਿੰਘ ਲਾਲਪੁਰ ਦੇ ਨਾਲ ਸਹਿਮਤ ਨਹੀਂ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਕਿਹੜੇ ਉੱਥੇ ਬੈਠੇ ਆ। ਇਹ ਬੰਦੇ ਸਿਰਫ ਹਾਂ ਠੀਕ ਆ, ਆਪਾਂ ਤੁਸੀਂ ਆਪ ਦੀ ਥਾਂ, ਮੈਂ ਤੁਹਾਨੂੰ ਤਾਂ ਜਸਟੀਫਾਈ ਕਰਦਾ ਹਾਂ ਵੀ ਆਪਾਂ ਇਹਨਾਂ ਨੂੰ ਲੈ ਕੇ ਆਂਦਾ, ਆਪਾਂ ਨੂੰ ਸੁਣਿਆ, ਆਪਾਂ ਨੂੰ ਪਤਾ ਤਾਂ ਲੱਗਿਆ ਨਾ। ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਆਪਣੇ ਨਾਲ ਸਿੱਖਾਂ ਨਾਲ ਕੀ ਧਰੋਹ ਹੋ ਰਿਹਾ ਆ। ਇਹ ਸਾਨੂੰ ਉਹਨਾਂ ਨੂੰ ਪਾਉਂਦੇ ਆ ਲਿਜਾ ਕੇ ਜਿਹੜੇ ਸਾਡੇ ਨਾਲ ਕੁੱਤੇ ਖਾਣੀ ਕਰੀ ਜਾਂਦੇ ਆ। ਤੁਸੀਂ ਕਹਿੰਦੇ ਗੱਲ ਨਹੀਂ ਕਰਦੇ। ਕਿੰਨੀ ਵਾਰ ਤਾਂ ਕੀਤੀ ਹੈ ਆਪਣੇ ਲੀਡਰਾਂ ਨੇ, ਕਿੰਨੀ ਵਾਰੀ ਜਾ ਕੇ ਮਿਲੇ। ਮੋਦੀ ਤੇ ਸ਼ਾਹ ਤਾਂ ਆ ਕੇ ਬੈਠੀ ਨੇ, ਇੱਕ ਦਿਨ ਸ਼ਾਹ ਆਇਆ, ਮੋਦੀ ਤਾਂ ਆਇਆ ਹੀ ਨਹੀਂ। ਬਿਲਕੁਲ। ਰਾਜੇਵਾਲ ਜੀ ਨੇ ਕਿਹਾ ਸੀ ਨਾ, ਕਹਿੰਦਾ ਯਾਰ ਵੀ ਉਹਨਾਂ ਨੇ ਕੋਈ ਹਿੰਦੀ ਗਾਣਾ ਵੀ ਗਾਇਆ ਸੀਗਾ ਵੀ ਯਾਰ ਕੁਛ ਤਾਂ ਮਾੜੀ ਮੋਟੀ ਸੰਗ ਮੰਨ ਜਾਓ ਤੁਸੀਂ ਤੇ ਚੁੱਪ ਕਰਕੇ ਜਾਓ। ਇਹ ਬੇਸ਼ਰਮ ਲੋਕ ਹੈ ਜੀ ਇਹ। ਬਿਲਕੁਲ। ਮੈਂ ਇੱਕ ਗੱਲ ਕਰਨੀ ਚਾਹੁੰਦਾ ਪ੍ਰੀਤਮਿੰਦਰ ਜੀ, ਪ੍ਰੋਬਲਮ ਇਹ ਆ ਸਾਡੀ ਤਰਾਸ਼ਦੀ ਕਹਿ ਲਓ, ਕੁਛ ਕਹਿ ਲਓ, ਸਾਡੇ ਕੋਲ ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਹੈ ਜਿਹਨੂੰ ਅਸੀਂ ਕਹਿ ਸਕੀਏ ਵੀ ਆਹ ਸਾਡੀ ਪਾਰਟੀ ਆ। ਉਹ ਕਾਂਗਰਸ ਹੋਵੇ, ਅਕਾਲੀ ਹੋਵੇ, ਬੀਜੇਪੀ ਹੋਵੇ, ਕੋਈ ਵੀ ਹੋਵੇ। ਉਹ ਜਿਹੜਾ ਵੀ ਬੰਦਾ ਕੁਛ ਮੈਂ ਤਾਂ ਇਹ ਕਹਿੰਦਾ ਹੁੰਦਾ, ਜੇ ਤੁਹਾਨੂੰ ਕੋਈ 100% ਨਹੀਂ ਦਿੰਦਾ, 5% ਦਿੰਦਾ, ਪਹਿਲਾਂ 5 ਲਓ, ਫਿਰ ਉਹਦੇ ਕੋਲ ਬਾਕੀ ਦਾ 95 ਮੰਗੋ। ਉਹਦੇ ਵਿੱਚੋਂ ਜੇ ਫਿਰ 5% ਦਿੰਦਾ, ਉਹ 5 ਲੈ ਲਓ, ਫਿਰ ਅੱਗੋਂ ਮੰਗੋ, 90% ਰਹਿ ਗਿਆ, ਫਿਰ ਮੰਗੋ। ਸੋ ਜੇ ਆਪਾਂ ਸੰਵਾਦ ਸ਼ੁਰੂ ਕੀਤਾ ਉਹਨਾਂ ਨਾਲ, ਉਹਦਾ ਅਸਰ ਇਹ ਹੋਇਆ, ਅੱਜ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਪਤਾ ਲੱਗ ਗਿਆ ਹੋਣਾ ਚਲਦੇ ਚਲਦੇ ਚ ਵੀ ਮੰਝਪੁਰ ਹੁਣਾਂ ਨਾਲ ਉਹਨਾਂ ਦੀ ਗੱਲ ਹੋ ਗਈ ਆ, ਆਪਣੇ ਪ੍ਰੋਗਰਾਮ 'ਚ ਹੀ ਹੋ ਗਈ ਆ, ਕਾਮੈਂਟਾਂ ਦੇ ਵਿੱਚ ਹੀ ਹੋ ਗਈ ਆ। ਸੋ ਹੋ ਸਕਦਾ ਵੀ ਕੁਛ ਨਾ ਕੁਛ ਉਹ 'ਚੋਂ ਪੋਜ਼ਿਟਿਵ ਨਿਕਲੇ। ਭੁੱਲਰ ਸਾਹਿਬ ਨਾਲ ਉਹਨਾਂ ਦੀ ਗੱਲ ਚੱਲ ਰਹੀ ਆ, ਐਕਚੁਅਲੀ ਸਾਨੂੰ ਤਾਂ ਹੀ ਪਤਾ ਲੱਗਾ ਸੀ ਵੀ ਉਹ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨਾਲ। ਆਪਾਂ ਇੰਨਾ ਚਿਰ ਹੋ ਗਿਆ ਟਰਾਈਆਂ ਕਰਦੇ ਆ ਵੀ ਉਹਨਾਂ ਨੂੰ ਨਹੀਂ ਕਢਾ ਸਕੇ। ਵਿਚਾਰਾ ਮਾਨਸਿਕ ਤੌਰ ਦੇ ਉੱਤੇ ਵੀ ਰੋਗੀ ਬਣ ਚੁੱਕੇ ਆ ਦਵਿੰਦਰਪਾਲ ਸਿੰਘ ਭੁੱਲਰ ਹੋਣੀ। ਸੋ ਜੇ ਸਾਨੂੰ ਉਹਦੇ 'ਚੋਂ 5% ਵੀ ਮਿਲ ਜਵੇ, ਜਿਹੜੇ ਸਾਡੇ ਕੈਦੀ ਆ, 1 ਜਾਂ 2 ਕੈਦੀ ਵੀ ਰਿਹਾ ਹੋ ਜਾਣ, ਉਹਨਾਂ ਲੈ ਕੇ ਆਪਾਂ ਫਿਰ ਇਹਨਾਂ ਨੂੰ ਔਨ ਦਾ ਸਪਾਟ ਪਾਈਏ ਵੀ ਇਕਬਾਲ ਸਿੰਘ ਜੀ ਤੁਸੀਂ ਆਹ ਪ੍ਰੋਮਿਸ ਕੀਤਾ ਸੀ ਪ੍ਰੋਗਰਾਮ ਦੇ ਵਿੱਚ ਵੀ ਮੰਝਪੁਰ ਹੁਣੀ ਲਿਸਟ ਦਊਗੇ ਤੇ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ, ਕਰੋ। ਸੋ ਆਪਾਂ ਨੂੰ ਇੱਦਾਂ ਸ਼ੁਰੂਆਤ ਕਰਨੀ ਪੈਣੀ। ਆਪਾਂ ਠਾਹ ਠੋਟਾ ਮਾਰਨਾ ਹੁਣ ਬੰਦ ਕਰ ਦਈਏ। ਜੇ ਆਪਾਂ ਅੱਜ ਹੀ ਉਹਨਾਂ ਨੂੰ ਉੱਦਾਂ ਦੇ ਤੁਸੀਂ ਬੀਜੇਪੀ ਕਿਉਂ ਜੁਆਇਨ ਕੀਤੀ, ਤੁਸੀਂ ਬੀਜੇਪੀ ਤਾਂ ਆਹ ਕਰਦੀ ਆ, ਉਹ ਕਰਦੀ ਆ, ਤਾਂ ਫਿਰ ਉਹਨਾਂ ਨੇ ਆਪਣੇ ਨਾਲ ਨਾ ਆਪਣਾ ਪ੍ਰੋਗਰਾਮ 'ਚ ਆਉਣਾ ਤੇ ਨਾ ਹੀ ਕੋਈ ਇੱਦਾਂ ਦਾ ਸੰਵਾਦ ਸ਼ੁਰੂ ਕਰਨਾ। ਸਾਡੀ ਪ੍ਰੋਬਲਮ ਹੀ ਇਹ ਰਹੀ ਹੈ ਸਿੱਖਾਂ ਦੀ ਬਹੁਤੀ ਵਾਰੀ, ਅਸੀਂ ਠਾਹ ਠੋਟਾ ਮਾਰਦੇ ਆ। ਸਾਨੂੰ ਉਹ ਤਰੀਕਾ ਨਹੀਂ ਹੁੰਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਤਰੀਕਾ ਵਰਤਿਆ ਨਾ, ਜਾ ਕੇ ਸਿੱਧਾ ਨਾ, ਜੋ ਸਿੱਧਾ ਕਹਿੰਦੇ ਤੁਸੀਂ ਤਾਂ ਗਲਤ ਬੰਦੇ ਆ ਜੀ। ਉਹ ਦੇਖੋ ਤੁਸੀਂ ਸਿੱਧ ਗੋਸ਼ਟ ਪੜ੍ਹ ਕੇ ਕਿੰਨੇ ਪਿਆਰ ਨਾਲ ਗੱਲ ਕਰਦੇ ਆ। ਉਹ ਹਾਲਾਂਕਿ ਗਲਤ ਬੋਲ ਰਹੇ ਆ ਗੁਰੂ ਨਾਨਕ ਪਾਤਸ਼ਾਹ ਨਾਲ ਬਾਲੇ ਬਾਲੇ ਕਹਿ ਕੇ, ਤੇ ਉਹ ਅੱਗੋਂ ਉਹਨਾਂ ਨੂੰ ਜੋਗੀ ਜੀ ਜਾਂ ਇੱਦਾਂ ਕਹਿ ਕੇ ਕਹਿ ਰਹੇ ਆ, ਤੇ ਮਿੱਠੀਆਂ ਗੋਲੀਆਂ ਦੇ ਦੇ ਕੇ ਉਹਨਾਂ ਨੇ ਥੱਲੇ ਲੈ ਆਂਦਾ ਪਹਾੜਾਂ ਤੋਂ, ਤੇ ਬਾਅਦ 'ਚ ਆ ਕੇ ਬਟਾਲੇ ਦੇ ਵਿੱਚ ਦੇ ਲਓ। ਹਾਂਜੀ ਵੀਰ ਪ੍ਰੀਤ ਮਹਿੰਦਰ ਸਿੰਘ ਜੀ, ਤੁਹਾਡੀ ਜਿਹੜੀ ਭਾਵਨਾ ਆ ਉਹ ਬਿਲਕੁਲ ਸਹੀ ਆ, ਪਰ ਗੱਲ ਇੱਥੇ ਆਉਂਦੀ ਆ ਵੀ ਜੇ ਅਸੀਂ ਕਿਸੇ ਜਿਹੜਾ ਸਾਡੀ ਆਪੋਜੀਸ਼ਨ ਵਾਲਾ ਬੰਦਾ, ਅਸੀਂ ਜਦੋਂ ਇਲੈਕਸ਼ਨ ਸ਼ੁਰੂ ਹੋਣਗੀਆਂ ਅਸੀਂ ਅਕਾਲੀ ਲੀਡਰ ਵੀ ਲੈ ਕੇ ਆਵਾਂਗੇ, BSP ਵਾਲੇ ਵੀ 1 by 1 ਸਾਰੇ ਲੀਡਰ ਲੈ ਕੇ ਆਵਾਂਗੇ ਇੱਥੇ। ਜੇ ਅਸੀਂ ਉਹਨਾਂ ਨੂੰ ਆਉਂਦਿਆਂ ਨੂੰ ਸਿੱਧਾ ਹੀ ਅਗਲੇ ਦੀ ਬੇਇੱਜ਼ਤੀ ਕਰਨ ਲੱਗ ਜਾਈਏ ਚੈਨਲ ਤੇ, ਕੋਈ ਵੀ ਸੁਹਿਰਦ ਬੰਦਾ ਚਾਹੇ ਨਾ ਸੁਹਿਰਦ ਹੋਵੇ ਸਾਡੇ ਚੈਨਲ ਤੇ ਕਦੀ ਵੀ ਆਊਗਾ ਨਹੀਂ, ਕਿਉਂਕਿ ਇਹ ਤਾਂ ਲਿਆ ਕੇ ਸਾਡੀ ਕਿਸਮ ਦੀ ਲੋਕਾਂ ਦੇ ਸਾਹਮਣੇ ਹੇਠੀ ਕਰਦੇ ਆ। ਸੋ ਸਾਡੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਹਲੀਮੀ ਸਿਖਾਇਆ ਆ, ਪਿਆਰ ਨਾਲ ਬੋਲਣਾ ਸਿਖਾਇਆ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਅਸੀਂ ਪਿਆਰ ਨਾਲ ਗੱਲਬਾਤ ਰੱਖੀਏ,
ਆਪਣਾ ਸਾਰਾ ਕੁਝ ਨਾ ਹਾਂਜੀ, ਮੂਹਰੇ ਹਾਂਜੀ। ਰੱਖਿਆ, ਹੱਥ ਜੋੜ ਕੇ ਬੇਨਤੀ ਵੀ ਕੀਤੀ ਵੀ ਸਾਡੇ ਭਰਾਵਾਂ ਨੂੰ ਤੁਸੀਂ ਜੇ ਛੁਡਾ ਸਕਦੇ ਆ ਉਹ ਛੁੱਟ ਜਾਣ। ਹਾਂਜੀ, ਤੇ ਜੇ ਅਸੀਂ ਹਾਂਜੀ। ਦਬਕੇ ਮਾਰ ਕੇ ਕਹੀਏ ਕਿਸੇ ਨੂੰ, ਦਬਕੇ ਮਾਰ ਕੇ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ ਹੁੰਦਾ, ਜੇ ਮੰਨਣੀ ਹੋਵੇ ਤਾਂ ਵੀ ਨਹੀਂ ਅਗਲਾ ਕੰਮ ਕਰਦਾ ਹੁੰਦਾ। ਸੋ ਉਹ ਘੱਟ ਬਿਲਕੁਲ ਗਿਣਤੀ ਦੀ ਹੈ। ਕਮਿਸ਼ਨ ਤਰਲੋਚਨ ਸਿੰਘ ਤੋਂ ਬਾਅਦ ਬਣੇ ਆ। ਆਪਾਂ ਹੁਣ ਮੰਝਪੁਰ ਹਾਂਜੀ, ਸਾਹਿਬ ਦੀ ਅੱਜ ਪ੍ਰਾਪਤੀ ਕਿ ਮੰਝਪੁਰ ਸਾਹਿਬ ਨੂੰ ਉਹਨਾਂ ਦਾ ਫੋਨ ਦੇਵਾਂਗੇ ਤੇ ਗਾਂ ਹਾਂਜੀ। ਆਪਾਂ ਕੋਈ ਨਹੀਂ ਕਾਰਵਾਈ ਹੋਗੀ ਆਪਾਂ ਮੰਝਪੁਰ ਸਾਹਿਬ ਨੂੰ ਕਵਾਂਗੇ ਵੀ ਤੁਸੀਂ ਆਓ। ਫਿਰ ਆਪਾਂ ਇਕਬਾਲ ਸਿੰਘ ਵੀਰ ਠੀਕ। ਜੀ ਹੁਣਾਂ ਨੂੰ ਵੀ ਕਵਾਂਗੇ ਵੀ ਵੱਡੇ ਵੀਰ ਜੀਓ ਤੁਸੀਂ ਉਦੋਂ ਆਹ ਗੱਲਾਂ ਕਹੀਆਂ ਸੀ ਤੇ ਕੀ ਹੋਇਆ, ਕੀ ਇਹ ਕੋਈ ਤੁਰੀ ਕਿਸੇ ਹਮ, ਨੂੰ? ਗੱਲ ਤਾਂ ਇਦਾਂ ਹੀ ਤੁਰਨੀ ਆ। ਹੁਣ ਜੇ ਠੀਕ। ਕਿਸਾਨ ਭਰਾ ਵੀ ਕਹਿਣਗੇ ਵੀ ਅਸੀਂ ਤੋਮਰ ਨਾਲ ਨਾ ਮੀਟਿੰਗ ਹੀ ਨਹੀਂ ਕਰਨੀ, ਕਾਨੂੰਨ ਰੱਦ ਕਰੋ, ਮੀਟਿੰਗ ਹੀ ਨਹੀਂ ਕਰਨੀ, ਗੱਲ ਹੀ ਨਹੀਂ ਕਰਨੀ। ਕਿੰਨੀਆਂ ਟਾਕ ਹੋਈਆਂ, ਕਿੰਨਾ ਗੱਲ ਹੋਇਆ। ਕੋਈ ਵੀ ਵੱਡੇ ਤੋਂ ਵੱਡਾ ਜੇ ਵਰਲਡ ਵਾਰ 2 ਵੀ ਹੋਇਆ ਆ, ਉਹ ਆਖਰ ਤੇ ਆ ਕੇ ਟੇਬਲ ਤੇ ਲਿਖਤ ਪੜਤ ਨਾ ਹੀ ਖਤਮ ਹੋਣਾ ਆ। ਜੇ ਅੱਜ ਦੀ ਹਾਂਜੀ, ਕੋਈ ਡੇਟ ਮੰਨ ਦੇ ਵਿੱਚ ਅਮਰੀਕਾ ਅਫਗਾਨਿਸਤਾਨ ਛੱਡ ਕੇ ਆਇਆ ਆ, ਆਖਰੀ ਦੇ ਵਿੱਚ ਹਾਂਜੀ, ਤਾਲਿਬਾਨ ਨਾਲ ਬਹਿ ਕੇ, ਸਾਊਦੀ ਅਰਬੀਆ ਦੇ ਵਿੱਚ ਬਹਿ ਕੇ, ਕਤਾਰ ਦੇ ਵਿੱਚ, ਕਤਰ 'ਚ ਬੈਠਿਆ ਕਿਤੇ, ਉੱਥੇ ਬਹਿ ਕੇ ਟੇਬਲ ਟਾਕ ਕਰਕੇ ਹੀ ਕੰਮ ਖਤਮ ਹੋਇਆ ਆ। ਸੋ ਆਪਾਂ ਜਿੰਨੀ ਹਾਂਜੀ, ਹਾਂਜੀ, ਛੇਤੀ ਨਾਲ ਗੱਲਾਂ ਨੂੰ ਸਮਝ ਆਵਾਂਗੇ, ਸਾਡੇ ਖੂਨ ਦੇ ਵਿੱਚ ਇਹ ਹਾਂਜੀ, ਪਾ ਦਿੱਤਾ ਵੀ ਸਿੱਖ ਯੋਧੇ ਆ, ਸਿੱਖ ਤਾਂ ਬਸ ਗੋਲੀ ਹਾਂਜੀ। ਮਾਰਦੇ ਆ, ਸਿੱਖ ਤਾਂ ਮਾਰ ਦਿੰਦੇ ਆ, ਸਿੱਖ ਤਾਂ ਵਿਸ਼ਵਾਸ ਹੀ ਨਹੀਂ ਕਰਦੇ ਕਿਸੇ ਦੇ। ਜਦ ਕਿ ਸਾਡਾ ਕਨਸੈਪਟ ਬਿਲਕੁਲ ਪੁੱਠਾ ਆ। ਗੁਰੂ ਨਾਨਕ ਪਾਤਸ਼ਾਹ ਤਾਂ ਗਾਲੀ ਸੰਵਾਦ ਤੋਂ ਸ਼ੁਰੂ ਕਰਦੇ ਆ। ਜੇ ਅਸੀਂ ਹਾਂਜੀ, ਇੰਨਾ ਹੀ ਰਵਾਇਤਾਂ ਨੂੰ ਫੋਲੋ ਕਰਦੇ ਆ ਤੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦੀ ਦੇਣ ਦੀ ਕੀ ਲੋੜ ਸੀਗੀ? ਨੌਵੇਂ ਬਿਲਕੁਲ। ਪਾਤਸ਼ਾਹ ਨੂੰ ਆਪਣੀ ਸ਼ਹੀਦੀ ਦੇਣ ਦੀ ਕੀ ਲੋੜ ਸੀਗੀ? ਜੇ ਆਪਾਂ ਇਹ, ਕਿਉਂਕਿ ਛੇਵੇਂ ਪਾਤਸ਼ਾਹ ਨੇ ਜੰਗਾਂ ਕੀਤੀਆਂ ਆ, ਨੌਵੇਂ ਪਾਤਸ਼ਾਹ ਕਹਿੰਦੇ ਸ਼ਹੀਦੀ ਨਹੀਂ ਦੇਣੀ ਬਈ, ਆਪਾਂ ਤਾਂ ਲੜਨਾ ਆ, ਲੜਾਈ ਕਰਨੀ ਆ। ਹਾਂਜੀ, ਉਹਨਾਂ ਨੇ ਪਹਿਲਾਂ ਜੰਗਾਂ ਵੀ ਕੀਤੀਆਂ, ਗੁਰੂ ਤੇਗ ਬਹਾਦਰ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗਾਂ ਵੀ ਕੀਤੀਆਂ, ਸਾਡੇ ਪਾਤਸ਼ਾਹ ਨੇ ਮੁੜ ਕੇ ਜਾ ਕੇ ਹਾਂਜੀ, ਸ਼ਹੀਦੀ ਵੀ ਦਿੱਤੀ ਆ ਚਾਂਦਨੀ ਚੌਕ ਦੇ ਵਿੱਚ ਜਾ ਕੇ। ਗੁਰੂ ਪਾਤਸ਼ਾਹ ਨੂੰ ਜਦ ਹਾਂਜੀ। ਕਿ ਆਪਣੇ ਸਿੱਖ ਭਰਾਵਾਂ ਨੇ, ਆਪਣੇ ਸਿੱਖ ਭਰਾਵਾਂ ਨੇ, ਉਹਨਾਂ ਦੇ ਭਰਾ ਧੀਰ ਮਲੀਏ, ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਵੜ ਨਹੀਂ ਦਿੱਤਾ। ਕਰ ਉਹਨਾਂ ਨੇ ਵੀ ਬਿਲਕੁਲ। ਖਿਮਾ ਕਰ ਦਿੱਤੀ, ਮੁੜ ਕੇ ਗਏ ਨਹੀਂ ਉਧਰ ਨੂੰ। 10ਵੇਂ ਪਾਤਸ਼ਾਹ ਤਾਂ ਪਹਿਲੇ ਅੰਮ੍ਰਿਤਸਰ ਨਹੀਂ ਗਏ ਆ, ਦਰਬਾਰ ਸਾਹਿਬ ਨਹੀਂ ਗਏ। ਹੂੰ, ਸੋ ਜਦੋਂ ਬਿਲਕੁਲ, ਅਸੀਂ ਬਿਲਕੁਲ। ਬਹੁਤ ਠੰਡੇ ਦਿਮਾਗ ਨਾਲ ਗੱਲਾਂ, ਗੁੱਸਾ ਬਹੁਤ ਆਉਂਦਾ ਵੀ RSS ਐ ਕਰਦੀ ਆ, ਫਲਾਨਾ ਏਦਾਂ ਕਰਦਾ, ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਭਰਾ, ਚਾਹੇ ਕੋਈ ਵੀ ਆ, ਚਾਹੇ ਇਕਬਾਲ ਸਿੰਘ ਹੋਣੀ ਆ, ਪੁਲਿਸ 'ਚ ਵੀ ਰਹੇ ਆ, ਹੁਣ ਜੀ ਉਹਨਾਂ ਨੇ BJP ਜੁਆਇਨ ਕੀਤੀ ਆ। ਜੇ ਘੱਟ ਗਿਣਤੀ ਦੀ ਉਹਨਾਂ ਜਗ੍ਹਾ ਕੋਈ ਮੁਸਲਮਾਨ ਭਰਾ ਸਾਡਾ ਹੋਵੇ, ਕੀ ਅਸੀਂ ਇੰਨੇ ਜ਼ੋਰ ਨਾਲ ਲਿਆ ਕੇ ਉਹਨਾਂ ਨੂੰ ਗੱਲਾਂ ਕਹਿ ਸਕਦੇ ਆ? ਨਹੀਂ ਕਹਿ ਸਕਦੇ। ਆਉਣਾ ਹੀ ਨਹੀਂ, ਅਗਲੇ ਨੇ ਕਹਿਣਾ ਮੈਂ ਆਉਣਾ ਹੀ ਨਹੀਂ ਤੁਹਾਡੇ ਚੈਨਲ ਤੇ। ਫਿਰ ਵੀ ਸਾਡੇ ਸਿੱਖ ਭਰਾ ਹੋਣ ਦੇ ਨਾਤੇ ਆਏ, ਸਾਡੀ ਗੱਲ ਸੁਣੀ। ਹਰ ਇੱਕ ਦੀ ਵਿਚਾਰ ਆਪਣੀ ਆਪਣੀ ਹੋ ਸਕਦੀ ਆ। ਸਾਡੀ ਕੋਸ਼ਿਸ਼ ਆ ਕਿ ਜਿਹੜੇ ਸਾਡੇ, ਅਸੀਂ ਤਾਂ ਹੱਥ ਵੀ ਜੋੜਦੇ ਵੀ ਸਾਡੇ ਭਰਾ 30 ਸਾਲਾਂ ਤੋਂ ਇੱਕ ਦਿਨ ਘਰ ਦੇ ਵਿੱਚ ਰਹਿਣਾ ਪੈ ਰਿਹਾ, ਕਈ ਵਾਰ ਅੱਖਾਂ ਭਰ ਜਾਂਦੀਆਂ, ਕਈ ਵਾਰ ਜਦੋਂ ਭੁੱਲਰ ਸਾਹਿਬ ਨਾਲ ਤੇਂਦਰਪਾਲ ਸਿੰਘ ਭੁੱਲਰ ਹੁਣੀ ਜਿਹੜੇ ਕਿ ਆਪ ਕੈਂਸਰ ਦੇ ਮਰੀਜ਼ ਆ, ਆਪ ਇਸ ਜੱਦੋ-ਜਹਿਦ ਦੇ ਵਿੱਚ ਇੰਨੇ ਸਟ੍ਰੈਸ ਦੇ ਵਿੱਚ ਉਹਨਾਂ ਨੂੰ ਇਦਾਂ ਦੀਆਂ ਬਿਮਾਰੀਆਂ ਲੱਗ ਗਈਆਂ। ਉਹਨਾਂ ਦੇ ਭਰਾ ਨੂੰ ਭੁੱਲਰ ਸਾਹਿਬ, ਜਿਹੜੇ ਪ੍ਰੋਫੈਸਰ ਭੁੱਲਰ ਤਾਂ ਹੈਗੇ ਹੀ ਅੰਦਰ ਇਹਨੇ, ਉਹਨਾਂ ਦੇ ਬਾਹਰ ਭਰਾ ਜਿਹੜਾ ਬਾਹਰ ਰਹਿੰਦੇ ਆ ਯੂਬਾ ਸਿਟੀ, ਉਹਨਾਂ ਨਾਲ ਪਰਸਨਲ ਗੱਲ ਹੋਈ ਆ। ਕਈ ਵਾਰ ਉਹਨਾਂ ਨੂੰ ਇਦਾਂ ਦੀਆਂ ਬਿਮਾਰੀਆਂ ਲੱਗੀਆਂ ਸਟ੍ਰੈਸ ਲੈ ਕੇ ਵੀ ਮੇਰਾ ਭਰਾ ਦਾ ਕੀ ਬਣੂਗਾ, ਕਿੱਦਾਂ, ਕਦੋਂ ਬਾਹਰ ਆਊਗਾ। ਇਹ ਇਕੱਲਾ ਭੁੱਲਰ ਦਾ ਪਰਿਵਾਰ ਨਹੀਂ, ਬਹੁਤ ਸਾਰੇ ਪਰਿਵਾਰ ਇਦਾਂ ਦੇ ਆ ਜਿਨ੍ਹਾਂ ਦੀਆਂ ਮਾਵਾਂ, ਜਿਨ੍ਹਾਂ ਦੀਆਂ ਭੈਣਾਂ ਉਹ ਇੰਤਜ਼ਾਰ ਕਰ ਰਹੀਆਂ ਕਿ ਸਾਡੇ ਭਰਾ ਕਿਤੇ ਬਾਹਰ, ਜੇਲ੍ਹ ਚੋਂ ਬਾਹਰ ਆ ਜਾਣ। ਆਪਣਾ ਖੁਦ ਦਾ ਮਨ ਭਰ ਜਾਂਦਾ ਇਹ ਗੱਲਾਂ ਸੁਣ ਕੇ ਵੀ 30 ਸਾਲ 35 ਸਾਲ ਜੇਲ੍ਹ ਦੇ ਵਿੱਚ ਰਹਿਣਾ ਕੋਈ ਖਾਲਾ ਜੀ ਦਾ ਬਾਣਾ ਨਹੀਂ ਆ ਕਿਸੇ ਵਾਸਤੇ। ਸੋ ਹਾਂਜੀ ਬਿਲਕੁਲ ਜੀ। ਇੱਕ ਗੱਲ ਹੋਰ ਪ੍ਰੀਤਮਿੰਦਰ ਜੀ, ਮੇਰੀ ਨਾ ਤਾਜੀ ਪਿਛਲੇ ਹਫਤੇ ਕਲਾਸ ਲੱਗੀ ਆ, ਸੈਚਰਡੇ ਸੰਡੇ, ਉੱਥੇ ਜਗਮੋਹਨ ਸਿੰਘ ਹੁਣਾਂ ਕੋਲ। ਸਾਰਿਆਂ ਨੇ ਬਿਠਾ ਕੇ ਮੈਨੂੰ ਨਾ ਵੀ ਤੁਸੀਂ ਗਰਮ ਬਹੁਤ ਹੋ ਜਾਂਦੇ ਪ੍ਰੋਗਰਾਮ ਤੇ, ਕਈ ਵਾਰੀ ਤੁਸੀਂ ਅਗਲੇ ਨੂੰ ਕੋਈ ਕਾਲਰ ਹੁੰਦਾ ਕੁਛ ਆ ਤੇ ਤੁਸੀਂ ਗਰਮ ਹੋਏ ਨੇ। ਉਹ ਮੈਂ ਮੰਨਦਾ, ਮੇਰਾ ਸੁਭਾਅ ਆ ਸ਼ੁਰੂ ਤੋਂ। ਜੇ ਤੁਸੀਂ ਮੈਨੂੰ 12 ਸਾਲ ਤੋਂ ਪਿਛਲੇ ਤੋਂ ਵਾਚ ਕਰ ਰਹੇ ਹੋ, ਜਿਹੜੇ ਵੀਰ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਵੀ ਮੈਂ ਪਹਿਲਾਂ ਕਿਵੇਂ ਕਮੈਂਟ ਕਰਦਾ ਹੁੰਦਾ ਸੀ। ਇਹ ਟਾਈਮ ਲੱਗਦਾ ਤੁਹਾਨੂੰ ਸਮਝਣ ਨੂੰ ਗੱਲ ਨਾ। ਤੇ ਹੁਣ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਸੀ ਆਪਾਂ 2 ਸਾਲ ਪਹਿਲਾਂ, ਉਦੋਂ ਵੀ ਮੈਂ ਕਈਆਂ ਨੂੰ, ਜਿਹੜਾ ਕੋਈ ਕਾਲਰ ਵੀ ਹੁੰਦਾ ਸੀਗਾ ਉਹਨੂੰ, ਜਾਂ ਕੋਈ ਉਹ ਵੀ ਹੁੰਦਾ ਸੀ, ਇੱਦਾਂ ਪੁੱਛ ਲੈਂਦਾ ਸੀ। ਤਾਂ ਫਿਰ ਉਹ ਅਗਲੇ ਜਾਂ ਤੁਹਾਨੂੰ ਛੱਡ ਜਾਂਦੇ ਆ ਜਾਂ ਤੁਹਾਡੀ ਗੱਲ ਹੀ ਨਹੀਂ ਸੁਣਦੇ ਵੀ ਨਹੀਂ ਵੀ ਇਹ ਸੁਭਾਅ ਇਹਨਾਂ ਦਾ ਗਲਤ ਆ। ਫਿਰ ਮੈਂ ਬਹੁਤ ਵਾਰੀ ਕਿਹਾ, ਬਹੁਤ ਸਾਰੇ ਸਾਡੇ ਹੋਰ ਰੇਡੀਓ ਹੋਸਟ ਜਾਂ TV ਚੈਨਲ ਹੈਗੇ ਆ ਜਿਹੜੇ ਗੱਲ ਤਾਂ ਸਹੀ ਕਰਦੇ ਆ, ਪਰ ਕਿਉਂਕਿ ਉਹਨਾਂ ਦਾ ਤਰੀਕਾ ਗਲਤ ਆ, ਉਹਨਾਂ ਨੂੰ ਲੋਕੀ ਸੁਣਦੇ ਨਹੀਂ ਵੀ ਤੁਹਾਡਾ ਤਰੀਕਾ ਗਲਤ ਆ, ਜਾਂ ਉਹੀ ਸੁਣਦੇ ਆ ਜਿਹੜੇ ਉੱਦਾਂ ਦੇ ਹੀ ਹੁੰਦੇ ਆ। ਸੋ ਉਹ ਗੱਲ ਕਿਸੇ ਪਾਸੇ ਲੱਗਦੀ ਨਹੀਂ, ਉਹਦਾ ਰਿਜ਼ਲਟ ਕੋਈ ਨਹੀਂ ਹੁੰਦਾ। ਸੋ ਮੈਨੂੰ ਪਤਾ ਤੁਸੀਂ ਕਿੱਥੋਂ ਕਰ ਰਹੇ ਹੋ, ਮੈਨੂੰ ਵੀ ਇੱਦਾਂ ਹੀ ਲੱਗਦਾ। ਜੇ ਮੈਂ ਬਾਹਰ ਹੋਵਾਂ ਮੈਂ ਵੀ ਕਹਾਂ ਵੀ ਭਾਈ ਤੁਸੀਂ ਆਹ ਸਵਾਲ ਕਿਉਂ ਨਹੀਂ ਪੁੱਛਿਆ, ਉਹ ਸਵਾਲ ਬੜਾ ਸੋਚ ਸਮਝ ਕੇ ਅਸੀਂ ਸਵਾਲ ਪੁੱਛੇ ਆ, ਵੀ ਕੋਈ ਇੱਦਾਂ ਦਾ ਵੀ ਨਾ ਹੋਵੇ ਵੀ ਜਿਹਦੀ ਕੋਈ ਸੈਂਸ ਨਾ ਬਣਦੀ ਹੋਵੇ ਸਵਾਲ ਦੀ।
ਕਿਉਂਕਿ ਉਹ ਹੁਣੇ ਬਣੇ ਆ ਉਹ ਚੇਅਰਮੈਨ, ਇਹ ਤਾਂ ਹੈ ਨਹੀਂ ਵੀ ਬਹੁਤ ਦੇਰ ਤੋਂ ਆ ਉਹਨਾਂ ਦਾ, ਵੀ ਹੁਣ ਤੱਕ ਉਹਨਾਂ ਨੇ ਕੀ ਕੋਸ਼ਿਸ਼ਾਂ ਕਰ ਰਹੇ ਉਹਨਾਂ ਨੇ ਦੱਸਤਾ ਆ ਵੀ ਆਹ ਟਰਾਈਆਂ ਕਰ ਰਹੇ। ਸੋ ਆਪਾਂ ਮਗਰ ਪੈ ਕੇ ਕੁਝ ਲੈ ਲਈਏ ਉਹਨਾਂ ਕੋਲੋਂ, ਕੁਝ ਕਰਾ ਲਈਏ ਉਹਨਾਂ ਕੋਲੋਂ ਜੇ ਆਪਾਂ ਕਰਾ ਸਕੀਏ ਤਾਂ। ਮੈਂ ਤਾਂ ਹੀ ਉਹ ਗੱਲ ਵੀ ਪੁੱਛੀ ਸੀ ਵੀ ਬਾਬਾ ਜਰਨੈਲ ਸਿੰਘ ਨੇ ਵੀ ਜਦੋਂ ਗ੍ਰਿਫਤਾਰੀ ਦੇਣੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਦਊਂਗਾ ਮੈਂ ਗ੍ਰਿਫਤਾਰੀ, ਤੇ ਇਹੀ ਮੇਨ ਸੀਗੇ ਗ੍ਰਿਫਤਾਰ ਕਰਨ ਵਾਲੇ। ਸੋ ਆਪਣਾ ਟਾਈਮ ਵੀ ਹੋ ਗਿਆ, ਤੁਸੀਂ ਕੋਈ ਗੱਲ ਆਪਣੇ ਵੱਲੋਂ ਕਰਨੀ ਚਾਹੋ, ਫਿਰ ਨਹੀਂ ਤਾਂ ਆਪਾਂ ਫਤਿਹ ਬੁਲਾਈਏ। ਕੱਲ ਨੂੰ ਫਿਰ ਆਪਾਂ ਕਿਸਾਨੀ ਅੰਦੋਲਨ ਤੇ ਪ੍ਰੋਗਰਾਮ ਕਰਨਾ, ਤੇ ਕੱਲ ਨੂੰ ਆਪਾਂ ਹੋਰ ਵਿਚਾਰਾਂਗੇ ਜਿਹੜਾ ਆਹ ਮੁੱਦਾ ਉੱਥੇ ਸਿੰਘੂ ਬਾਰਡਰ ਤੇ ਹੋਇਆ ਉਹ ਵੀ ਗੱਲਬਾਤ ਕਰਾਂਗੇ ਆਪਾਂ ਕੱਲ ਹੋਰ। ਇਸ ਮੁੱਦੇ ਨੂੰ ਤਾਂ ਤੁਸੀਂ ਨਾ ਹੀ ਬੜਾ ਛੇੜੋ ਜੀ, ਇਹ ਸਰਕਾਰੀ ਹੋਈ ਹੈ ਸਾਰਾ। ਹਾਂਜੀ, ਤੇ ਤੁਹਾਡਾ ਕੰਮ ਹੈ, ਮੈਡਮ ਨੇ ਆ ਕੇ ਕੰਨ ਖਿੱਚਤਾ ਜੀ ਮੇਰਾ ਖੱਬੇ ਹੱਥ ਦਾ, ਖੱਬੇ ਪਾਸੇ ਦਾ, ਵੀ ਤੁਸੀਂ ਸੁਧਰ ਜਾਓ। ਤੇ ਧੰਨਵਾਦ, ਕੋਈ ਨਹੀਂ, ਗਾਂ ਤੋਂ ਮੈਂ ਧਿਆਨ ਰੱਖੂੰਗਾ ਇਸ ਗੱਲ ਦਾ ਜੀ। ਨਾ ਕੋਈ ਚੱਕਰ ਨਹੀਂ ਜੀ। ਓਕੇ ਪ੍ਰੀਤਵਿੰਦਰ ਜੀ, ਵਾਹਿ ਖਾਲਸਾ ਵਾਹਿ ਫਤਿਹ। ਖਾਲਸਾ ਫਤਿਹ। ਆਖਰੀ ਦੇ ਵਿੱਚ ਆਪਣੀ ਮੈਂ ਕਹਿਣਾ ਚਾਹੂੰਗਾ ਵੀ ਜੇ ਸਾਡੇ ਕੋਲ ਇੱਥੇ ਅਸੀਂ ਤੁਹਾਡੇ ਸਾਰਿਆਂ ਦੇ ਸਿਰ ਤੇ ਪ੍ਰੋਗਰਾਮ ਕਰਦੇ ਹਾਂ, ਸਿਰ ਤੇ ਕਹਿਣ ਦਾ ਮਤਲਬ ਤੁਹਾਡੇ ਸਾਰੇ ਭਰਾਵਾਂ ਦਾ ਸਹਿਯੋਗ ਹੁੰਦਾ, ਚਾਹੇ ਉਹ ਪ੍ਰੀਤ ਮਹਿੰਦਰ ਸਿੰਘ ਹੋਣ, ਚਾਹੇ ਨਿਸ਼ਾਨ ਸਿੰਘ ਢਿੱਲੋਂ ਹੋਣ, ਚਾਹੇ ਕਸ਼ਮੀਰ ਸਿੰਘ ਭਿੰਡਰ ਹੋਣ, ਚਾਹੇ ਭੈਣ ਬਲਜੀਤ ਕੌਰ ਆਪਣੇ ਦੇਖਦੇ ਆ, ਹਰਭਜਨ ਦੇਵ ਸਿੰਘ ਜੀ ਆ, ਸਾਰੇ ਜਾਣੇ ਇਹ ਜਿਹੜੇ ਸਾਡੇ ਵੀਰ ਪ੍ਰੋਗਰਾਮ ਦੇਖਦੇ ਆ, ਮਨਜੀਤ ਮਾਂਡਿਆ, ਗੁਰਪ੍ਰੀਤ ਸਿੰਘ ਆ। ਸੋ ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਕਿ ਅਸੀਂ ਕੁਛ ਨਾ ਕੁਛ ਪ੍ਰਾਪਤ ਕਰ ਸਕੀਏ ਪ੍ਰੋਗਰਾਮਾਂ ਚੋਂ। ਇਕੱਲਾ ਪ੍ਰੋਗਰਾਮਾਂ ਤੇ ਕਿਸੇ ਨੂੰ ਕ੍ਰਿਟੀਸਾਈਜ਼ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ। ਕ੍ਰਿਟੀਸਾਈਜ਼ ਵੀ ਕਰਨਾ ਕਿਸੇ ਤਰੀਕੇ ਨਾਲ, ਕਿਸੇ ਭਾਸ਼ਾ ਦੇ ਵਿੱਚ ਚੰਗਾ ਹੁੰਦਾ ਆ, ਕੋਈ ਪਾਲਿਸੀ ਨੂੰ ਕੋਸ਼ਿਸ਼ ਕਰੀਏ। ਕੋਸ਼ਿਸ਼ ਕਰਦੇ ਐਵਰੀ ਡੇ, ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਤੋਂ ਕੁਛ ਸਿੱਖਿਆ ਜਾ ਸਕੇ, ਉਹ 'ਤੇ ਚੱਲਿਆ ਜਾ ਸਕੇ। ਅੱਜ ਮੇਰਾ ਖੁਦ ਦਾ ਮਨ ਭਰ ਆਇਆ ਕਿਉਂਕਿ ਜਿਹੜੇ ਭਰਾ ਇੰਨੇ ਸਾਲਾਂ ਤੋਂ ਕੈਦ ਆ, ਉਹਨਾਂ ਦੀ ਗੱਲ ਕੋਈ ਨਹੀਂ ਕਰਦਾ। ਇੱਥੇ ਸਾਡੇ ਬਹੁਤ ਸਾਰੇ ਧੜੇ ਬੈਠੇ ਆ ਜਿਨ੍ਹਾਂ ਨੇ ਟ੍ਰਿਲੀਅਨਸ ਆਫ ਡਾਲਰ ਇਕੱਠਾ ਕਰ ਲਿਆ, ਪਰ ਮੈਨੂੰ ਲੱਗਦਾ ਨਹੀਂ ਉਹ ਪੈਸਾ ਉਹਨਾਂ ਭਰਾਵਾਂ ਦੀ ਜਿੱਦਾਂ ਰਿਹਾਈ ਵਾਸਤੇ ਵਕੀਲਾਂ ਤੱਕ ਵੀ ਪਹੁੰਚਿਆ ਹੋਵੇ, ਜਾਂ ਕਿਤੇ ਉਹ ਪਹੁੰਚਿਆ ਹੋਵੇ ਉਹਨਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਜਾਂਦੀਆਂ ਆ। ਜਦ ਤੱਕ ਅਸੀਂ ਇਹ ਸਮਝਾਂਗੇ ਨਹੀਂ ਕਿ ਜਿਹੜੀ ਇਹ ਚੱਕ ਥਲ ਕੇ ਬੰਦੇ ਮਰਾ ਕੇ ਜਿਹੜੀਆਂ ਰੋਟੀ ਖਾਣੀਆਂ, ਉਹ ਸਿਰ ਤੋਂ ਲੋਕਾਂ ਦੇ ਪੁੱਤ ਮਰਾ ਕੇ ਤੇ ਆਪਣੇ ਚੁੱਲ੍ਹੇ ਜਿਹੜੇ ਆ ਘਰ ਦੇ ਚਲਾਉਣੇ ਆ, ਜੇ ਇੱਦਾਂ ਦੇ ਚੁੱਲ੍ਹੇ ਲੋਕ ਚਲਾਉਣਗੇ, ਉਹ ਕਦੀ ਵੀ ਕੌਮ ਦਾ ਭਲਾ ਨਹੀਂ ਕਰ ਸਕਦੇ। ਬੰਦਾ ਉਹੀ ਹੁੰਦਾ ਆ ਜਿਹੜਾ ਆਪ ਕਵੇ। ਇੱਥੇ ਬਹਿ ਕੇ ਇੱਕ ਫੇਸਬੁੱਕ ਤੇ ਲੇਖ ਲਿਖ ਦੇਣਾ ਵੀ ਏਦਾਂ ਕਰ ਦੋ, ਸੋਧਾ ਲਾ ਦਿੱਤਾ, ਮਾਰ ਦਿੱਤਾ, ਕਾਮਰੇਡਾਂ ਨੂੰ ਹੁਣ ਭਾਜਣਾ ਪੈ ਗਈਆਂ, ਇੱਦਾਂ ਦੀਆਂ ਗੱਲਾਂ ਲਿਖਣੀਆਂ ਜਿਹੜੀਆਂ ਉਹ ਬਹੁਤ ਸੌਖੀਆਂ ਆ। ਕਿਤੇ ਆਪਣਾ ਪੁੱਤ ਲੈ ਕੇ ਜਾ ਕੇ ਉੱਥੇ ਆਪ ਜਾ ਕੇ ਆਪਣਾ ਪੁੱਤ ਧੀ ਲੈ ਕੇ ਉੱਥੇ ਜਾ ਕੇ ਬਹਿ ਕੇ ਲੜ ਕੇ ਦੇਖੋ, ਫਿਰ ਪਤਾ ਲੱਗਦਾ ਆ ਵੀ ਕੀ ਭਾਵ ਵਿਖਦੀ ਆ। ਇੱਥੇ ਬੈਠਾ ਤਾਂ ਮੈਂ ਵੀ ਇੱਕ 4x4 ਦੇ ਕਮਰੇ 'ਚ ਬਹਿ ਕੇ, ਚਾਹੇ ਮੋਦੀ ਸਾਹਿਬ ਨੂੰ, ਚਾਹੇ ਮੈਂ ਬਾਦਲ ਸਾਹਿਬ ਨੂੰ, ਜਿਹਨੂੰ ਮਰਜ਼ੀ ਗਾਲਾਂ ਕੱਢੀ ਜਾਵਾਂ, ਜੋ ਮਰਜ਼ੀ ਕਰੀ ਜਾਵਾਂ, ਪਰ ਗਰਾਊਂਡ ਪੱਧਰ ਤੇ ਜਾ ਕੇ ਲੜਨਾ, ਉਹਨਾਂ ਸਾਹਮਣੇ ਗੱਲ ਕਰਨੀ ਆ, ਇਹ ਸੂਰਵੀਰਾਂ ਯੋਧਿਆਂ ਦਾ ਕੰਮ ਹੁੰਦਾ ਆ। ਸੋ ਇਹ ਗੱਲ ਉੱਥੇ ਜਾ ਕੇ, ਇੱਥੇ ਬਹਿ ਕੇ ਫੜਾ ਮਾਰਨੀ ਆ ਬਹੁਤ ਆਸਾਨ ਆ। ਮੈਂ ਟਰੱਕ ਚਲਾਉਂਦੇ ਫੇਸਬੁੱਕ ਤੇ ਜੋ ਮਰਜ਼ੀ ਲਿਖੀ ਜਾਵਾਂ, ਸਟੋਰ ਤੇ ਖੜਾ ਫੇਸਬੁੱਕ ਤੇ ਜੋ ਮਰਜ਼ੀ ਲਿਖੀ ਜਾਵਾਂ, ਕਿਉਂਕਿ ਉਹ ਮੇਰੇ ਕੋਲ ਹੈਂਡਲ ਹੈ, ਮੇਰੇ ਕੋਲ ਲਿਖਤ ਆ, ਮੇਰੇ ਤੱਕ ਰਹਿਣੀ ਆ। ਲੋਕਾਂ ਨੂੰ ਭੜਕਾਉਣਾ ਆ, ਮੈਂ ਕੁਛ ਕਰਨਾ ਨਹੀਂ ਆ, ਮੈਂ ਆਪਣੇ ਬੱਚੇ ਸੇਫ ਰੱਖਣੇ ਆ, ਆਪਣਾ ਪਰਿਵਾਰ ਸੇਫ ਰੱਖਣਾ ਆ। ਸੋ ਧੰਨਿਆ ਜਿਹੜੇ ਉਹ ਯੋਧੇ ਉੱਥੇ ਡਟੇ ਹੋਏ ਆ, ਤੇ ਉਹਨਾਂ ਦੀ ਧੰਨਵਾਦ। ਇੱਕ ਆਖਰੀ ਦੇ ਵਿੱਚ ਗੱਲ ਹੋਰ ਕਹਿਣੀ ਚਾਹੂੰਗਾ ਮੈਂ ਐਂਡ ਦੇ ਵਿੱਚ, ਜੇ ਸਾਡੇ ਕੋਲ ਵੀ ਇੱਥੇ ਕੋਈ ਗਲਤੀ ਹੁੰਦੀ, ਅਸੀਂ ਤੁਹਾਡੇ ਛੋਟੇ ਭਰਾ ਆ, ਸਾਨੂੰ ਤੁਸੀਂ ਜ਼ਰੂਰ WhatsApp ਤੇ ਮੈਸੇਜ ਕਰ ਸਕਦੇ ਹੋ ਵੀ ਭਾਜੀ ਇੱਥੇ ਤੁਸੀਂ ਗਲਤ ਕਿਹਾ ਆ, ਜਾਂ ਇੱਥੇ ਤੁਸੀਂ ਗਲਤ ਬੋਲਿਆ ਆ। ਅਸੀਂ ਵੀ ਸਿੱਖਦੇ ਹਾਂ, ਅਸੀਂ ਵੀ ਸਾਰੀ ਉਮਰ ਮਰਦੇ ਦਮ ਤੱਕ ਸਿੱਖਿਆ ਤੇ ਸਿੱਖਦੇ ਰਹਿਣਾ। ਕੋਸ਼ਿਸ਼ ਹਰ ਬੰਦਾ ਕਰੋ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜ਼ਰੂਰ ਪੜ੍ਹੋ, ਪੜ੍ਹ ਕੇ ਉਹਨੂੰ ਆਪਣੇ ਅੰਦਰ ਲਿਜਾ ਕੇ ਦੇਖੋ ਵੀ ਇਹ ਮੇਰੇ ਅੰਦਰ ਵਰਕ ਕਰ ਰਹੀ ਆ, ਮੈਂ ਇਹਨੂੰ ਅੰਦਰ ਇੱਥੇ ਪ੍ਰੈਕਟੀਕਲ ਜੀਵਨ 'ਚ ਲਾਗੂ ਕਰ ਰਿਹਾ, ਕਿ ਜਾਂ ਸਰ ਮੈਂ ਪੜ੍ਹ ਕੇ ਲੋਕਾਂ ਨੂੰ ਹੀ ਉਪਦੇਸ਼ ਦੇ ਰਿਹਾ ਵੀ ਮੇਰਾ ਆਪਣੇ ਜੀਵਨ ਦੇ ਵਿੱਚ ਇਹ ਕਿਤੇ ਵੀ ਸਟੈਂਡ ਨਹੀਂ ਕਰਦੀ। ਭਰਾਵਾਂ ਭੈਣਾਂ ਦੀ, ਆਪਣੇ ਰਿਸ਼ਤੇਦਾਰਾਂ ਦੀ, ਹਰ ਇੱਕ ਦੀ ਮਦਦ ਕਰੋ, ਚੰਗਾ ਬੋਲੋ, ਮਿੱਠਾ ਬੋਲੋ। ਸੋ ਇਹਦੇ ਨਾਲ ਹੀ ਆਖਰੀ ਦੇ ਵਿੱਚ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਕੱਲ ਨੂੰ ਫਿਰ ਆਪਾਂ ਕਿਸਾਨੀ ਅੰਦੋਲਨ ਦੇ ਉੱਪਰ ਕੀ ਮਸਲਾ ਆ, ਕਿੱਥੇ ਹੁਣ ਖੜੇ ਆ ਆਪਾਂ, ਕੀ ਉੱਥੇ ਗੱਲਬਾਤ ਚੱਲ ਰਹੀ ਆ, ਅੱਗੋਂ ਕੀ ਪਲਾਨ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਅਖੀਰ ਦੇ ਵਿੱਚ ਉਹੀ ਗੱਲ ਫਿਰ ਕਹਿਣੀ ਚਾਹੂੰਗਾ ਕਿ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਸੋ ਜਿੰਨਾ ਚਿਰ ਅਸੀਂ ਇਸ ਸਿਧਾਂਤ 'ਤੇ ਚੱਲਾਂਗੇ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਮੰਨਦੇ ਰਹਾਂਗੇ, ਸਾਡਾ ਕੁਛ ਹੋ ਜਾਊਗਾ। ਨਹੀਂ ਤਾਂ ਐਜੀਟੇਸ਼ਨ ਦੇ ਵਿੱਚੋਂ ਕਦੇ ਵੀ ਕੁਛ ਨਹੀਂ ਨਿਕਲਦਾ ਜੇ ਐਜੀਟੇਸ਼ਨ ਕਰਨ ਤੋਂ ਬਾਅਦ ਸੰਵਾਦ ਨਾ ਕੀਤਾ ਜਾਵੇ। ਐਜੀਟੇਸ਼ਨ ਇੱਕ ਸ਼ੁਰੂਆਤ ਹੁੰਦੀ ਆ, ਐਂਡ ਜਾ ਕੇ ਟੇਬਲ ਦੇ ਉੱਤੇ ਹੁੰਦਾ ਆ। ਕੋਈ ਵੀ ਐਜੀਟੇਸ਼ਨ ਹੋਵੇ, ਅਤੇ ਅਸੀਂ ਐਜੀਟੇਸ਼ਨਾਂ ਤਾਂ ਕਰਨੀਆਂ ਬਹੁਤ ਸਿੱਖ ਗਏ, ਪਰ ਟੇਬਲ 'ਤੇ ਬਹਿਣਾ ਨਹੀਂ ਸਿੱਖੇ। ਸਾਨੂੰ ਸਿੱਖਣਾ ਪੈਣਾ ਆ ਜੇ ਅਸੀਂ ਰਿਜ਼ਲਟ ਚਾਹੁੰਦੇ ਹਾਂ। ਨਹੀਂ ਤਾਂ ਫਿਰ ਜਿੱਦਾਂ ਚੱਲਦਾ ਆ ਉੱਦਾਂ ਚੱਲੀ ਜਾਊਗਾ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।